स्वागत। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सीनियर जर्नलिस्ट साडे संपादक सरदार हमीर सिंह जी, इन्हां दे नाल सरदार जगतार सिंह जी, ऑथर ने, हिस्टोरीअन ने। ताउमर इन्हां ने इंडियन एक्सप्रैस नाल जुड़ के काम कीता है और अजकल साडे सरप्रस्त ने। मैं जी आया आखदा। थैंक यू, शुक्रिया जी। ਵੱਡੀਆਂ ਘਟਨਾਵਾਂ ਨੇ ਅੱਜ ਦੀਆਂ। ਮੁੱਖ ਮੰਤਰੀ ਕਾਫੀ ਸਰਗਰਮ ਰਹੇ। ਦੋ ਟਵੀਟ ਉਹਨਾਂ ਦੇ ਮਾਹੌਲ 'ਚ ਸਰਗਰਮੀ ਪੈਦਾ ਕਰ ਦਿੰਦੇ ਆ। ਇੱਕ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ SIT ਦਾ ਮੁੜ ਗਠਨ ਹੋਇਆ। SIT ਦੇ ਮੁਖੀ ਨੂੰ ਤਬਦੀਲ ਕੀਤਾ ਗਿਆ। ਮੁਖਵਿੰਦਰ ਸਿੰਘ ਛੀਨਾ ਨੂੰ ਇਹਦਾ ਮੁਖੀ ਬਣਾਇਆ ਗਿਆ। ਆਖਰ ਹੁਣ ਤੱਕ ਦੀ ਪਹਿਲੀ SIT ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਿਆ ਜਾ ਰਿਹਾ? ਕੀ ਇਹਦੇ ਵਿੱਚ ਕੋਈ ਕਮੀਆਂ ਖਾਮੀਆਂ ਦਾ ਜ਼ਿਕਰ ਹੈ? ਕੀ ਅਦਾਲਤਾਂ ਦੇ ਵਿੱਚ ਜਿਸ ਤਰੀਕੇ ਨਾਲ ਇਹ ਕੇਸ ਨੂੰ ਅੱਗੇ ਵਧਾਇਆ ਗਿਆ, ਕੀ ਸਰਕਾਰ ਇਹਦੇ ਸੰਬੰਧੀ ਕੋਈ ਤੱਥ ਸਪਸ਼ਟ ਕਰਨਾ ਚਾਹੂਗੀ? ਇਹ ਸਾਰੇ ਸਵਾਲ ਨੇ। ਔਰ ਦੂਜਾ ਸਵਾਲ ਵੀ ਬੜਾ ਅਹਿਮ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ TV ਚੈਨਲ ਨੂੰ ਅਖਤਿਆਰਾਤ ਦੇ ਰਹੀ ਆ। ਮੁੱਖ ਮੰਤਰੀ ਕਹਿੰਦੇ ਆ ਇਹ ਸਾਰਿਆਂ ਲਈ ਖੁੱਲਾ, ਸਾਰਿਆਂ ਲਈ ਸਾਂਝਾ ਕਿਉਂ ਨਾ ਹੋਵੇ। ਪੰਜਾਬ ਸਰਕਾਰ ਇਹਦੇ ਲਈ ਆਪਣੀਆਂ ਸੇਵਾਵਾਂ ਪੇਸ਼ ਕਰ ਰਹੀ ਆ। ਉਹ ਇਨਫਰਾਸਟ੍ਰਕਚਰ ਨੂੰ ਲੈ ਕੇ, ਇਹ ਮਟੀਰੀਅਲ ਮੁਹੱਈਆ ਕਰਾਉਣ ਨੂੰ ਲੈ ਕੇ ਇੱਕ ਵਾਰੀ ਫਿਰ ਅੱਗੇ ਆਏ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਮੁੱਖ ਮੰਤਰੀ ਨੇ ਪੇਸ਼ਕਸ਼ ਕੀਤੀ ਸੀਗੀ। ਉਦੋਂ ਸ਼੍ਰੋਮਣੀ ਕਮੇਟੀ ਨੇ ਕਿਹਾ ਸੀਗਾ ਕਿ ਅਸੀਂ ਸਮਰੱਥ ਹਾਂ। ਇਹਦੇ ਉੱਤੇ ਗੱਲ ਕਰਦੇ ਹਾਂ ਕਿ ਆਖਰ ਇਹ ਟਾਈਮਿੰਗ ਇਸ ਤਰ੍ਹਾਂ ਦੇ ਬਿਆਨ ਨੂੰ ਲੈ ਕੇ ਕੀ ਇਹਦੀ ਸਿਆਸੀ ਮਹੱਤਤਾ ਹੈ ਔਰ ਕੀ ਇਹਦੀ ਰੈਲੇਵੈਂਸ ਆ ਇਸ ਦਿਨ ਦੇ ਵਿੱਚ। ਤੀਜਾ ਮਾਮਲਾ ਵੀ ਬੇਹੱਦ ਅਹਿਮ ਆ। ਆਮ ਤੌਰ ਤੇ ਹੀ MLAs ਦੇ ਤਰੀਕਾਕਾਰ ਨੂੰ ਲੈ ਕੇ, ਉਹਨਾਂ ਦੇ ਬਿਹੇਵੀਅਰ ਨੂੰ ਲੈ ਕੇ ਸਵਾਲ ਉੱਠਦੇ ਰਹਿੰਦੇ ਆ। ਹੁਣ ਫਿਰ ਮੌੜਮੱਡੀ ਦੇ MLA ਨੇ ਕੁਛ ਇੱਕ ਐਸੀ ਗੱਲ ਕੀਤੀ ਹੈ ਜਿਹਦੇ ਨਾਲ ਸਾਰੇ ਦੇ ਸਾਰੇ ਰੈਵਨਿਊ ਡਿਪਾਰਟਮੈਂਟ ਦੇ ਰੈਵਨਿਊ ਅਫੀਸਰ ਸਟ੍ਰਾਈਕ ਤੇ ਜਾ ਰਹੇ ਆ, ਮਾਸ ਲੀਵ ਤੇ ਜਾ ਰਹੇ ਆ। ਇਹ ਉਹਨਾਂ ਨੇ ਕਾਲ ਦਿੱਤੀ ਹੈ। ਹੁਣ ਵੇਖਣ ਵਾਲੀ ਗੱਲ ਹੈ ਕਿ ਆਖਰ ਸਾਡੇ MLA ਜਾਣੇ ਜਾਂ ਅਣਜਾਣੇ ਦੇ ਵਿੱਚ ਐਸੀਆਂ ਹਰਕਤਾਂ ਕਰ ਰਹੇ ਆ। ਇਹਦੇ ਉੱਤੇ ਵੀ ਨਿੱਠ ਕੇ ਗੱਲ ਕਰਦੇ ਆ। ਸਟੇਟ ਦੇ ਰੈਵਨਿਊ ਦਾ ਮਾਮਲਾ ਹੈ ਤੇ ਸਟੇਟ ਦੇ ਵਿੱਚ ਕੰਮਕਾਜ ਪ੍ਰਭਾਵਿਤ ਬੁਰੇ ਤਰੀਕੇ ਨਾਲ ਹੁੰਦਾ ਹੈ। ਕੀ MLAs ਕੋਲ ਅਖਤਿਆਰਾਤ ਇੰਨੇ ਨੇ? ਕੀ ਉਹ ਇੰਨੇ ਕੁ ਆਪ ਮੁਹਾਰੇ ਹੋ ਗਏ ਆ ਕਿ ਉਹ ਕਿਸੇ ਵੀ ਜਗ੍ਹਾ ਦੇ ਉੱਤੇ ਆਪਣੀ ਧੌਂਸ ਨਾਲ ਅੱਗੇ ਵਧਣਾ ਚਾਹੁੰਦੇ ਆ, ਜਾਂ ਫਿਰ ਅਫਸਰਾਂ ਦੇ ਵਿੱਚ ਕੋਈ ਕਮੀ ਆ? ਤੇ ਇੱਕ ਸਭ ਤੋਂ ਵੱਡਾ ਮਾਮਲਾ ਜੀਰਾ ਫੈਕਟਰੀ ਨੂੰ ਲੈ ਕੇ, ਪੋਲਿਊਸ਼ਨ ਨੂੰ ਲੈ ਕੇ ਬਹੁਤ ਵੱਡੇ ਸਵਾਲਾਂ ਦੇ ਰੂਬਰੂ ਆਏ ਅਸੀਂ ਕਿ ਅਸੀਂ ਆਪਣੇ ਲੋਕਾਂ ਦੇ ਜੀਵਨ ਨਾਲ ਖੇਡਣ ਤੋਂ ਵੀ ਬਾਜ਼ ਨਹੀਂ ਆ ਰਹੇ। ਔਰ ਜਿਹੜੀ ਰਿਪੋਰਟ ਪੇਸ਼ ਹੁੰਦੀ ਹੈ ਉਹਦੇ ਉੱਤੇ ਸਰਦਾਰ ਹਮੀਰ ਸਿੰਘ ਹੋਰਾਂ ਨੇ ਦੀਰਘ ਸਟੱਡੀ ਕੀਤੀ ਹੈ। ਤੁਹਾਡੇ ਨਾਲ ਉਹਦੀ ਸਾਂਝ ਪਾਉਂਦੇ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਬਿਕਰਮ ਮਜੀਠੀਆ ਇੱਕ ਚਰਚਿਤ ਨਾਂ ਹੈ। ਇੱਕ ਅਰਸੇ ਤੋਂ ਅਕਾਲੀ ਸਰਕਾਰ ਦੇ ਸਮੇਂ ਤੋਂ ਇਹ ਚਰਚਾ ਕਦੇ ਰੁਕੀ ਨਹੀਂ ਔਰ ਚੰਨੀ ਸਰਕਾਰ ਵੇਲੇ ਇਹ ਸਿਖਰ ਤੇ ਚਲੇਗੀ ਜਦੋਂ ਬਿਕਰਮ ਸਿੰਘ ਮਜੀਠੀਆ ਖਿਲਾਫ ਪਰਚਾ ਹੁੰਦਾ। ਰੂਪੋਸ਼ ਰਹਿਣਾ ਪੈਂਦਾ ਉਹਨਾਂ ਨੂੰ ਤੇ ਫਿਰ ਉਹਨਾਂ ਨੂੰ ਲਗਭਗ 6 ਮਹੀਨੇ ਵਾਂਗ ਅੰਦਰ ਰਹਿਣਾ ਪੈਂਦਾ, 5.5 ਮਹੀਨੇ ਜੇਲ੍ਹ ਦੇ ਵਿੱਚ। ਹੁਣ ਵੀ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਸੁਣਵਾਈ ਅਧੀਨ ਹੈ ਔਰ ਉਹ ਜ਼ਮਾਨਤ ਤੇ ਨੇ। SIT ਦਾ ਮੁਖੀ ਬਦਲਤਾ ਗਿਆ। ਤੁਸੀਂ ਇਹਨੂੰ ਕਿਵੇਂ ਲੈ ਰਹੇ ਹੋ? ਬਿਲਕੁਲ ਇਹ ਠੀਕ ਗੱਲ ਹੈ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਹੀ ਬਿਕਰਮ ਮਜੀਠੀਆ ਦਾ ਨਾਮ ਪੋਲੀਟੀਸ਼ੀਅਨ ਜਿਹੜੇ ਨੇ, ਅਰਵਿੰਦ ਕੇਜਰੀਵਾਲ ਤੋਂ ਲੈ ਕੇ ਡਿਫਰੈਂਟ ਟਾਈਪ ਦੇ ਕਾਂਗਰਸ ਦੇ ਲੀਡਰ ਸਾਰੇ ਇਹ ਨਾਮ ਲੈਂਦੇ ਰਹੇ ਕਿ ਉਹਨਾਂ ਦੀ ਸਰਪ੍ਰਸਤੀ ਹੈ, ਇਨਵੋਲਵਮੈਂਟ ਹੈ, ਫਲਾਨਾ ਹੈ। ਉਹ ਅਲੱਗ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਤਾਂ ਅਦਾਲਤ ਦੇ ਵਿੱਚ ਇੱਕ ਮਾਫੀ ਮੰਗ ਗਏ ਸੀਗੇ ਤੇ ਉਹਦੇ ਕਰਕੇ ਇੱਕ ਵਾਰੀ ਕ੍ਰਾਈਸਿਸ ਵੀ ਆਇਆ ਸੀ ਪਾਰਟੀ ਦੇ ਵਿੱਚ। ਸੰਜੇ ਸਿੰਘ ਅਜੇ ਵੀ ਪੇਸ਼ੀ ਤੇ ਆਉਂਦੇ, ਉਹਨਾਂ ਦੀ ਪਾਰਟੀ ਦਾ ਹੀ ਮਤਲਬ ਜਿਹੜੇ MP ਹੈਗੇ ਨੇ, ਉਹ ਸਾਰੇ ਮਾਮਲੇ ਨੂੰ ਲੈ ਕੇ ਇਹ ਜਿਹੜੀਆਂ ਚੀਜ਼ਾਂ ਕਹੀਆਂ ਗਈਆਂ ਸੀ ਉਸ ਪੱਧਰ ਦੇ ਉੱਤੇ। ਔਰ ਫਿਰ ਬਾਅਦ ਇਹਨਾਂ ਨੇ ਦੁਬਾਰਾ ਕਿਹਾ ਸੀਗਾ 2022 ਦੇ ਵਿੱਚ ਚੋਣਾਂ ਦੇ ਵਿੱਚ ਵੀ ਕਿ ਨਸ਼ੇ ਤੇ ਅਸੀਂ ਉਹ ਕਰਾਂਗੇ। ਇੱਕ SIT ਬਣਾਈ। SIT ਤੋਂ ਬਾਅਦ ਉਹ ਕੇਸ ਦੀ ਥੋੜੀ ਬਹੁਤ ਇਨਵੈਸਟੀਗੇਸ਼ਨ ਵੀ ਹੋਈ। ਬਿਕਰਮ ਮਜੀਠੀਆ ਜੇਲ੍ਹ ਜਾ ਕੇ ਵੀ ਆਏ। ਪਰ ਕਿਤੇ ਵੀ ਇਹ ਸਵਾਲ ਲਗਾਤਾਰ ਉੱਠਦਾ ਰਿਹਾ ਕਿ ਹਿਰਾਸਤੀ ਜਿਹੜੀ ਇੱਕ ਪੁੱਛਗਿੱਛ ਹੁੰਦੀ ਹੈ ਉਸ ਪੱਧਰ ਦੇ ਉੱਤੇ ਸ਼ਾਇਦ ਸੰਤੁਸ਼ਟੀ ਨਹੀਂ ਕਿਤੇ ਦਿਖਾਈ ਦਿੰਦੀ। ਪਿਛਲੇ ਦਿਨਾਂ ਦੇ ਵਿੱਚ ਕੁਝ ਚੀਜ਼ਾਂ ਹੋਰ ਵੀ ਬਦਲੀਆਂ ਮੇਰੇ ਖਿਆਲ ਹੈ ਇਸ ਲੈਵਲ ਦੇ ਉੱਤੇ। ਔਰ ਮੈਨੂੰ ਲੱਗਦਾ ਇੰਨਾ ਸਿੱਧਾ ਤੇ ਇੰਨਾ ਸਪਸ਼ਟ ਪਹਿਲੀ ਵਾਰ ਹੋਇਆ। ਟ੍ਰਿਬਿਊਨ ਦੇ ਐਡੀਟਰ ਇਨ ਚੀਫ ਨੇ ਇੱਕ ਆਰਟੀਕਲ ਲਿਖਿਆ ਬਿਕਰਮ ਮਜੀਠੀਆ ਦਾ ਨਾਮ ਲੈ ਕੇ ਔਰ ਮੇਨ ਲੀਡ ਆਰਟੀਕਲ ਬਾਅਦ ਚ ਪੰਜਾਬੀ ਟ੍ਰਿਬਿਊਨ ਚ ਕਾਫੀ ਦਿਨਾਂ ਬਾਅਦ ਛਪਿਆ, ਉਹ ਪਹਿਲਾਂ ਅੰਗਰੇਜ਼ੀ ਸੀਗਾ, ਜਿੱਥੇ ਇਹ ਲਿਖਿਆ ਕਿ ਸਰਕਾਰ ਕਿਉਂ ਹੱਥ ਨਹੀਂ ਪਾ ਰਹੀ, ਕੀ ਗੱਲਾਂ ਨੇ। ਐ ਲੱਗਦਾ ਸੀ ਜਿਵੇਂ ਉਹਦਾ ਮੈਸੇਜ ਕਲੀਅਰ ਸੀਗਾ ਵੀ ਇਹ ਇਸ ਪਾਸੇ ਵੱਲ ਸਰਕਾਰ ਬਿਲਕੁਲ ਨਜ਼ਰਅੰਦਾਜ਼ ਕਰ ਰਹੀ ਹੈ, ਚਾਹੇ ਲੋਕਾਂ ਦੇ ਅੱਖਾਂ 'ਚ ਵੀ ਘੱਟਾ ਪਾ ਰਹੀ ਹੈ ਜਾਂ ਬਾਕੀ ਵੀ। ਫਿਰ ਤੁਹਾਡੀ ਟੋਟਲ ਜਾਂਚ ਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਕੋਈ ਪੋਲੀਟੀਕਲ ਕ੍ਰਾਈਮ ਇਸ ਵੀ ਨਹੀਂ ਨਿਕਲੀ, ਕੋਈ ਬਾਕੀ ਵੀ ਰਾਜਨੀਤੀ ਤੋਂ ਉੱਪਰ ਦਾ ਕੋਈ ਪੁਲਿਸ ਅਫਸਰ ਵੀ ਨਹੀਂ ਨਿਕਲਿਆ, ਕੋਈ ਬਾਕੀ ਜਿਹੜਾ ਤੁਸੀਂ ਅੱਜ ਤੱਕ ਨੈਕਸਸ ਕਹਿੰਦੇ ਹੋ ਗੱਠਜੋੜ ਜਾਂ ਬਾਕੀ ਉਹ ਕਿੱਧਰ ਗਿਆ। ਓਵਰਆਲ ਜਿਹੜੀਆਂ ਚੀਜ਼ਾਂ ਉਹ ਹੁੰਦੀਆਂ ਨੇ, ਸ਼ਾਇਦ ਕੁਝ ਪ੍ਰੈਸ਼ਰ ਉਹ ਬਣਦੇ ਨੇ। ਫਿਰ ਹੋ ਸਕਦਾ ਗਵਰਨਮੈਂਟ ਵੀ ਇਸ ਗੱਲ ਤੋਂ ਸੈਟਿਸਫਾਈ ਨਾ ਹੋਵੇ SIT ਦੀ ਜਿਹੜੀ ਮਤਲਬ ਕੰਮ ਕਰ ਰਹੀ ਹੈ ਤੇ ਉਹਨਾਂ ਨੇ ਉਸੇ SIT ਨੂੰ
ਰਿਵਾਈਜ਼ ਕੀਤਾ, ਕੈਬਨਿਟ ਚੇਅਰਮੈਨ ਬਦਲਿਆ, ਮਤਲਬ ਬਾਕੀ ਐਸਆਈਟੀ ਦੇ ਮੈਂਬਰ ਉਹੀ ਨੇ, ਮੁਖਵਿੰਦਰ ਸਿੰਘ ਸੀਨਾ ਨੂੰ ਚੇਅਰਮੈਨ ਲਾਇਆ ਆਈਜੀ। ਔਰ ਹੋ ਸਕਦਾ ਇਹ ਉਮੀਦ ਹੋਵੇ ਜਾਂ ਗਵਰਨਮੈਂਟ, ਮੈਨੂੰ ਤਾਂ ਇਹ ਲੱਗਦਾ ਕਿ ਪਹਿਲਾਂ ਵੀ ਸੋਚ ਸਮਝ ਕੇ ਹੀ ਲਾਉਂਦੀ ਹੋਣੀ ਆ ਗਵਰਨਮੈਂਟ ਅਫਸਰਾਂ ਨੂੰ, ਦੇ ਚੈੱਕ ਕਰਕੇ ਲਾਉਂਦੀ ਹੋਣੀ ਆ ਕਿ ਕਿੰਨਾ ਕੋਈ ਕਾਬਲ ਹੈ, ਕਿੰਨਾ ਕੋਈ ਇਨਵੈਸਟੀਗੇਟ ਕਰ ਸਕਦਾ, ਕਿੰਨਾ ਨਹੀਂ। ਜਾਂ ਤਾਂ ਇੱਕ ਤਰੀਕਾ ਇਹ ਹੈ, ਜਾਂ ਦੂਜਾ ਤਰੀਕਾ ਇਹ ਹੈ ਕਿ ਕਈ ਵਾਰ ਅਫਸਰ ਇਹੋ ਜਿਹੇ ਵੀ ਹੁੰਦੇ ਨੇ, ਕੋਈ ਕਹੇ ਕਿ ਨਹੀਂ ਜੀ ਇਹ ਤਾਂ ਬਣਦਾ ਨਹੀਂ ਹੈ, ਮੈਂ ਤਾਂ ਇਹ ਕਰ ਨਹੀਂ ਸਕਦਾ, ਤੇ ਉਹ ਸਰਕਾਰ ਉਹ ਤੋਂ ਕੋਈ ਇਸ ਲੈਵਲ ਤੇ ਚਾਹੇ ਕਿ ਜ਼ਰੂਰ ਕਰੋ ਜੀ ਤੁਸੀਂ ਜਿਵੇਂ ਮਰਜ਼ੀ ਸਾਡੀ, ਅਸੀਂ ਜੋ ਮਰਜ਼ੀ ਕਹਿੰਦੇ ਆ, ਉਹ ਦੂਜਾ ਪਾਸਾ ਵੀ ਹੋ ਸਕਦਾ। ਮਤਲਬ ਪਾਸਾ ਕੀ ਹੈ, ਇਹ ਤਾਂ ਹੁਣ ਜਾਂ ਸਰਕਾਰ ਕਲੀਅਰ ਕਰੇ ਵੀ ਉਹਦੇ ਰੀਜਨ ਕੀ ਨੇ ਬਦਲਣ ਦੇ, ਜੇ ਕੰਮ ਨਹੀਂ ਕਰ ਰਹੇ ਠੀਕ ਤਰੀਕੇ ਨਾਲ ਔਰ ਲਾ ਦੇ ਅਕੋਰਡਿੰਗਲੀ ਇਨਵੈਸਟੀਗੇਸ਼ਨ ਨਹੀਂ ਹੋ ਰਹੀ, ਤਾਂ ਉਹਨਾਂ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ? ਉਹ ਜਿਹੇ ਅਫਸਰਾਂ ਖਿਲਾਫ ਜਿਹੜੇ ਆਪਣੇ ਡਿਊਟੀ ਤੇ ਹੁੰਦੇ ਹੋਏ ਔਰ ਸਾਰੀ ਸਰਕਾਰ ਤੋਂ ਫਾਇਦੇ ਲੈਂਦੇ ਹੋਏ ਆਪਣੇ ਕੰਮ ਨਹੀਂ ਕਰ ਰਹੇ ਜਾਂ ਉਸ ਪੱਧਰ ਤੇ, ਜਾਂ ਫਿਰ ਉਹ ਅਫਸਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੱਸਣ ਕਿ ਉਹਨਾਂ ਤੇ ਨਜਾਇਜ਼ ਕੋਈ ਪ੍ਰੈਸ਼ਰ ਬਣਦਾ, ਜਾਂ ਉਹਨਾਂ ਨੂੰ ਜਿਹੜਾ ਜੈਨੂਅਨਲੀ ਕਾਨੂੰਨ ਮੁਤਾਬਕ ਇਨਵੈਸਟੀਗੇਸ਼ਨ ਆ ਉਹ ਨਹੀਂ ਕਰਨ ਦਿੱਤੀ ਜਾਂਦੀ। ਹੁਣ ਲੋਕਾਂ ਦੇ ਸਾਹਮਣੇ ਤਾਂ ਇਹ ਚਰਚਾ ਦਾ ਹੀ ਮੁੱਦਾ ਹਜੇ ਤੱਕ ਕਿ ਉਸ ਲੈਵਲ ਤੇ ਇੱਕ ਐਸਆਈਟੀ ਆ ਕਦੇ ਕਿਸੇ ਤੇ ਬਣਾ ਦੋ, ਕਦੇ ਕਿਸੇ ਤੇ, ਕਦੇ ਕਿਸੇ ਤੇ ਉਹ ਜਿੰਨਾ ਚਿਰ ਸਾਹਮਣੇ ਰਿਜ਼ਲਟ ਨਹੀਂ ਲਿਆਉਂਦੀਆਂ ਉਹਨਾਂ ਚਿਰ ਐਸਆਈਟੀ ਬਣਾਉਂਦੇ ਜਾਓ, ਉਹਦਾ ਕੋਈ ਫਾਇਦਾ ਨਹੀਂ, ਲੋਕਾਂ ਨੂੰ ਦੀ ਨਜ਼ਰ 'ਚ ਕੋਈ ਫਾਇਦਾ ਨਹੀਂ ਨਜ਼ਰ ਆ ਰਿਹਾ ਜੇ ਕੇਸ ਕਿਤੇ ਅੰਜਾਮ ਤੱਕ ਨਹੀਂ ਪਹੁੰਚਦੇ ਤਾਂ। ਜੀ ਸਰਦਾਰ ਜਗਤਾਰ ਸਿੰਘ ਜੀ, ਇਹ ਫੁੱਟਬਾਲ ਜਿਹਾ ਬਣਿਆ ਪਿਆ ਸਾਰਾ ਨਾ, ਜਿਹੜਾ ਵਿਕਰਮ ਮਜੀਠੀਆ ਵਾਲਾ ਕੇਸ ਵੀ ਇਧਰੋਂ ਕਿੱਕ ਮਾਰੀ ਤੇ ਇਹਨੂੰ, ਮੈਨੂੰ ਯਾਦ ਹੈ ਜਦੋਂ ਬਰਖਾਸਤ ਡੀਐਸਪੀ ਭੋਲਾ ਨੇ, ਇਹ ਭੋਲੇ ਭਲਵਾਨ ਨੇ ਮਾਮਲਾ ਉਠਾਇਆ ਸੀਗਾ, ਤੇ ਉਸ ਤੋਂ ਬਾਅਦ ਈਡੀ ਨੇ ਇਹਦੇ ਵਿੱਚ ਮੁਦਾਖਲਤ ਕੀਤੀ ਸੀ। ਸਰਕਾਰ ਬਾਦਲ ਸਾਹਿਬ ਦੀ ਸੀ, ਪੁਲਿਸ ਨੇ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਕੋਈ ਅੱਗੇ ਕੀ ਵਧਣਾ ਸੀਗਾ, ਤੇ ਈਡੀ ਨੇ ਵਿਕਰਮ ਮਜੀਠੀਆ ਨੂੰ ਸੱਦ ਲਿਆ। ਉਸ ਤੋਂ ਬਾਅਦ ਦੂਜੀ ਵਾਰੀ ਸੰਮਨ ਹੋਣੇ ਨਹੀਂ ਹੋਣੇ ਇੱਥੇ ਹੀ ਰੌਲਾ ਪੈਂਦਾ ਰਹਿ ਗਿਆ, ਦੁਬਾਰਾ ਕਦੇ ਕਿਸੇ ਨੇ ਸੱਦਣ ਦੀ ਜ਼ਰੂਰਤ ਨਹੀਂ ਕੀਤੀ, ਜਾਂ ਤਾਂ ਉਹਨਾਂ ਦੇ ਖਿਲਾਫ ਕੁਝ ਵੀ ਨਹੀਂ ਸੀ ਤੇ ਜਾਂ ਫਿਰ ਪ੍ਰੈਸ਼ਰ ਇੰਨਾ ਸੀ। ਜਿਹੜੇ ਨਰਿੰਜਨ ਸਿੰਘ ਉੱਚ ਅਧਿਕਾਰੀ ਸੀ ਕਿ ਈਡੀ ਦੇ, ਉਹ ਜ਼ਰੂਰ ਗਏ ਕੋਰਟ 'ਚ ਕਿਉਂਕਿ ਉਹਨਾਂ ਦੀ ਟ੍ਰਾਂਸਫਰ ਹੋ ਗਈ। ਬਾਅਦ ਦੇ ਵਿੱਚ ਛਣ ਕੇ ਆਉਂਦਾ ਰਿਹਾ ਕਿ ਜਿਸ ਦਿਨ ਇਨਵੈਸਟੀਗੇਸ਼ਨ ਲਈ ਸੱਦਿਆ ਸੀ, ਇੱਕ ਹੋਰ ਉੱਪਰੋਂ ਅਧਿਕਾਰੀ ਆ ਕੇ ਮੌਕੇ ਤੇ ਬੈਠਾ ਰਿਹਾ, ਜਿੰਨੇ ਕਿਸੇ ਵੀ ਗੱਲ ਨੂੰ ਤਣ ਪੱਤਰ ਨਹੀਂ ਲੱਗਣ ਦਿੱਤਾ। ਇਹ ਸੋਰਸਸ ਦੱਸਦੇ ਰਹੇ ਔਰ ਰਿਪੋਰਟ ਵੀ ਛਾਇਆ ਹੁੰਦੀਆਂ ਰਹੀਆਂ। ਸਵਾਲ ਇਸ ਗੱਲ ਦਾ ਹੈ ਕਿ ਉਸ ਤੋਂ ਬਾਅਦ ਕਦੇ ਵੀ ਵਿਕਰਮ ਸਿੰਘ ਮਜੀਠੀਆ ਦੀ ਪੁੱਛਗਿੱਛ ਢੰਗ ਨਾਲ ਨਹੀਂ ਹੋਈ, ਇਹ ਅਕਸਰ ਸਵਾਲ ਆਉਂਦਾ ਰਿਹਾ। ਤੇ ਜਦੋਂ ਇਸ ਵਾਰੀ ਐਫਆਈਆਰ ਹੁੰਦੀ ਆ, ਉਦੋਂ ਵੀ ਸਿਰਫ 2 ਘੰਟੇ ਲਈ, ਮੈਨੂੰ ਯਾਦ ਹੈ ਉਹਨਾਂ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਉੱਥੇ ਹੀ ਉਹਨਾਂ ਦੀ ਪੁੱਛਗਿੱਛ ਹੋਈ 2 ਘੰਟੇ ਲਈ, ਤੇ ਫਿਰ ਐਸਆਈਟੀ ਨੇ ਕਿਹਾ ਕਿ ਸਾਨੂੰ ਲੋੜ ਨਹੀਂ, ਕਦੇ ਵੀ ਉਹਨਾਂ ਨੂੰ ਦੁਬਾਰਾ ਰਿਮਾਂਡ ਤੇ ਨਹੀਂ ਲਿਆ ਗਿਆ। ਜਾਂ ਤੇ ਉਹਨਾਂ ਦੇ ਖਿਲਾਫ ਕੇਸ ਕੋਈ ਬਣਦਾ ਹੀ ਨਹੀਂ, ਜਾਂ ਤੇ ਕੋਈ ਤੱਥ ਹੈ ਹੀ ਨਹੀਂ, ਤੇ ਜਾਂ ਫਿਰ ਤੱਥ ਹੈ ਨੇ ਤੇ ਜਾਂਚ ਕਰਨ ਵਾਲੇ ਕੰਬਦੇ ਨੇ। ਇਹ ਲੋਕ ਸਵਾਲ ਪੁੱਛਦੇ ਆ। ਅੱਜ ਦੇ ਦਿਨ 'ਚ ਜਦੋਂ ਸਰਕਾਰ ਇੱਕ ਵਾਰੀ ਫਿਰ ਕਟਹਿਰੇ 'ਚ ਆ ਕਿ ਹੁਣ ਤਾਂ ਖੁੱਲ ਗਈਆਂ ਰਿਪੋਰਟਾਂ ਤਾਂ ਇਹ ਰਿਪੋਰਟ ਤਾਂ ਪਹਿਲਾਂ ਹੀ ਖੋਲ ਕੇ ਚੰਨੀ ਵੇਲੇ ਡੀਜੀਪੀ ਚਟੋਪਾਧਿਆ ਦੇ ਆਪਣੇ ਨਿਰਦੇਸ਼ ਤੇ ਸਿੱਧੀ ਐਫਆਈਆਰ ਹੋ ਗਈ ਸੀਗੀ। ਫਿਰ ਇਹਦੇ ਵਿੱਚ ਤੁਸੀਂ ਇਨਵੈਸਟੀਗੇਟ ਹੁਣ ਤੱਕ ਕੀਤਾ ਕੀ? ਇਹ ਸਵਾਲ ਅਕਸਰ ਪੁੱਛਿਆ ਜਾਂਦਾ ਵੀ ਹੁਣ ਤੱਕ ਦੀਆਂ ਐਸਆਈਟੀਜ਼ ਨੇ, ਹੁਣ ਤੱਕ ਦੀ ਇਨਵੈਸਟੀਗੇਸ਼ਨ ਨੇ ਕਿਹੜੇ ਤੱਥ ਲਿਆਂਦੇ? ਜੇ ਤੱਥ ਨਹੀਂ ਲਿਆਂਦੇ ਤੇ ਫਿਰ ਮਗਜਮਾਰੀ ਕਿਉਂ ਹੋ ਰਹੀ ਆ? ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤੀ ਗਈ ਆ ਵਿਕਰਮ ਮਜੀਠੀਆ ਨੂੰ ਮਿਲੀ ਜ਼ਮਾਨਤ, ਉਹਦੇ ਉੱਤੇ ਪਹਿਲੀ ਵਾਰੀ 'ਚ ਵਕੀਲ ਹੀ ਨਹੀਂ ਪਹੁੰਚ ਸਕਿਆ ਸੀਗਾ, ਉਹ ਕਿਸੇ ਹੋਰ ਜਗ੍ਹਾ ਤੇ ਬਿਜੀ ਸੀਗਾ। ਉਹਦੇ ਉੱਤੇ ਹੁਣ ਤੱਕ ਸਰਕਾਰ ਨੇ ਕੀ ਕੀਤਾ? ਕੋਈ ਕੁਝ ਨਹੀਂ ਦੱਸਦਾ। ਹੁਣ ਮੁਖਵਿੰਦਰ ਸਿੰਘ ਸ਼ੀਨਾ ਕੀ ਕਰਨਗੇ ਜਿਹੜੇ ਇਸ ਤੋਂ ਪਹਿਲਾਂ ਨਹੀਂ ਕਰ ਸਕੇ? ਜੇ ਪਹਿਲਾਂ ਨਹੀਂ ਕਰ ਸਕੇ ਤੇ ਉਹਨਾਂ ਨੂੰ ਕਿਹੜੀ ਸਜ਼ਾ ਲਾਈ ਗਈ ਆ? ਕਿ ਉਹਨਾਂ ਨੂੰ ਪਹਿਲੇ ਲੋਕਾਂ ਨੂੰ ਕਿਧਰੇ ਕੋਈ ਜਵਾਬਦੇਹੀ, ਕੋਈ ਅਕਾਊਂਟੇਬਿਲਿਟੀ ਫਿਕਸ ਹੋਣ ਦੀ ਗੱਲ ਹੈਗੀ? ਆਖਰ ਇਹ ਸਾਰੀਆਂ ਚੀਜ਼ਾਂ ਹੋ ਕੀ ਰਹੀਆਂ? ਇਹ ਖੇਡ ਕੀ ਹੈ? ਆਪਾਂ ਉਸ ਸਿਚੁਏਸ਼ਨ ਤੋਂ ਚੱਲਦੇ ਹਾਂ ਜਗਦੀਸ਼ ਭੋਲੇ ਨੇ ਜਦੋਂ ਵਿਕਰਮ ਮਜੀਠੀਆ ਦਾ ਨਾਮ ਲਿਆ ਸੀਗਾ। ਉਹ ਸਿਚੁਏਸ਼ਨ ਜੇ ਦੇਖੋ ਗੌਰ ਨਾਲ ਤੇ ਥੋੜੀ ਜਿਹੀ ਗੱਲ ਸਮਝ ਆਉਂਦੀ ਹੈ। ਭੋਲੇ ਨੂੰ ਪੁਲਿਸ ਪ੍ਰੋਡਿਊਸ ਕਰ ਰਹੀ ਸੀ ਕੋਰਟ ਦੇ ਵਿੱਚ, ਅੰਡਰ ਕਸਟਡੀ ਹੈ। ਉਹਦੀ ਜਰਨਲਿਸਟਾਂ ਦੇ ਗਰੁੱਪ ਨਾਲ ਮੀਟਿੰਗ ਗੱਲਬਾਤ ਕਿਹਨੇ ਕਰਵਾਈ, ਕਿਹਨੇ ਫੈਸਿਲਿਟੇਟ ਕੀਤੀ, ਇਹ ਅੱਜ ਤੱਕ ਮਿਸਟਰੀ ਹੈ। ਉਸ ਇੰਟਰੈਕਸ਼ਨ ਦੇ ਵਿੱਚ ਜਗਦੀਸ਼ ਭੋਲੇ ਨੇ ਵਿਕਰਮ ਦਾ ਨਾਂ ਲਿਆ ਸੀ। ਗੱਡੀ 'ਚ ਬਹਿੰਦਿਆਂ ਉਹਨੇ ਕਿਹਾ ਸੀਗਾ ਜੀ, ਗੱਡੀ 'ਚ ਵੜਦਿਆਂ ਪਿਛਲੀ ਖਿੜਕੀ ਖੋਲ ਕੇ ਜਿੱਥੋਂ ਦੀ ਚੜਾਉਂਦੇ ਹੁੰਦੇ ਆ, ਉਹਨੇ ਮੀਡੀਆ ਨੂੰ ਇਸ਼ਾਰਾ ਕਰਕੇ ਕਿਹਾ ਸੀ ਕਿਆ ਗੱਲ ਆ ਜੀ? ਹਾਂ, ਉੱਥੇ ਮੀਡੀਆ ਮੌਜੂਦ ਸੀ, ਸਭ ਕੁਝ ਸੀਗਾ। ਉਹ ਪੂਰੀ ਜੇ ਤੁਸੀਂ ਡਿਟੇਲ ਚੈੱਕ ਕਰੋ ਤੇ ਥੋੜੀ ਜਿਹੀ ਗੱਲ ਸਮਝ ਆਉਂਦੀ, ਜ਼ਿਆਦਾ ਨਹੀਂ। ਤੇ ਬਾਅਦ ਦੇ ਵਿੱਚ ਹੌਲੀ ਹੌਲੀ ਉਹ ਡਿਟੇਲ ਵੀ ਲੀਕ ਹੋਣ ਲੱਗੀ ਸੀ। ਵਿਕਰਮ ਮਜੀਠੀਆ ਦੇ ਗਰੁੱਪ ਦੇ ਵਿੱਚ ਤੇ ਸੁਖਬੀਰ ਸਿੰਘ ਬਾਦਲ ਦੇ ਗਰੁੱਪ ਦੇ ਵਿੱਚ ਡਿਸਕਸ਼ਨ ਖਾਸੀ ਇਹ ਚੱਲੀ ਵੀ ਇਹ ਭਾੜਾ ਕਿਵੇਂ ਵਾਪਰਿਆ।
ਉਸ ਤੋਂ ਬਾਅਦ ਚਲੋ ਤੁਸੀਂ ਹੁਣ ਗੱਲ ਕੀਤੀ, ਈਡੀ ਨੇ ਸਾਰੀ 2 ਵਾਰੀ ਪੁੱਛ-ਗਿੱਛ ਦੀ ਕੀਤੀ। ਫਿਰ ਜਦੋਂ 2-3 ਰਿਪੋਰਟਾਂ ਹਾਈ ਕੋਰਟ ਦੇ ਵਿੱਚ ਲੈ ਗਈਆਂ ਤੇ ਬੜੀ ਮਿਸਟਰੀ ਬਣੀ ਰਹੀ ਇੰਨੇ ਸਾਲ ਵੀ ਲੋ ਜੀ ਹੁਣ ਵੀ ਰਿਪੋਰਟ ਖੁੱਲੀ ਲੋ ਤੇ ਪਤਾ ਨਹੀਂ ਕੀ ਨਿਕਲਣਾ ਵਿੱਚੋਂ। ਉਹ ਐਸੀ ਇੱਕ ਹਾਈਪ ਬਿਲਡ ਕੀਤੀ ਤੇ ਰਾਦਰ ਕਾਂਗਰਸ ਦੇ ਇੱਕ ਲੀਡਰ ਨੇ ਇੱਕ ਵਾਰੀ ਪ੍ਰੈਸ ਕਾਨਫਰੰਸ ਵੀ ਕੀਤੀ ਜਿਹਦੇ ਚ ਉਹਨੇ ਕਲੇਮ ਕੀਤਾ ਸੀ ਕਿ ਮੇਰੇ ਕੋਲ ਕਾਪੀ ਉਸ ਰਿਪੋਰਟ ਦੀ ਹੈ ਜਿਹਦੇ ਚ ਬਿਕਰਮ ਦਾ ਨਾਮ ਲਿਖਿਆ ਹੋਇਆ ਕਿ ਇਹ ਰਿਪੋਰਟ ਹਾਈ ਕੋਰਟ ਜਿਹੜੀ ਸੀਲ ਬੰਦ ਉਹਦੀ ਕਾਪੀ ਹੈ। ਇੱਥੋਂ ਤੱਕ ਗੱਲ ਹੋਈ ਸੀ। ਟਵੀਟ ਕਰਦਾ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਦਿੱਤੀਆਂ ਸੀ ਉਹ ਜਿੰਨੀਆਂ ਉਹਦੀਆਂ ਉਹ ਪਹਿਰੇ ਸੀਗੇ ਜਿਨ੍ਹਾਂ ਚ ਬਿਕਰਮ ਦਾ ਨਾਮ ਸੀ। ਹਾਂ, ਉਹ ਰਿਪੋਰਟ ਕਿੱਧਰ ਗਈ? ਕਦੇ ਨਵਜੋਤ ਸਿੰਘ ਸਿੱਧੂ ਨੇ ਵੀ ਹੁਣ ਗੱਲ ਨਹੀਂ ਕੀਤੀ ਬਈ ਭਾਈ ਤੁਸੀਂ ਦੱਸੋ ਜਿਹੜੀ ਤੁਹਾਡੇ ਕੋਲੇ ਰਿਪੋਰਟ ਸੀਗੀ ਉਹ ਜੇ ਜੈਨੂਇਨ ਸੀ ਤੇ ਕਿੱਧਰ ਗਈ? ਨਹੀਂ, ਸਰਦਾਰ ਜਗਤਾਰ ਸਿੰਘ ਜੀ, ਉਸੇ ਰਿਪੋਰਟ ਦੇ ਆਧਾਰ ਤੇ ਉਹ ਰਿਪੋਰਟ ਨੂੰ ਖੋਲ ਲਿਆ ਗਿਆ ਸੀ ਤੇ ਚੱਟੋਪਾਧਿਆ ਨੇ ਜਿਹੜੀ FIR ਦਰਜ ਕਰਾਈ ਆ ਆਪ ਬਜਾਤੇ ਖੁਦ, ਉਹ ਉਸੇ ਰਿਪੋਰਟ ਦੇ ਆਧਾਰ ਤੇ ਸ਼ਾਇਦ। ਚਲੋ ਮੈਂ ਗਲਤੀ ਕਰ ਗਿਆ, ਚਲੋ ਮੈਂ ਆਪਣੇ ਆਪ ਨੂੰ ਕਰੈਕਟ ਕਰ ਲੈਣਾ। ਤੇ ਉਸ ਤੋਂ ਬਾਅਦ 3 ਰਿਪੋਰਟਾਂ ਹੋਰ ਸੀਗੀਆਂ ਵੀ ਇਹ ਚੋਂ ਪਤਾ ਨਹੀਂ ਕੀ ਨਿਕਲੂਗਾ, ਕਿਤੋਂ ਕੁਛ ਨਹੀਂ ਨਿਕਲਿਆ। ਹੁਣ ਜਿਹੜੀ ਬਿਕਰਮ ਦੇ ਖਿਲਾਫ ਇੰਨੇ ਸਾਲਾਂ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਹ ਕੇਸ ਇੰਨਾ ਡਿਲੇ ਕਿਉਂ ਹੋ ਰਿਹਾ ਹੈ? ਜੇ ਤੁਹਾਡੇ ਕੋਲੇ ਕੋਈ ਕੰਕਰੀਟ ਇਨਫੋਰਮੇਸ਼ਨ ਹੈ ਤੇ ਹੁਣ ਤੱਕ ਤਾਂ ਬਾਹਰ ਆ ਜਾਣੀ ਚਾਹੀਦੀ ਸੀਗੀ। ਫਿਰ ਗੱਲ ਚੱਲੀ ਕਿ ਕੁਝ ਬੰਦੇ ਜਿਹੜੇ ਕੈਨੇਡਾ 'ਚ ਬੈਠੇ ਆ ਉਹਨਾਂ ਨੂੰ ਐਕਸਟ੍ਰਾਡਾਈਟ ਕੀਤਾ ਜਾਵੇ ਜਿਹੜੇ ਇਹਨਾਂ ਦੇ ਘਰ ਰਹਿੰਦੇ ਸੀ, ਜਿਨ੍ਹਾਂ ਦੇ ਨਾਂ ਉਸ ਕੇਸ ਦੇ ਵਿੱਚ ਹੈਗੇ ਹੈ। ਉਹ ਵੀ ਗੱਲ ਉੱਥੇ ਹੀ ਖੜੀ ਹੈ। ਲੇਕਿਨ ਉਹ ਤਾਂ ਜਦੋਂ ਬੰਦੇ ਤੁਸੀਂ ਤੁਹਾਡੇ ਕੋਲੇ ਆਉਣਗੇ, ਜਿਹੜੇ ਬੰਦੇ ਇੱਥੇ ਹੈ ਤੁਸੀਂ ਅਰੈਸਟ ਕੀਤੇ, ਇੰਟਰੋਗੇਟ ਕੀਤੇ, ਬਿਕਰਮ ਨੂੰ ਅੰਦਰ ਕੀਤਾ, ਸਭ ਕੁਝ ਸੁਪਰੀਮ ਕੋਰਟ ਤੱਕ ਕੇਸ ਗਿਆ, ਹੁਣ ਤੱਕ ਕੋਈ ਫੈਕਟ ਬਾਹਰ ਕਿਉਂ ਨਹੀਂ ਆ ਰਿਹਾ ਤੇ ਇਹ ਕੇਸ ਪ੍ਰੋਡਿਊਸ ਅੱਗੇ ਕਿਉਂ ਨਹੀਂ ਹੋ ਰਿਹਾ? ਮੈਨੂੰ ਇਹ ਲੱਗ ਰਿਹਾ ਕਿ ਇਹ ਮਾਮਲਾ ਸਿਰਫ ਸਮਗਲਿੰਗ ਦਾ ਨਹੀਂ ਹੈ, ਇਹ ਨਾਲ ਪੋਲੀਟੀਕਲ ਕੇਸ ਵੀ ਹੈ, ਕਿਉਂਕਿ ਨਾਂ ਵੱਡਾ ਹੈ ਤੇ ਇਹ ਲਗਾਤਾਰ ਜਿਵੇਂ ਅਲਾਈਵ ਰੱਖਿਆ ਜਾਂਦਾ ਹੁੰਦਾ ਨਾ ਵੀ ਇਹਨੂੰ ਤਣ ਪੱਤਣ ਨਹੀਂ ਲੱਗਣ ਦੇਣਾ, ਇਹਨੂੰ ਇਲੈਕਸ਼ਨ ਦੇ ਵਿੱਚ ਵਰਤਣਾ ਨਾਲ ਦੀ ਨਾਲ ਹੀ। ਜਾਂ ਤਾਂ ਲੋਕਾਂ ਦੇ ਸਾਹਮਣੇ ਦੱਸੋ ਬਈ ਗੱਲ ਕਿੱਥੇ ਹੈ। ਹੁਣ ਤੁਸੀਂ SIT ਦਾ ਮੁਖੀ ਨਵਾਂ ਲਾ ਦਿਓ, ਉਹ ਗੱਲ ਦੁਬਾਰਾ ਫਿਰ ਜ਼ੀਰੋ ਤੋਂ ਸ਼ੁਰੂ ਹੋ ਜਾਂਦੀ ਹੈ। ਸੋ ਇਹ ਕਿੰਨੀ ਦੇਰ ਇਸ ਤਰ੍ਹਾਂ ਇਹ ਕੇਸ ਚੱਲਦੇ ਰਹਿਣਗੇ? ਪੰਜਾਬ ਦੇ ਇਹ ਇਕੱਲਾ ਕੇਸ ਨਹੀਂ ਹੈ ਜਿਹੜਾ ਤਣ ਪੱਤਣ ਨਹੀਂ ਲੱਗ ਰਿਹਾ, ਹੋਰ ਵੀ ਕੇਸ ਹੈਗੇ ਆ। ਮਸਲਨ ਮੌੜ ਮੰਡੀ ਬਲਾਸਟ, ਉਹ ਵੀ ਹਜੇ ਵਿੱਚੇ ਹੀ ਖੜਾ ਹੈ। ਬਰਗਾੜੀ ਹੌਲੀ ਹੌਲੀ ਹੁਣ ਵੱਧ ਰਿਹਾ ਹੈ, ਹਜੇ ਉਹ ਵੀ ਹਜੇ ਸਿਰੇ ਤੇ ਲੱਗਣਾ ਹੈ। ਇਹ ਜਿਸ ਢੰਗ ਨਾਲ ਪੰਜਾਬ ਦੀ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ, ਜਸਟਿਸ ਡਿਨਾਈਡ ਵਾਲੀ ਗੱਲ ਹੈਗੀ ਹੈ। ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਬਿਕਰਮ ਦੇ ਕੇਸ ਦੇ ਵਿੱਚ ਵੀ ਇਹੀ ਹੈ। ਜੇ ਕੋਈ ਕੇਸ ਸੋਲਿਡ ਐਵੀਡੈਂਸ ਹੈ ਤੇ ਮੇਰੇ ਖਿਆਲ 'ਚ ਇੰਨੇ ਸਾਲਾਂ ਦੇ ਵਿੱਚ ਜੇ ਹੁਣ ਵੀ ਸਰਕਾਰ ਕੁਝ ਪੇਸ਼ ਨਹੀਂ ਕਰ ਸਕੀ, ਇਹ ਸਰਕਾਰ ਦੀ ਨਲਾਇਕੀ ਹੈ ਤੇ ਜਿਹੜੇ ਇਨਵੈਸਟੀਗੇਟ ਕਰ ਰਹੇ ਆ ਉਹਨਾਂ ਦੀ ਨਲਾਇਕੀ ਹੈ। ਬਿਲਕੁਲ, ਜੇ ਸਰਕਾਰ ਇਹਦੇ 'ਚ ਸੁਹਿਰਦ ਤੇ ਸੰਜੀਦਾ ਹੈ ਸਰਦਾਰ ਹਮੀਰ ਸਿੰਘ ਜੀ, ਤਾਂ ਫਿਰ ਮੈਨੂੰ ਲੱਗਦਾ ਹੈ ਕਿ ਜਦੋਂ SIT ਦਾ ਮੁਖੀ ਬਦਲਦੀ ਆ, ਨਾਲ ਜੇ ਟਾਈਮ ਬਾਉਂਡ ਕਰ ਦਿੰਦੀ, ਇੱਕ ਸਮਾਂ ਸੀਮਾ ਤੈਅ ਕਰ ਦਿੰਦੀ ਕਿ ਵਿਦਿਨ 1 ਮੰਥ ਜਾਂ ਵਿਦਿਨ 2 ਮੰਥ, ਜੋ ਵੀ ਵਟਸਐਵਰ ਜੋ ਉਹਨਾਂ ਨੂੰ ਠੀਕ ਲੱਗਦਾ, ਫਿਰ ਤਾਂ ਗੱਲ ਬਣਦੀ ਸੀ ਕਿ ਇਹਨੂੰ ਲੌਜੀਕਲ ਐਂਡ ਤੱਕ ਲੈ ਕੇ ਜਾਓ। ਇਹਦੇ ਸੰਬੰਧੀ ਜੋ ਚਾਰਜਸ਼ੀਟ, ਜੋ ਚਲਾਨ ਪੇਸ਼ ਕਰਨਾ, ਜੋ ਤੱਥ ਪੇਸ਼ ਕਰਨੇ, ਇਹ ਗੱਲ ਟ੍ਰਾਇਲ ਤੱਕ ਜਾਣ ਲਈ ਤੁਰੰਤ, ਕਿਉਂਕਿ ਇਸ ਮਾਮਲੇ ਦੇ ਵਿੱਚ ਜਦੋਂ ਹਾਈ ਕੋਰਟ 'ਚ ਸੁਣਵਾਈ ਪਿਛਲੀ ਵਾਰੀ ਹੁੰਦੀ ਤੇ ਕਿਹਾ ਗਿਆ, ਸੈਂਟਰ ਗਵਰਨਮੈਂਟ ਦੇ ਵਕੀਲ ਜਿਹੜੇ ਜੈਨ ਸਾਹਿਬ ਨੇ, ਸਤਪਾਲ ਜੈਨ, ਜੇ ਮੈਂ ਗਲਤ ਨਹੀਂ, ਉਹਨਾਂ ਨੇ ਸਾਫ਼ ਕੀਤਾ ਸੀਗਾ ਕਿ ਅਸੀਂ ਜਿਹੜੇ 3 ਲੋਕ ਹੈ ਇਹਨਾਂ ਮਾਮਲਿਆਂ ਦੇ ਵਿੱਚ, ਉਹਨਾਂ ਨੂੰ ਦੇਸ਼ ਲਿਆਉਣ ਦੀ ਕਾਰਵਾਈ 'ਚ ਅੱਗੇ ਗੱਲ ਵਧਾਈ ਹੋਈ ਆ। ਇਹ ਉਹਨਾਂ ਨੇ ਗੱਲ ਪੇਸ਼ ਕੀਤੀ ਸੀ। ਪਰ ਫਿਰ ਵੀ ਜੇਕਰ ਕੋਈ ਤੱਥ ਹੈਗੇ ਨੇ ਤੇ ਕੋਰਟ 'ਚ ਪ੍ਰੋਡਿਊਸ ਕਰਨੇ ਬਣਦੇ ਆ, ਚਲਾਨ ਪੇਸ਼ ਕਰਨਾ ਬਣਦਾ ਹੈ। ਕਿ ਬਿਕਰਮ ਸਿੰਘ ਮਜੀਠੀਆ ਵੀ ਕੋਰਟ 'ਚ ਜਾਣਗੇ ਕਿ ਇਸ ਗੱਲ ਨੂੰ ਇੰਨਾ ਲਟਕਾਇਆ ਜਾ ਰਿਹਾ ਔਰ ਮੈਂ ਨਿੱਜੀ ਤੌਰ ਤੇ ਇਹਦੇ 'ਚ ਪਰੇਸ਼ਾਨ ਹੋ ਰਿਹਾ, ਜਾਂ ਕੋਈ ਹੋਰ ਧਿਰ ਵੀ ਜਾ ਕੇ ਇਹਦੇ ਤੇ ਤੁਰੰਤ ਸੁਣਵਾਈ ਲਈ ਜਾਂ ਸਰਕਾਰ ਨੂੰ ਕੁਝ ਕਹਿਣ ਲਈ ਕਹੂਗੀ? ਕਿਉਂਕਿ ਮਾਮਲਾ ਅਤਹਿਮ ਆ ਔਰ ਇਹ ਮਾਮਲਾ ਕੀ ਐਡਰੈਸ ਹੋਊਗਾ ਕਿ ਨਹੀਂ? ਸਰਦਾਰ ਹਮੀਰ ਸਿੰਘ ਜੀ, ਇਹਨੂੰ ਹਲਕਾ ਜਿਹਾ ਛੇੜਿਓ। ਨਾਲੇ ਦੂਜੀ ਗੱਲ ਵੀ ਬਹੁਤ ਅਹਿਮ ਆ ਇਹਦੇ 'ਚ, ਨਾਲ ਤੋਰ ਲਓ। ਮੁੱਖ ਮੰਤਰੀ ਨੇ ਅੱਜ ਇੱਕ ਵਾਰੀ ਫਿਰ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਇੱਕ ਵਾਰੀ ਫਿਰ ਟਵੀਟ ਕੀਤਾ। ਇਸ ਟਾਈਮਿੰਗ ਨੂੰ ਕੀ ਕਹੀਏ? ਇਹ ਕਿਉਂ ਕੀਤਾ? ਅੱਜ ਕੋਈ ਮੌਕਾ ਮਿਲੇ ਇਹੋ ਜਿਹਾ ਮੈਨੂੰ ਲੱਗ ਨਹੀਂ ਸੀ ਰਿਹਾ। ਆਖਰਕਾਰ ਮੁੱਖ ਮੰਤਰੀ ਕਿਸ ਨਿਸ਼ਾਨੇ ਤੇ ਨੇ? ਕੀ ਉਹ ਮਕਸਦ ਸਾਧਨਾ ਚਾਹ ਰਿਹਾ, ਜਾਂ ਉਹਨਾਂ ਦੇ ਅੰਦਰ ਸ਼ਰਧਾ ਦੇ ਨਜ਼ਰੀਏ ਤੋਂ ਇੱਕ ਸਿੱਖ ਹੋਣ ਦੀ ਹੈਸੀਅਤ 'ਚ ਜਾਂ ਲੋਕਾਂ ਦੇ ਕੋਈ ਇਸ ਤਰ੍ਹਾਂ ਦੀ ਡਿਮਾਂਡ ਆਈ ਹੈ ਕਿ ਇੰਝ ਹੋਣਾ ਚਾਹੀਦਾ? ਜੇ ਮੈਂ ਗਲਤ ਨਹੀਂ ਤੇ ਇਸੇ ਹੀ ਸਾਲ ਦੇ ਵਿੱਚ ਇਹਨਾਂ ਸ਼ੁਰੂਆਤੀ
ਪਹਿਲੇ ਜਾਂ ਦੂਜੇ ਕੁਆਟਰ ਦੇ ਵਿੱਚ ਉਸ ਟੀਵੀ ਚੈਨਲ ਦਾ ਐਗਰੀਮੈਂਟ ਕੰਟਰੈਕਟ ਰੀਨਿਊ ਵੀ ਹੋਣਾ ਸੀਗਾ, ਜੇ ਮੈਂ ਗਲਤ ਨਹੀਂ, ਹੋ ਸਕਦਾ ਮੈਂ ਗਲਤ ਹੋਵਾਂ। ਤੇ ਤੀਜੀ ਗੱਲ ਕਿ ਇਸੇ ਸੰਬੰਧੀ ਸਿੰਘ ਸਾਹਿਬ ਵੀ ਪਹਿਲਾਂ ਇੱਕ ਆਦੇਸ਼ ਕਰ ਚੁੱਕੇ ਸੀ ਕਿ ਆਪਣਾ YouTube ਚੈਨਲ ਵਿਦਨ 1 ਵੀਕ, ਹਫ਼ਤੇ ਦੇ ਵਿੱਚ ਸ਼੍ਰੋਮਣੀ ਕਮੇਟੀ ਸ਼ੁਰੂ ਕਰੇ। ਔਰ ਅੱਜ ਕੱਲ੍ਹ ਜਥੇਦਾਰ ਨਾਲ ਜਾਂ ਜਥੇਦਾਰ ਦੇ ਮਾਮਲੇ 'ਚ ਵੀ ਇੱਕ ਤਲਖੀ, ਇੱਕ ਵਿਵਾਦ, ਇੱਕ ਰੌਲਾ ਚੱਲ ਰਿਹਾ। ਇਹਨਾਂ ਚੀਜ਼ਾਂ ਨੂੰ ਜੋੜ ਕੇ ਦੇਖੀਏ ਜਾਂ ਇਹਦੇ ਕੋਈ ਵੱਖਰੇ ਹੀ ਮਕਸਦ ਨੇ? ਜਿਹੜਾ ਤਾਂ ਡਰੱਗ ਦਾ ਕੇਸ ਹੈ ਜਾਂ ਇਹੋ ਜਿਹੇ ਹੋਰ ਕੇਸ ਕਿੰਨੇ ਹੀ ਨੇ, ਉਹ ਕੇਸ ਤਾਂ ਵੈਸੇ ਹੀ ਰਹਿੰਦੇ ਨੇ। ਪਹਿਲਾਂ ਤੁਸੀਂ ਦੇਖੋ ਕੋਈ ਕਿਸੇ ਹੋਰਾਂ ਬੰਦਿਆਂ ਨੂੰ ਐਫਰਟ ਕਰਨੇ ਪੈਂਦਾ ਟਾਈਮ ਬਾਉਂਡ ਕਰਾਉਣ ਲਈ। ਲਿਫਾਫੇ ਖਿਲਾਉਣ ਲਈ ਵੀ ਕਿੰਨੇ ਲੋਕਾਂ ਦੀ ਇਨਵੋਲਵਮੈਂਟ, ਨਵਕਿਰਨ ਉਹਨਾਂ ਨੇ ਆਪਣੇ ਕਾਨੂੰਨੀ ਤੌਰ ਤੇ ਨੋਟਿਸ ਦਿੱਤਾ ਹੋਇਆ ਸੀ ਵਾਰ-ਵਾਰ, ਨਵਕਿਰਨ ਸਿੰਘ ਨੇ। ਔਰ ਉਧਰੋਂ ਬਾਕੀ ਦੇ ਜਿਹੜੇ ਰਿਟਾਇਰਡ DSP ਤੇ ਹੋਰ ਬੰਦੇ ਕਿੰਨੇ ਹੀ ਆਪਣੇ ਗੱਲ ਕਰਦੇ ਰਹੇ ਲਗਾਤਾਰ ਕਿ ਘੱਟੋ ਘੱਟ ਲਿਫਾਫੇ ਖੋਲੋ। ਔਰ ਉਹ ਸਾਰੀਆਂ ਚੀਜ਼ਾਂ ਦਾ ਵੀ ਇੱਕ ਦਬਾਅ ਲਗਾਤਾਰ ਸੁਸਾਇਟੀ ਵੱਲੋਂ ਆਇਆ ਵੱਖ-ਵੱਖ ਟਾਈਪ ਦਾ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਈਵਨ ਇਰੀਗੇਸ਼ਨ ਸਕੈਂਡਲ ਇੱਕ ਚੱਲ ਰਿਹਾ 1000-1200 ਕਰੋੜ ਦਾ ਇੱਥੇ, ਉੱਥੇ ਵੀ ਇੱਕ ਵਕੀਲ ਸਾਹਿਬਾਨ ਸਿੱਧੂ ਸਾਹਿਬ ਜਿਹੜੇ ਲਗਾਤਾਰ ਗਏ ਹੋਏ ਨੇ ਹਾਈ ਕੋਰਟ, ਬਾਰ-ਬਾਰ ਕਹਿੰਦੇ ਨੇ ਵੀ ਦੱਸੋ ਜੀ ਉਹਦਾ ਜਾਂ ਇਹ ਕਰੋ, ਮਨਜ਼ੂਰੀ ਕਿਉਂ ਨਹੀਂ ਦਿੰਦੇ। ਮਨਜ਼ੂਰੀ ਵੀ ਦੇਤੀ ਕਹਿੰਦੇ ਨੇ ਬਾਅਦ ਦੇ ਵਿੱਚ, ਫਿਰ ਵੀ ਕੀ ਹੋਇਆ, ਕੋਈ ਇੱਕ ਦੋ ਗੇੜੇ ਗੂੜੇ ਲੱਗ ਕੇ ਅਜੇ ਉੱਥੇ ਫਿਰ ਸਟਾਪ ਹੋ ਗਿਆ ਉਹ ਮਾਮਲਾ ਵੀ। ਹੁਣ ਸਰਦਾਰ ਮੀਤ ਸਿੰਘ ਜੀ ਤੁਸੀਂ ਗੱਲ ਤੋਰ ਲਈ ਆ, ਫਿਰ ਉੱਥੇ ਹਾਈ ਕੋਰਟ ਦੇ ਵਿੱਚ ਇਸ ਡਿਮਾਂਡ ਨਾਲ ਕੇਸ ਗਿਆ, ਪਟੀਸ਼ਨ ਨਵੀਂ ਗਈ ਆ ਕਿ ਇਹਦੀ ਜਾਂਚ CBI ਤੋਂ ਕਰਾਓ। ਇੱਥੇ ਤਾਂ ਤੁਰਦੀ ਨਹੀਂ ਜਾਂਚ, ਫਿਰ ਨਵੀਂ ਮੰਗ ਵੀ ਹੋ ਗਈ। ਉਹੀ ਗੱਲ ਹੈ ਨਾ, ਫਿਰ ਜਦੋਂ ਪਹਿਲਾਂ SITਆਂ ਬਦਲੀ ਜਾਓ, ਫਿਰ ਪਰਮਿਸ਼ਨਾਂ ਲਈ ਰੌਲਾ ਪਾਓ, ਫਿਰ ਏਜੰਸੀਆਂ ਹੀ ਬਦਲ ਦੋ ਕਿ ਨਹੀਂ ਇਹ ਏਜੰਸੀ ਨਹੀਂ, ਏਜੰਸੀ ਹੋ ਰਿਹਾ। ਇਹ ਸਾਰੇ ਮਾਮਲੇ ਦਾ ਮਤਲਬ ਇਹ ਹੈ ਕਿ ਟਾਈਮ ਬਾਉਂਡ ਤਾਂ ਟਾਈਮ ਬਾਉਂਡ, ਇਹ ਆਪਣਾ ਖੁੱਲਾ ਸਮਾਂ ਲੈ ਕੇ ਵੀ ਕੰਮ ਨਹੀਂ ਕਰ ਰਹੇ ਨਾ ਉਸ ਪੱਧਰ ਦੇ ਉੱਤੇ। ਤਾਂ ਇਨਵੈਸਟੀਗੇਸ਼ਨ ਤਾਂ ਵੈਸੇ ਉਹੀ ਹੁੰਦੀ ਹੈ ਕਿ ਜਿਹੜੀ ਈਵਨ ਟਾਈਮ ਬਾਉਂਡ ਹੋਵੇ, ਜਦੋਂ ਤੁਹਾਡੇ ਕੋਲ ਤੱਥ ਇੰਨੇ ਸਾਹਮਣੇ ਦਿਖਾਈ ਦਿੰਦੇ ਨੇ, ਜਿਹੜੇ ਲੋਕ ਕਹਿ ਰਹੇ ਨੇ, ਗਵਾਹ ਵੀ ਦਿਖਦੇ ਨੇ, ਬਾਕੀ ਵੀ ਚੀਜ਼ਾਂ ਨੇ। ਔਰ ਇਹ ਐਡਾ ਸੀਰੀਅਸ ਮਾਮਲਾ ਕਿ ਇਹੋ ਜਿਹਾ ਮਾਮਲਾ ਹੁੰਦਾ ਇੱਥੇ ਚਰਚਾ ਚੁਰਚਾ ਹੋ ਜਾਂਦੀ ਹੈ। ਡਰੱਗ ਦਾ ਜਿਹੜਾ ਬੁਨਿਆਦੀ ਮੁੱਦਾ ਹੈ ਜਿਹੜਾ ਉੱਥੇ ਹੀ ਖੜਾ ਹੈ, ਲਗਾਤਾਰ ਪੰਜਾਬ ਦੇ ਮੁੰਡੇ ਤੇ ਕੁੜੀਆਂ ਡਰੱਗ ਦੇ ਵਿੱਚ ਇਨਵੋਲਵ ਹੋ ਰਹੇ ਨੇ ਔਰ ਆਏ ਦਿਨ ਮੌਤਾਂ ਹੋ ਰਹੀਆਂ ਨੇ ਔਰ ਕਿੰਨਿਆਂ ਦੇ ਘਰ ਉਜੜ ਰਹੇ ਨੇ। ਉਹਦਾ ਕੋਈ ਬੁਨਿਆਦੀ ਸਟ੍ਰੈਟਜੀ ਤਾਂ ਦਿਖਾਈ ਉਹ ਨਹੀਂ ਦੇ ਰਹੀ। ਵੋਟਾਂ ਲੈਣ ਲਈ ਕੋਈ 4 ਹਫ਼ਤਿਆਂ 'ਚ ਕਹਿ ਦਿੰਦਾ, ਕੋਈ 6 ਮਹੀਨੇ 'ਚ ਕਹਿ ਦਿੰਦਾ, ਕੋਈ ਕਿੰਨੇ 'ਚ ਕਹਿ ਦਿੰਦਾ। ਅਸੀਂ ਤਾਂ ਜੇ ਇੱਕ ਗੱਲ, ਇੱਕ ਤੰਦ ਦੇ ਆਲੇ ਦੁਆਲੇ ਖੜੇ ਹੋਏ ਆ ਨਾ ਸਾਰੇ। ਉਹ ਇੱਕ ਬਹੁਤ ਬੜਾ ਕੁਐਸਚਨ ਹੈ ਸਾਡੇ ਓਵਰਆਲ ਪੋਲੀਟੀਕਲ ਕਿਰਦਾਰ ਦੇ ਸਾਹਮਣੇ ਵੀ, ਸਾਡੇ ਓਵਰਆਲ ਜਾਂਚ ਏਜੰਸੀਆਂ ਸੀ। ਇਨਸਾਨੀ ਐਂਗਲ ਤੋਂ ਵੀ ਮੇਰੇ ਖਿਆਲ ਹੈ ਕਾਨੂੰਨ ਜੋ ਮਰਜ਼ੀ ਹੈ, ਇੱਕ ਇਨਸਾਨੀਅਤ ਦਾ ਐਂਗਲ ਵੀ ਹੁੰਦਾ ਕਿ ਜੇ ਇੰਨਾ ਨੁਕਸਾਨ ਕਰ ਰਿਹਾ ਸਟੇਟ ਦਾ ਕੋਈ, ਸਾਰੇ ਲੋਕ ਕਹਿੰਦੇ ਨੇ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ, ਤਾਂ ਏਡੇ ਏਡੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਜਵਾਬਦੇਹ ਤਾਂ ਹੋਣਾ ਹੀ ਚਾਹੀਦਾ ਨਾ ਆਪਣੇ ਢੰਗ ਦੇ ਨਾਲ, ਘੱਟੋ ਘੱਟ ਵੀ ਹਾਂ ਇਹ ਚੀਜ਼ ਹੈ। ਜਾਂ ਕੋਈ ਅਫਸਰ ਆਪਦੇ ਆਪ ਹੀ ਆਫਰ ਕਰ ਦੇਣ ਕਿ ਸਾਨੂੰ ਦਿਓ, ਮੈਂ ਇਹ ਕਰਕੇ ਦਿਖਾਉਣਾ ਤੁਹਾਨੂੰ ਇੰਨੇ ਸਮੇਂ ਦੇ ਵਿੱਚ। ਜਾਂ ਸਰਕਾਰ ਇਹੋ ਜਿਹੇ ਬੰਦੇ ਲੱਭੇ, ਜੇ ਸਰਕਾਰ ਕੋਲ ਇਹੋ ਜਿਹਾ ਬੰਦਾ ਕੋਈ ਨਹੀਂ ਹੈ, 2 3 4 ਕੋਈ। ਇਹ ਸਵਾਲ ਹੈ ਬਹੁਤ ਵੱਡਾ ਔਰ ਇਹਨੂੰ ਐਡਰੈਸ ਕਰਨ ਦੀ ਲੋੜ ਹੈ। ਦੂਜੀ ਗੱਲ, ਜਿਹੜਾ ਸਵਾਲ TV ਚੈਨਲ ਦਾ, ਇਹ ਅੱਜ ਦਾ ਮਾਮਲਾ ਨਹੀਂ। ਮੇਰਾ ਖਿਆਲ ਹੈ ਜਦੋਂ ਤੋਂ ਸ਼੍ਰੋਮਣੀ ਕਮੇਟੀ ਨੇ ਇੱਕ ਚੈਨਲ ਨੂੰ, ਪਹਿਲਾਂ ਇੱਕ ਹੋਰ ਚੈਨਲ ਹੁੰਦਾ ਸੀ, ਫਿਰ ਉਹਦੀ ਮਾਲਕੀ ਬਦਲੀ ਤੇ ਗੁਰਬਾਣੀ ਦਾ ਪ੍ਰਸਾਰਣ ਇੱਕੋ ਚੈਨਲ ਨਾਲ ਉਹ ਕੀਤਾ ਹੋਇਆ। ਤੇ ਇਹ ਲਗਾਤਾਰ ਮੀਡੀਆ ਦੇ ਪੱਖ ਤੋਂ ਵੀ ਕਈ ਵਾਰ ਤੇ ਪੰਥਕ ਧਿਰਾਂ ਦੇ ਪੱਖ ਤੋਂ ਵੀ ਲਗਾਤਾਰ ਇਹ ਮੁੱਦਾ ਉੱਠਦਾ ਰਿਹਾ ਕਿ ਗੁਰਬਾਣੀ ਕੋਈ ਐਸੀ ਚੀਜ਼ ਨਹੀਂ ਜਿਹੜੀ ਇੱਕ ਨਾਲ ਕੰਟਰੈਕਟ ਕਰਕੇ ਜਾਂ ਉਹ ਚੋਂ ਪੈਸਾ ਕਮਾਇਆ ਜਾਏ ਜਾਂ ਬਾਕੀ ਕੋਈ ਇਹੋ ਜਿਹੀ ਗੱਲ ਕੀਤੀ ਜਾਏ ਜਾਂ ਇੱਕ ਨੂੰ ਫਾਇਦਾ ਦਿੱਤਾ ਜਾਏ। ਜਾਂ ਤਾਂ ਉਹ ਕਹਿੰਦੇ ਰਹੇ ਵੀ ਉੱਥੇ ਹੀ ਕੋਈ ਇਹੋ ਜਿਹਾ ਮੈਕੈਨਿਜ਼ਮ ਬਣਾ ਦਿੱਤਾ ਜਾਏ ਕਿ ਕੋਈ ਵੀ ਚੈਨਲ ਪ੍ਰਸਾਰਿਤ ਕਰਨਾ ਚਾਹੁੰਦਾ ਤੇ ਉਹ ਆਪਣੇ ਤਰੀਕੇ ਨਾਲ ਕਰੇ, ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਕੋਈ ਚੈਨਲ ਇਹੋ ਜਿਹਾ ਕਰੇ ਤੇ ਉਹਦੇ ਤੋਂ ਅੱਗੇ ਕੋਈ ਉਦਾਹਰਨ ਨਾ ਕਹੋ ਕਿ ਅੱਗੇ ਜਾ ਕੇ ਚੈਨਲ, ਜਿਵੇਂ ਪਾਰਲੀਮੈਂਟ ਦੇ ਵਿੱਚ ਹੈ, ਪਾਰਲੀਮੈਂਟ ਦੇ ਵਿੱਚ ਦੂਰਦਰਸ਼ਨ ਸਾਰੀਆਂ ਘਟਨਾਵਾਂ ਉਹ ਦਿਖਾਉਂਦਾ ਤੇ ਬਾਕੀ ਸਾਰੇ TV ਚੈਨਲ ਉਹਦੇ ਤੋਂ ਦੇਖ ਕੇ ਅੱਗੇ ਲਾਈਵ ਟੈਲੀਕਾਸਟ ਕਰੀ ਜਾਂਦੇ ਨੇ। ਇਸੇ ਤਰ੍ਹਾਂ ਚਾਹੇ 15 ਅਗਸਤ ਤੇ 26 ਜਨਵਰੀ ਦੀ ਪਰੇਡ ਹੋਵੇ, ਜਿਹੜਾ ਇੱਕ ਅਫੀਸ਼ੀਅਲ ਚੈਨਲ ਹੈ ਉਹ ਕਰਦਾ ਤੇ ਬਾਕੀ ਦੇ ਅੱਗੇ ਕਰੀ ਜਾਂਦੇ ਨੇ। ਤਾਂ ਦਰਬਾਰ ਸਾਹਿਬ ਤੇ ਵੀ ਇਹ ਡਿਮਾਂਡ ਬਾਰ-ਬਾਰ ਹੋਈ ਹੈ ਔਰ ਇਦੋਂ ਪਹਿਲਾਂ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਵੀ ਸੀ ਔਰ SGPC ਦੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਸੀ, ਸਾਡੀ ਐਗਜੈਕਟਿਵ 'ਚ ਫੈਸਲਾ ਹੋਇਆ ਕਿ ਅਸੀਂ ਬਹੁਤ ਜਲਦੀ ਸ਼੍ਰੋਮਣੀ ਕਮੇਟੀ ਦਾ ਜਿਹੜਾ YouTube ਚੈਨਲ ਹੈ ਉਹਨੂੰ ਐਕਟਿਵ ਕਰਨ ਜਾ ਰਹੇ ਹਾਂ। ਮੈਨੂੰ ਤਾਂ ਲੱਗਦਾ YouTube ਵੀ ਕਿਉਂ, ਸ਼੍ਰੋਮਣੀ ਕਮੇਟੀ ਕੋਲ ਤਾਂ ਆਪਣੇ ਕੋਲ ਵੀ ਫੰਡਜ ਵੀ ਬਾਕੀ ਚੀਜ਼ਾਂ ਵੀ ਨੇ, ਕੱਲਾ ਗੁਰਬਾਣੀ ਦਾ ਕੁਐਸਚਨ ਨਹੀਂ। ਉਹਨਾਂ ਨੂੰ ਕਈ ਬਹੁਤ ਵਾਰ ਆਪਣਾ ਨੈਰੇਟਿਵ ਪਬਲਿਕ ਸਾਹਮਣੇ ਰੱਖਣ ਦੇ ਲਈ ਆਪਣੇ ਬਿਆਨ, ਉਹਦੀ ਵੀ ਲੋੜ ਹੈ ਬਥੇਰੀ ਵਾਰੀ, ਉਹ ਨਹੀਂ ਹੁੰਦਾ।
ਤਾਂ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇਹ ਇੱਕ ਸਿੱਖ ਜਜ਼ਬਾਤਾਂ ਦਾ ਸਵਾਲ ਹੈ। ਤੇ ਇਹਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਵੀ ਕਿਹਾ ਸੀਗਾ, ਜਦੋਂ ਇੱਕ ਪਹਿਲੇ ਬਿਆਨ 'ਚ, ਕਿ ਅਸੀਂ ਸਾਰਾ ਜਿਹੜਾ ਤੁਹਾਡੇ ਲੌਜਿਸਟਿਕਸ ਨੇ, ਕਿੰਨੀਆਂ ਮਸ਼ੀਨਾਂ ਚਾਹੀਦੀਆਂ ਨੇ, ਕਿੰਨੇ ਪੈਸੇ, ਜੋ ਵੀ ਹੈ ਅਸੀਂ ਕਰਨ ਲਈ ਤਿਆਰ ਆ, ਤੇ ਤੁਸੀਂ ਅੱਗੇ ਸਾਰੇ ਲੋਕਾਂ ਨੂੰ ਜਾਣ ਦਿਓ, ਉਸ ਪੱਧਰ ਦੇ ਉੱਤੇ ਰਿਲੇ ਕਰਨ ਦਾ ਮੌਕਾ ਦਿਓ। ਹੁਣ ਦੁਬਾਰਾ ਉਹ ਦੁਹਰਾਇਆ ਗਿਆ, ਪਹਿਲਾਂ ਵੀ ਸੀ ਤੇ ਉਹ ਦੁਹਰਾਇਆ ਵੀ। ਮੇਰੇ ਖਿਆਲ ਇੱਕ ਕਾਰਨ ਤਾਂ ਇਹਦਾ ਇਹ ਵੀ ਹੋ ਸਕਦਾ ਜੇ ਤੁਰੰਤ ਦਾ ਆ ਜੇ ਕੁਝ ਦਿਨਾਂ ਦੇ ਵਿੱਚ ਹੀ ਇੱਕ ਰਿਊਮਰ ਚੱਲ ਹੀ ਰਿਹਾ ਕਿ ਜਥੇਦਾਰ ਸਾਹਿਬ ਰਹਿਣਗੇ, ਨਹੀਂ ਰਹਿਣਗੇ, ਕੀ ਹੋਏਗਾ ਕੀ ਨਹੀਂ। ਫਿਰ ਉਹ ਸਾਰੀਆਂ ਚੀਜ਼ਾਂ ਦਾ ਬਾਕੀ ਦੇ ਮਾਹੌਲ ਵੀ ਅੱਗੇ ਤੁਰ ਪੈਂਦੇ ਨੇ। ਉਦੋਂ ਅੱਗੇ ਗੱਲਾਂ ਕਾਰਜਕਾਰੀ ਜਥੇਦਾਰੀ ਕਿਉਂ ਨੇ, ਫਿਰ ਰੈਗੂਲਰ ਕਿਉਂ ਨਹੀਂ ਹੈ। ਉਦੋਂ ਅਗਲੇ ਸਵਾਲ ਇਹ ਹੈ ਵੀ ਉਹ ਕੋਈ ਟਾਈਮ ਫਰੇਮ ਵੀ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਇਹ ਸਾਰੀਆਂ ਗੱਲਾਂ ਜਦੋਂ ਜਦੋਂ ਚੱਲਦੀਆਂ ਨੇ ਤਾਂ ਉਹਦੇ 'ਚ ਇੱਕ ਛੋਟਾ ਜਿਹਾ ਇਹੋ ਜਿਹਾ ਦਾਖਲ ਜਿਹੜਾ ਭਾਵਨਾਤਮਕ ਬਹੁਤ ਆ, ਪਰ ਪੈਸੇ ਬਹੁਤ ਘੱਟ ਖਰਚ ਆਉਣੇ ਨੇ। ਇਸ ਭਾਵ ਮੇਰਾ ਖਿਆਲ ਕੋਈ ਮਾੜੀ ਗੱਲ ਨਹੀਂ ਜੇਕਰ ਸਰਕਾਰ ਇਹ ਆਫਰ ਕਰਦੀ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਤੇ ਜਥੇਦਾਰ ਸਾਹਿਬ ਨੂੰ, ਇਹ ਦੋਨਾਂ ਦੇ ਵਿੱਚ ਪਾਲੇ 'ਚ ਹੁਣ ਗੇਂਦ ਹੈ ਮੇਰੇ ਖਿਆਲ ਜ਼ਿਆਦਾਤਰ। ਤੇ ਸ਼੍ਰੋਮਣੀ ਕਮੇਟੀ ਕੀ ਫੈਸਲਾ ਲੈਂਦੀ ਹੈ ਇਹ ਉਹਦੇ ਤੇ ਨਿਰਭਰ ਕਰੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਬਿਲਕੁਲ ਠੀਕ ਹੈ, ਤੁਸੀਂ ਇੱਕ ਬਹੁਤ ਅਹਿਮ ਮੁੱਦਾ ਨਾਲ ਹੀ ਲਿਆ ਕਿ ਰੌਲਾ ਤਾਂ ਬਹੁਤ ਸੀ ਜਿੱਥੇ ਕੁਝ ਨਿਕਲਿਆ ਨਹੀਂ। ਮੇਰੇ ਕੋਲ ਬਿਲਕੁਲ ਸੂਚਨਾ ਹੈ, ਇਹ ਖਸੂਸੀ ਸੂਚਨਾ ਹੈ ਕਿ ਜਥੇਦਾਰ ਸਾਹਿਬ ਕਿਸੇ ਦਿਨ ਵੀ ਆਪਣਾ ਸ਼੍ਰੀ ਅਕਾਲ ਤਖਤ ਸਾਹਿਬ ਵਾਲਾ ਕਾਰਜਕਾਰੀ ਕਾਰਜ ਭਾਗ ਛੱਡ ਸਕਦੇ ਨੇ, ਔਰ ਉਸ ਦਿਨ ਮੀਡੀਆ ਦੀ ਕੋਈ ਚਰਚਾ ਨਹੀਂ ਹੋਊਗੀ। ਅਚਨਚੇਤ ਹੀ ਸਭ ਕੁਝ ਵਾਪਰੂਗਾ ਔਰ ਤਖਤ ਦਮਦਮਾ ਸਾਹਿਬ ਦੇ ਵਿੱਚ ਉਹ ਜਥੇਦਾਰ ਬਣੇ ਰਹਿਣਗੇ। ਇਹ ਇਸ ਤਰ੍ਹਾਂ ਹੀ ਹੋਣਾ ਹੈ। ਪਹਿਲਾਂ ਵੀ ਲਗਭਗ ਸਹਿਮਤੀ ਬਣ ਚੁੱਕੀ ਸੀ, ਜਥੇਦਾਰ ਸਾਹਿਬ ਆਪਣਾ ਇਹ ਕਾਰਜਭਾਰ ਛੱਡਣ ਨੂੰ ਲਗਭਗ ਤਿਆਰ ਹੋ ਗਏ ਸੀਗੇ, ਔਰ ਇਸ ਸੰਬੰਧੀ ਲੋੜੀਂਦੀ ਚਿੱਠੀ ਸ਼ਾਇਦ ਜੇ ਇੰਨਾ ਰੌਲਾ ਨਾ ਪੈਂਦਾ ਤੇ ਉਹ ਤੁਰੰਤ ਸ਼ਾਇਦ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੱਕ ਜਾਂ ਪ੍ਰਧਾਨ ਸਾਹਿਬ ਨੂੰ ਪੁੱਛਦੀ ਕਰ ਦਿੰਦੇ। ਕੁਝ ਦੇਰ ਲਈ ਇਸ ਸਾਰੇ ਮਾਮਲੇ ਨੂੰ ਰੋਕਿਆ ਗਿਆ ਕਿਉਂਕਿ ਇਹ ਲੋੜ ਤੋਂ ਜ਼ਿਆਦਾ ਵੱਡਾ ਹੋ ਗਿਆ ਸੀ। ਲੇਕਿਨ ਮੁੱਖ ਮੰਤਰੀ ਨੇ ਸਰਦਾਰ ਜਗਤਾਰ ਸਿੰਘ ਜੀ ਜਦੋਂ ਕਹਿੰਦੇ ਨਾ ਕਿ ਸਾਂਝੀਵਾਲਤਾ ਦੀ ਪ੍ਰਤੀਕ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਪਵਿੱਤਰ ਗੁਰਬਾਣੀ ਦੇ ਪ੍ਰਸਾਰਨ ਹੱਕ ਸਿਰਫ ਇੱਕ ਖਾਸ ਚੈਨਲ ਨੂੰ ਹੀ ਕਿਉਂ ਦਿੱਤੇ ਜਾਂਦੇ ਨੇ, ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਕਰਨ ਲਈ ਮੁਫਤ ਅਧਿਕਾਰ ਮਿਲਣੇ ਚਾਹੀਦੇ ਨੇ। ਪੰਜਾਬ ਸਰਕਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਧੁਨਿਕ ਉਪਕਰਨਾਂ ਦਾ ਸਾਰਾ ਖਰਚਾ ਕਰਨ ਨੂੰ ਤਿਆਰ ਹੈ। ਇਹਦੇ ਅਰਥਾਂ ਨੂੰ ਕਿਵੇਂ ਸਮਝੀਏ? ਬੜੇ ਸਾਲਾਂ ਤੋਂ ਇਹ ਇਸ਼ੂ ਪਬਲਿਕ ਡੋਮੇਨ 'ਚ ਹੈ ਤੇ ਕੰਟਰੋਵਰਸ਼ੀਅਲ ਹੈ। ਇਸ ਵੇਲੇ ਪੀਟੀਸੀ ਗਰੁੱਪ ਦੀ ਮੋਨੋਪੋਲੀ ਹੈ ਗੁਰਬਾਣੀ ਤੇ ਇੱਕ ਜਿਹੜਾ ਅਰੇਂਜਮੈਂਟ ਰਿਕਾਰਡ ਤੇ ਹੈ ਉਹਦੇ 'ਚ ਇਹ ਸੀ ਕਿ ਪੀਟੀਸੀ ਹਰ ਸਾਲ ਐਜੂਕੇਸ਼ਨ ਫੰਡ ਦੇ ਵਿੱਚ ਕੁਝ ਕੰਟਰੀਬਿਊਸ਼ਨ ਦੇ ਕੇ, ਮੈਨੂੰ ਹੁਣ ਖਿਆਲ ਨਹੀਂ ਕਿ ਐਗਜ਼ੈਕਟ ਹੁਣ ਕਿੰਨੀ ਅਮਾਊਂਟ ਅੱਗੇ ਤਾਂ 1.5 ਕਰੋੜ ਕਿਸੇ ਵੇਲੇ ਹੁੰਦੀ ਸੀਗੀ, ਗੁਰਬਾਣੀ ਵੇਚੀ ਨਹੀਂ ਜਾ ਸਕਦੀ। ਤੇ ਇਹ ਪ੍ਰਚਾਰ ਪ੍ਰਸਾਰ ਇਹ ਹੈ ਸਾਰਾ ਕੁਛ। ਆਪਾਂ ਕਈ ਵਾਰੀ ਓਵਰਲੁੱਕ ਕਰ ਜਾਂਦੇ ਹਾਂ ਬਈ ਜਿਹੜੇ ਅਕਾਲੀ ਦਲ ਦੇ ਮੈਨੀਫੈਸਟੋ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੇ ਇਲੈਕਸ਼ਨ ਦੇ 2011 ਦੇ ਵਿੱਚ ਵੀ ਸ਼ਾਇਦ ਸੀ ਤੇ 1996 ਦੇ ਵਿੱਚ ਵੀ ਸੀ ਕਿ ਪਾਰਟੀ SGPC ਵਾਸਤੇ ਵੱਖਰਾ ਗੁਰਬਾਣੀ ਰਿਲੇ ਕਰਦਾ ਚੈਨਲ SGPC ਖੁਦ ਬੜਾ ਆਪਣਾ ਇੰਸਟਾਲ ਕਰੇਗੀ। ਇਹ ਅਕਾਲੀ ਦਲ ਦੇ ਮੈਨੀਫੈਸਟੋ ਦਾ ਪਾਰਟ ਹੈ ਤੇ ਅਕਾਲੀ ਦਲ ਹੀ ਲਗਾਤਾਰ ਇਹ ਇਲੈਕਸ਼ਨਾਂ ਜਿੱਦਾਂ ਆ ਰਿਹਾ ਹੈ। ਮੈਨੂੰ ਹੈਰਾਨੀ ਹੈ ਕਿ ਅਕਾਲੀ ਦਲ ਆਪਣੇ ਹੀ ਮੈਨੀਫੈਸਟੋ ਦੀ ਇਹ ਕਲਾਸ ਇੰਪਲੀਮੈਂਟ ਨਹੀਂ ਕਰ ਰਿਹਾ। ਮੈਂ ਬਾਕੀ ਕੰਟਰੋਵਰਸੀ 'ਚ ਪੈਂਦਾ ਹੀ ਨਹੀਂ, ਮੈਂ ਤਾਂ ਸਿਰਫ ਇਸ ਪਾਰਟੀ ਨੂੰ ਇਹ ਯਾਦ ਕਰਾ ਰਿਹਾ ਕਿ ਭਾਈ ਇਹ ਤੁਹਾਡੀ ਆਪਣਾ ਹੀ ਪ੍ਰੋਮਿਸ ਲੋਕਾਂ ਨਾਲ ਹੈ ਕਿ SGPC ਆਪਣਾ ਚੈਨਲ ਲਾਂਚ ਕਰੇਗੀ। ਨਹੀਂ ਸਰਦਾਰ ਜਗਤਾਰ ਸਿੰਘ ਜੀ, ਥੋੜਾ ਜਿਹਾ ਉੱਤੋਂ ਪਿੱਛੇ ਜਾਇਓ, ਤੁਸੀਂ ਤਾਂ ਇਤਿਹਾਸ ਸਾਂਭ ਕੇ ਵੀ ਰੱਖਦੇ ਹੋ, ਤੁਹਾਡੇ ਕੋਲ ਤੱਥ ਬੜੇ ਹੁੰਦੇ ਨੇ। ਕਿ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਵੀ ਭਾਰਤ ਸਰਕਾਰ ਕੋਲੋਂ ਇਹ ਮੰਗ ਸੀਗੀ ਕਿ ਸਾਨੂੰ ਜਿਹੜਾ ਗੁਰਬਾਣੀ ਪ੍ਰਸਾਰਨ ਲਈ ਟਰਾਂਸਮੀਟਰ ਲਾਉਣ ਦੀ ਜਾਂ ਟਰਾਂਸਮੀਟਰ ਸਪੈਸ਼ਲ ਕੋਈ ਇਹੋ ਜਿਹਾ ਲਾਇਆ ਜਾਵੇ, ਕੋਈ ਇਹ ਵੀ ਮੰਗ ਉਦੋਂ ਤੋਂ ਤੁਰੀ ਆਉਂਦੀ? ਨਹੀਂ, ਫਿਰ ਮੈਂ ਤੁਹਾਨੂੰ ਪੂਰਾ ਇਤਿਹਾਸ ਹੀ ਦੱਸ ਦਿੰਦਾ ਨਾ ਸਾਰਾ। ਇਹ ਮੰਗ ਉੱਠੀ ਸੀ ਪਹਿਲਾਂ ਕਿ ਦਰਬਾਰ ਸਾਹਿਬ ਤੋਂ, ਉਦੋਂ ਤਾਂ ਇਹ ਚੈਨਲ ਸੁਣਦੀਆਂ ਹੀ ਨਹੀਂ ਸੀ ਨਾ, ਉਹ ਤਾਂ ਦੂਰਦਰਸ਼ਨ ਵੀ ਬਹੁਤ ਲਿਮਟਿਡ ਕੰਮ ਹੁੰਦਾ ਸੀਗਾ। ਉਹ ਸੀ ਕਿ ਆਪਣੇ ਆਲ ਇੰਡੀਆ ਰੇਡੀਓ ਤੋਂ ਗੁਰਬਾਣੀ ਰਿਲੇ ਕਰਨ ਦੀ ਪਰਮਿਸ਼ਨ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਇਹ ਦਿੱਤੀ ਜਾਵੇ, ਤੇ ਉਦੋਂ ਪ੍ਰਾਈਵੇਟ ਰੇਡੀਓ ਵੀ ਨਹੀਂ ਹੁੰਦਾ ਸੀਗਾ। ਇਹ ਬਹੁਤ ਵੱਡਾ ਇਸ਼ੂ ਬਣ ਗਿਆ ਸੀਗਾ। ਤੇ 1979 ਦੇ ਵਿੱਚ ਇਹ ਸਿਰਫ ਅਕਾਲੀ ਦਲ ਨੇ ਤੇ SGPC ਨੇ ਹੀ ਟੇਕਅਪ ਨਹੀਂ ਸੀ ਕੀਤਾ। ਇਹ ਆਪਣੇ ਨਨਕਾਣਾ ਸਾਹਿਬ ਫਾਊਂਡੇਸ਼ਨ ਵਾਲੇ ਗੰਗਾ ਸਿੰਘ ਢਿੱਲੋਂ, ਉਹ ਵੀ ਸਾਰੇ ਇਹਦੇ ਵਿੱਚ ਇੱਕ ਸਹਿਤ ਇਨਵੋਲਵ ਸੀ। ਫਿਰ ਡਾਕਟਰ ਜਗਜੀਤ ਸਿੰਘ ਚੌਹਾਨ,
ਉਹਨਾਂ ਨੇ ਇਹਦੇ 'ਚ ਇੰਟਰਸਟ ਲਿਆ ਤੇ ਉਹਨਾਂ ਦਾ ਸ਼ਾਇਦ ਉਦੋਂ ਰੈਵੋਲੂਸ਼ਨਰੀ ਅਕਾਲੀ ਦਲ ਹੁੰਦਾ ਸੀ ਤੇ ਉਹਨਾਂ ਦੇ ਜਨਰਲ ਸੈਕਟਰੀ ਹੁੰਦੇ ਸੀ ਗੁਰਜੀਤ ਸਿੰਘ ਬੁੱਧੀ ਰਾਜ। ਉਹਨਾਂ ਨੇ ਇੱਕ ਕਮਾਲ ਦਾ ਆਪਰੇਸ਼ਨ ਕੀਤਾ 1979, ਰੇਡੀਓ ਗੋਲਡਨ ਟੇਪਰ ਕਾਰਪੋਰੇਸ਼ਨ ਇਹ ਨਾਂ ਰੱਖਿਆ ਤੇ ਉਹਨਾਂ ਨੇ ਇੱਕ ਟਰਾਂਸਮੀਟਰ ਅੰਦਰ ਲਿਜਾਣ ਦੇ ਵਿੱਚ ਉਹ ਕਾਮਯਾਬ ਹੋ ਗਏ ਤੇ ਉਹਦਾ ਐਂਟੀਨਾ ਲਾਇਆ ਜਿਹੜਾ ਬੁੰਗਾ ਰਾਮਗੜੀਆ ਦਾ ਟਾਵਰ ਹੈ ਉਹਦੇ ਉੱਤੇ ਚੜ ਕੇ ਜੀ। ਉਹ ਸਾਡੇ ਵਰਗੇ ਜਰਨਲਿਸਟ ਵੀ ਨਾਲ ਸੀ ਵਿੱਚ ਉਹਦੇ ਤੁਰੇ ਫਿਰਦੇ। ਜਦੋਂ ਉਹ ਟਰਾਂਸਮੀਟਰ ਅੰਦਰ ਲੈ ਕੇ ਅਰਜਨ ਸਿੰਘ ਬੁੱਧੀ ਰਾਜਾ ਦੇ ਸਿਰ ਤੇ ਰੱਖਿਆ ਹੋਇਆ ਸੀਗਾ, ਉਹ ਪਤਾ ਨਹੀਂ ਲੱਗਿਆ ਵੀ ਇਹ ਟਰਾਂਸਮੀਟਰ ਅੱਗੇ ਕੀ ਹੈ। ਉਹ ਅੰਦਰੋਂ ਪ੍ਰਸਾਰਣ ਸ਼ੁਰੂ ਕੀਤਾ ਤੇ 200 ਮੀਟਰ ਦੇ ਰੇਡੀਅਸ ਦੇ ਵਿੱਚ ਉਹ ਬਾਹਰ ਸੁਣ ਰਿਹਾ ਸੀ। ਇੰਟੈਲੀਜੈਂਸ ਵਾਲੇ ਬਾਹਰ ਸੁਣ ਰਹੇ ਸੀ ਰੇਡੀਓ ਆਪਣੇ ਉਸ ਫ੍ਰੀਕੁਐਂਸੀ ਤੇ ਇੱਕ ਪ੍ਰਕਰਮ ਇੱਕ ਕਵਰੇਜ ਉਹਨੂੰ ਆਪਰੇਟ ਕੀਤਾ ਜਾ ਰਿਹਾ ਸੀ। ਉਹ ਬਿਗਨਿੰਗ ਸੀ ਉਸ। ਹੁਣ ਕਈ ਵਾਰੀ ਜਦੋਂ ਪਿੱਛੇ ਮੁੜ ਕੇ ਦੇਖਦੇ ਆ ਇਹ ਬੜੀ ਅਜੀਬ ਗੱਲ ਲੱਗਦੀ ਹੈ ਕਿ ਉਸ ਵੇਲੇ ਇੱਕ ਕਿੰਨੀ ਵੱਡੀ ਡਿਮਾਂਡ ਸੀ ਤੇ ਉਸ ਤੋਂ ਬਾਅਦ ਜਦੋਂ ਪ੍ਰਾਈਵੇਟਾਈਜੇਸ਼ਨ ਆ ਗਈ ਹੁਣ ਖੁੱਲੀ ਖੇਡ ਹੈ। ਸੋ ਇਹ ਬੈਕਗ੍ਰਾਉਂਡ ਇੱਕ ਹੈਗੀ। ਉਦੋਂ ਸਰਕਾਰ ਤੋਂ ਮੰਗ ਰੱਖੀ ਗਈ ਸੀ। ਇਹ ਅਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਨਹੀਂ ਸੀਗੀ, ਇਹ ਬਾਅਦ ਦੇ ਵਿੱਚ ਉੱਠੀ ਸੀ। ਅੱਛਾ। ਤੇ ਜਦੋਂ ਧਰਮਯੁੱਧ ਮੋਰਚਾ ਚੱਲਿਆ ਉਹਦੀ ਇੱਕ ਮੰਗ ਸੀ ਜਿਹੜੀ ਮਿਸਰੀ ਗਾਂਧੀ ਨੇ ਮੰਨ ਲਈ ਸੀ। ਜਿਹੜੀ ਜਦੋਂ 3 ਆਪਣੇ ਧਾਰਮਿਕ ਮੰਗਾਂ ਉਹਨੇ ਮੰਨੀਆਂ ਉਹਦੇ ਵਿੱਚ ਇਹ ਮੰਗ ਮੰਨ ਲਈ ਗਈ ਸੀ ਤੇ ਦਰਬਾਰ ਸਾਹਿਬ ਚੋਂ ਗੁਰਬਾਣੀ ਰਿਲੇ ਸ਼ੁਰੂ ਹੋ ਗਈ ਸੀ। ਉਹ ਰੇਡੀਓ ਤੋਂ ਹੁੰਦੇ ਸੀ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ। ਉਹਦੀ ਬੈਕਗ੍ਰਾਉਂਡ ਇਹ ਹੈ। ਫਿਰ ਜਦੋਂ ਇਹ ਚੈਨਲ ਆ ਗਈਆਂ ਤੇ ਅਕਾਲੀ ਦਲ ਨੇ ਇਹ ਆਪਣੇ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਕਿ ਅਸੀਂ ਆਪਣੀ ਚੈਨਲ ਲਾਂਚ ਕਰਾਂਗੇ। ਇਹ ਟਰਾਂਸਮਿਸ਼ਨ ਦਾ ਕੰਮ ਪਹਿਲਾਂ ਸ਼ੁਰੂ ਹੋਇਆ ਜਦੋਂ ਜਥੇਦਾਰ ਗੁਰਚਰਨ ਸਿੰਘ ਕੌੜਾ ਪ੍ਰਧਾਨ ਸੀਗੇ ਉਸ ਵੇਲੇ ਤੋਂ। ਤੇ ਜਦੋਂ ਬੀਬੀ ਜਗੀਰ ਕੌਰ ਆਉਂਦੇ ਹੈ ਪ੍ਰਧਾਨ ਬਣਦੇ ਹੈ ਉਦੋਂ ਮਤਲਬ ਕੁਛ ਦੇਰ ਹੀ ਚੱਲਿਆ ਸੀ ਅਰੇਂਜਮੈਂਟ ਪਹਿਲਾਂ। ਤੇ ਜਦੋਂ ਬੀਬੀ ਆਏ ਜਗੀਰ ਕੌਰ ਆਏ ਤੇ ਇਹਨਾਂ ਕੋਲੇ ਕਾਫਰ ਬਾਹਰੋਂ ਸਿੱਖਾਂ ਤੋਂ ਆਈ ਕਿ ਅਸੀਂ ਤੁਹਾਨੂੰ ਇਕਵਿਪਮੈਂਟ ਡੋਨੇਟ ਕਰ ਦਿੰਦੇ ਹਾਂ ਤੇ ਤੁਸੀਂ ਅੱਗੇ ਸਿਗਨਲ ਡਿਸਟ੍ਰੀਬਿਊਟ ਕਰੋ। ਜਿਸ ਤਰ੍ਹਾਂ ਹੁਣ ਸੰਸਦ ਟੀਵੀ ਹੈ ਉਹ ਸਿਗਨਲ ਅੱਗੇ ਡਿਸਟ੍ਰੀਬਿਊਟ ਕਰਦੇ ਨੇ, ਮੋਨੋਪੋਲੀ ਰਾਈਟਸ ਉਹਨਾਂ ਕੋਲ। ਤੇ ਜਿਹੜਾ ਅਕਾਲੀ ਦਲ ਦਾ ਪ੍ਰੋਮਿਸ ਸੀਗਾ ਉਹ ਵੀ ਇਹ ਸੀ ਕਿ ਅਸੀਂ ਆਪਣੀ ਚੈਨਲ SGPC ਲਾਂਚ ਕਰੇਗੀ ਤੇ ਉਹ ਅੱਗੇ ਸਿਗਨਲ ਡਿਸਟ੍ਰੀਬਿਊਟ ਕਰੇਗੀ। ਬੇਸਿਕ ਅਰੇਂਜਮੈਂਟ ਇਹ ਰੱਖਿਆ ਜਾਣਾ ਸੀਗਾ। ਲੇਕਿਨ ਹੋਇਆ ਉਲਟ। ਅਲਟੀਮੇਟਲੀ ਮੋਨੋਪੋਲੀ ਰਾਈਟਸ PTC ਚੈਨਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਚੈਨਲ ਹੈ ਉਹਨੂੰ ਮਿਲ ਗਏ ਤੇ ਹੁਣ ਤੱਕ ਉਹਨਾਂ ਕੋਲ ਹੀ ਹੈ। ਬੜੇ ਸਾਲਾਂ ਤੋਂ ਇਹ ਰੌਲਾ ਚੱਲਦਾ ਆ ਰਿਹਾ। ਹੁਣ 6 ਸਾਲ ਪਹਿਲਾਂ ਵੀ ਜਦੋਂ ਕਿਸੇ ਖਾਸ ਕੰਟੈਸਟ ਦੇ ਵਿੱਚ ਰੌਲਾ ਪਿਆ ਸੀ ਜੋ ਜਥੇਦਾਰ ਅਕਾਲ ਤਖਤ ਨੇ ਡਾਇਰੈਕਸ਼ਨ ਦਿੱਤੀ SGPC ਨੂੰ ਕਿ ਤੁਸੀਂ PTC ਦਾ ਕੰਟਰੈਕਟ ਖਤਮ ਕਰੋ ਤੇ ਆਪਣਾ ਚੈਨਲ ਸ਼ੁਰੂ ਕਰੋ। ਤੇ ਉਦੋਂ SGPC ਨੇ ਵੀ ਕਿਹਾ ਸੀ ਕਿ ਅਸੀਂ ਇੰਨੀ ਦੇਰ ਦੇ ਵਿੱਚ ਸ਼ੁਰੂ ਕਰ ਦਿਆਂਗੇ। ਲੇਕਿਨ ਗੱਲ ਉੱਥੇ ਹੀ ਖੜੀ ਹੈ। ਇਹ ਕਿਹਦੇ ਇੰਟਰਸਟ ਇੰਨੇ ਵੈਸਟਰਨ ਇੰਟਰਸਟਡ ਕਿਉਂ ਹੈਗੇ? ਮੇਰੇ ਖਿਆਲ ਦੇ ਵਿੱਚ ਜਦੋਂ ਇੰਨੀ ਕੰਟਰੋਵਰਸ਼ਲ ਹੋ ਜਾਏ ਔਰ ਅਕਾਲੀ ਦਲ ਰਿਵਾਈਵਲ ਵਾਸਤੇ ਹੱਥ ਪੈਰ ਮਾਰ ਰਿਹਾ ਉਦੋਂ ਸੁਖਬੀਰ ਸਿੰਘ ਬਾਦਲ ਨੂੰ ਘੱਟੋ-ਘੱਟ ਇਹੋ ਜਿਹੇ ਕੰਟਰੋਵਰਸੀ ਚੋਂ ਆਪਣੇ ਆਪ ਨੂੰ ਬਾਹਰ ਕੱਢ ਲੈਣਾ ਚਾਹੀਦਾ ਹੈ। ਬਿਜ਼ਨਸ ਇੰਟਰਸਟ ਆਪਣੀ ਥਾਂ ਤੇ ਹੁੰਦੇ ਆ ਤੇ ਪਾਰਟੀ ਆਪਣੀ ਥਾਂ ਤੇ ਹੁੰਦੀ ਹੈ। ਇਹ ਠੀਕ ਹੈ ਕਿ ਉਹ 12-13 ਚੈਨਲ ਚਲਾ ਰਹੇ ਉਹਨਾਂ ਦਾ ਗਰੁੱਪ, ਲੇਕਿਨ ਜਦੋਂ ਕਲੈਸ਼ ਆਫ ਇੰਟਰਸਟ ਆ ਜਾਏ ਮੇਰੇ ਖਿਆਲ 'ਚ ਪਾਰਟੀ ਪ੍ਰਧਾਨ ਨੂੰ ਖੁਦ ਹੀ ਇਹ 'ਚ ਵਿਡਰਾ ਕਰ ਜਾਣਾ ਚਾਹੀਦਾ ਹੈ। SGPC ਆਪਣੀ ਚੈਨਲ ਲਾਂਚ ਕਰੇ। ਮੈਂ ਹੁਣ ਉਹਨਾਂ ਜਿਹੜੇ ਭਗਵੰਤ ਮਾਨ ਹੋਰਾਂ ਨੇ ਟਵੀਟ ਕੀਤੀ ਹੈ ਇਹਨਾਂ ਨੇ ਕਿਹਾ ਵੀ ਅਸੀਂ ਖਰਚਾ ਦੇਣ ਨੂੰ ਤਿਆਰ ਹਾਂ। ਖਰਚੇ 2 ਤਰ੍ਹਾਂ ਦੇ ਹੁੰਦੇ ਆ, ਇੱਕ ਤਾਂ ਤੁਹਾਡਾ ਇਕਵਿਪਮੈਂਟ ਹੈ, ਦੂਸਰਾ ਉਹਦੇ ਰਨਿੰਗ ਕਾਸਟ ਜ਼ਿਆਦਾ ਹੈਗੀ ਹੈ। ਇਕਵਿਪਮੈਂਟ ਤਾਂ ਇਹ ਜੇ SGPC ਇੱਕ ਅਪੀਲ ਕਰੇ ਤੇ ਬਾਹਰੋਂ ਜਿਹੜੇ ਸੰਗਤ ਬੈਠੀ ਹੈ ਉਹ ਨਾਲ ਹੀ ਲੇਟੈਸਟ ਇਕਵਿਪਮੈਂਟ ਇਹਨਾਂ ਨੂੰ ਡੋਨੇਟ ਕਰ ਦੇਣਗੇ। ਔਰ ਦਿੱਕਤ ਹੀ ਨਹੀਂ ਹੈ। ਗੱਲ ਤਾਂ ਇਨੀਸ਼ੀਏਟਿਵ ਲੈਣ ਦੀ ਫੈਸਲਾ ਇਨ ਪ੍ਰਿੰਸੀਪਲ ਲੈਣ ਦਾ ਹੈ ਕਿ ਅਸੀਂ ਇਹ ਕੰਮ ਕਰਨਾ ਹੈ। ਉਸ ਤੋਂ ਬਾਅਦ ਇੱਕ ਦੂਸਰਾ ਪਾਰਟ ਹੈ ਕਿਹੜੀ ਚੈਨਲ ਇਹ ਗੁਰਬਾਣੀ ਟੈਲੀਕਾਸਟ ਕਰਨ ਨੂੰ ਤਿਆਰ ਹੈ। ਇਹ ਵੀ ਗੱਲ ਦੇਖਣ ਵਾਲੀ ਹੈ। ਕੰਮ ਇਹਨਾਂ ਸਿੰਪਲ ਨਹੀਂ ਹੈ। ਇਹਦੇ ਬੜੀਆਂ ਅੱਗੇ ਐਂਟਰੀ ਕੇਸਿਸ ਹੈਗੀਆਂ ਕਿਉਂਕਿ ਜਿਹੜੀ ਵੀ ਚੈਨਲ ਟੈਲੀਕਾਸਟ ਕਰੇਗੀ ਉਹਦਾ ਇੱਕ ਨਾਰਮ ਬਣੀ ਹੋਈ ਹੈ ਕਿ ਗੁਰਬਾਣੀ ਤੋਂ ਅੱਧਾ ਘੰਟਾ ਪਹਿਲਾਂ ਤੇ ਅੱਧਾ ਘੰਟਾ ਬਾਅਦ ਕਿਸ ਤਰ੍ਹਾਂ ਦੇ ਪ੍ਰੋਗਰਾਮ ਉਹ ਚੈਨਲ ਚਲਾਏਗੀ। ਇਹ PTC ਦੇ ਵਿੱਚ ਵੀ ਹੈ। ਕਿਹੋ ਜਿਹੇ ਐਡ ਆਉਣਗੇ, ਕੀ ਹੋਏਗਾ, ਐਡ ਵੀ ਨਹੀਂ ਚੱਲ ਸਕਦੇ। ਉਹ ਸਾਰਾ ਅਰੇਂਜਮੈਂਟ ਹੈ। ਲੇਕਿਨ ਪਹਿਲਾਂ ਇਹ
SGPC फाइनेंस करे, अपना चैनल लांच करे ते अगे सिग्नल डिस्ट्रीब्यूट करे। उस तो बाद जिन्हें लेना है मेरे ख्याल वो ले लो। हाँ, ਇਹਦੇ ਚ ਇੱਕ ਗੱਲ ਮੈਂ ਥੋੜੀ ਜਿਹੀ ਕਲੀਅਰ ਕਰ ਦਿਆਂ। ਸਰਦਾਰ ਜਗਤਾਰ ਸਿੰਘ ਹੋਰਾਂ ਜਿਹੜੀ ਕਹੀ ਹੈ ਕਿ ਸਿੰਘ ਸਾਹਿਬ ਨੇ ਕਿਹਾ ਸੀ ਕਿ PTC ਬੰਦ ਕਰੋ ਤੇ ਆਪਣਾ ਚਲਾਓ। ਉਹਨਾਂ ਨੇ PTC ਦੇ ਬਾਰੇ ਚ ਕੁਝ ਨਹੀਂ ਸੀ ਕਿਹਾ, ਸਿਰਫ ਇੰਨਾ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣਾ ਚੈਨਲ ਸ਼ੁਰੂ ਕਰੇ ਤੇ ਗੁਰਬਾਣੀ ਪ੍ਰਸਾਰਨ ਇੱਥੋਂ 24 ਘੰਟੇ ਦਾ ਹੋਵੇ ਤੇ ਬਾਕੀ ਅਸੀਂ ਆਪਣੀਆਂ ਸਿੱਖ ਸਰਗਰਮੀਆਂ ਵੀ ਉਹਦੇ ਚੋਂ ਦਈਏ। ਔਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਸੀ ਕਿ ਉਦੋਂ ਜੂਨ ਆਉਣ ਵਾਲਾ ਸੀ, ਸਾਲ ਹੋ ਗਿਆ, ਅਸੀਂ ਜੂਨ ਦੇ ਜਿਹੜੇ ਸਮਾਗਮ ਹੁੰਦੇ ਆ ਉਹ ਘੱਲੂ ਘਾਰੇ ਦੇ ਦਿਨਾਂ ਤੇ ਉਹ ਵੀ ਪ੍ਰਸਾਰਿਤ ਕਰਨਾ ਚਾਹਾਂਗੇ। ਸਰਦਾਰ ਹਰਮੀਤ ਸਿੰਘ ਜੀ, ਵੀ ਵੱਡਾ ਸਵਾਲ, ਵੈਸੇ ਆਪਾਂ ਅਗਲੇ ਮੁੱਦੇ ਵੱਲ ਚੱਲਦੇ ਹਾਂ ਕਿ ਕੌਣ ਹੋਰ ਭੇਟਾ ਰੂਪ ਵਿੱਚ 2 ਕਰੋੜ ਰੁਪਇਆ ਸਾਲ ਦਾ ਦੇਣ ਦੇ ਸਮਰੱਥ ਹੈ। ਦੂਜੀ ਗੱਲ ਇਹ ਹੈ ਕਿ ਇਹਦੇ ਤੋਂ ਜਦੋਂ ਐਡ ਨਹੀਂ ਆਉਣੀ ਤੇ ਕੋਈ ਚੈਨਲ ਇਹਦੇ ਤੇ। ਪਰ ਤੀਜਾ ਸਵਾਲ ਇਹ ਵੀ ਹੈ ਕਿ ਜਦੋਂ ਅੱਜ ਖੁੱਲਾ ਬਾਜ਼ਾਰ ਵੀ ਹੈ ਟੀਵੀ ਚੈਨਲਾਂ ਦਾ ਔਰ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਸ਼੍ਰੋਮਣੀ ਕਮੇਟੀ ਖੁਦ ਇਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਕਰੇ ਔਰ ਜੇਕਰ ਇਹਦੇ ਲਈ ਡੋਨੇਸ਼ਨ ਰੂਪ ਦੇ ਵਿੱਚ ਸਮਾਨਾਂਤਰਿਕ ਪ੍ਰਬੰਧ ਕਰਦੇ ਕਿ ਗੁਰਬਾਣੀ ਪ੍ਰਸਾਰਨ ਲਈ ਜੇ ਕੋਈ ਡੋਨੇਸ਼ਨ ਦੇਣਾ ਚਾਹਵੇ ਸਿੱਖ ਤੇ ਉਹ ਇਸ ਅਕਾਊਂਟ 'ਚ ਪੈਸੇ ਪਾ ਸਕਦਾ। ਮੇਰੇ ਖਿਆਲ ਕਾਫੀ ਲੋਕ ਹੋਣਗੇ ਜਿਹੜੇ ਉਸ ਪ੍ਰਸਾਰਨ ਦੌਰਾਨ ਥੱਲੇ ਜਾ ਕੇ ਪੈਸੇ ਵੀ ਭੇਟ ਕਰ ਸਕਣਗੇ। ਇਹ ਸਾਰਿਆਂ ਦਾ ਪ੍ਰਬੰਧ ਹੁੰਦਾ। ਖੈਰ, ਮੈਂ ਅੱਗੇ ਜਾਣਾ ਚਾਹੂੰਗਾ। ਬਹੁਤ ਅਹਿਮ ਮਾਮਲਾ ਹੈ ਕਿ ਕੱਲ, ਕਿਉਂਕਿ ਤੁਹਾਡੀ ਗੱਲ ਵੀ ਹੋਈ ਹੈ ਐਸੋਸੀਏਸ਼ਨ ਦੇ ਲੋਕਾਂ ਨਾਲ, ਰੈਵਨਿਊ ਅਧਿਕਾਰੀ ਕੱਲ ਮਾਸ ਲੀਵ ਤੇ ਜਾ ਰਹੇ ਆ ਜਿਵੇਂ ਤੁਸੀਂ ਦੱਸਿਆ ਹੈ ਔਰ ਇਹ ਸਮੂਹਿਕ ਛੁੱਟੀ ਸਰਕਾਰ ਨੂੰ ਭਾਰੀ ਪੈਣ ਵਾਲੀ ਆ। ਰੈਵਨਿਊ ਦੇ ਨਜ਼ਰੀਏ ਤੋਂ ਵੀ, ਲੋਕਾਂ ਦੇ ਕੰਮਾਂ ਕਾਜਾਂ ਦੇ ਨਜ਼ਰੀਏ ਤੋਂ ਵੀ। ਇੱਕ ਦਿਨ ਤਹਿਸੀਲਾਂ ਬੰਦ ਹੋ ਜਾਣ ਔਖਾ ਹੋ ਜਾਂਦਾ ਮਾਮਲਾ। ਇੱਥੇ ਫਿਰ ਇੱਕ MLA ਦੀ ਧੌਂਸ ਦਾ ਦੱਸਿਆ ਜਾ ਰਿਹਾ, ਪਤਾ ਨਹੀਂ ਹੁਣ ਹੈ ਧੌਂਸ ਕਿ ਨਹੀਂ ਹੈ, ਕੀ ਕਾਰਨ ਹੈ? ਆਖਰ ਸਟ੍ਰਾਈਕ ਸਟੇਟ ਲੈਵਲ ਦੀ ਏਡੀ ਸੌਖਿਆਂ ਸ਼ੁਰੂ ਨਹੀਂ ਹੁੰਦੀ, ਜੇ ਹੋ ਰਹੀ ਆ ਤਾਂ ਕਾਫੀ ਕੋਈ ਸੀਰੀਅਸ ਗੱਲ ਹੋਊਗੀ, ਦੱਸਿਓ ਜ਼ਰਾ। ਅਸਲ ਦੇ ਵਿੱਚ ਅੱਜ ਹੀ ਜੀਰਕਪੁਰ ਦੇ ਇੱਕ ਹੋਟਲ ਦੇ ਵਿੱਚ 100 ਦੇ ਕਰੀਬ ਜਿਹੜੇ ਇਹ ਐਸੋਸੀਏਸ਼ਨ ਦੇ ਮੈਂਬਰ ਨੇ, ਪੰਜਾਬ ਰੈਵਨਿਊ ਆਫੀਸਰ ਐਸੋਸੀਏਸ਼ਨ ਦੇ, ਉਹਨਾਂ ਦੀ ਮੀਟਿੰਗ ਹੋਈ ਹੈ। ਮੀਟਿੰਗ ਦਾ ਵਜ੍ਹਾ ਇਹ ਹੈ ਕਿ 2 ਦਿਨ ਪਹਿਲਾਂ ਹੀ ਇੱਕ ਘਟਨਾ ਵਾਪਰੀ ਮੌੜ ਮੰਡੀ ਦੇ ਵਿੱਚ। ਉਹਨਾਂ ਦਾ ਕਹਿਣਾ ਇਹ ਹੈ ਕਿ ਉੱਥੇ ਇੱਕ ਨਾਇਬ ਤਹਿਸੀਲਦਾਰ ਜਿਹੜੇ ਜਗਤਾਰ ਸਿੰਘ ਉੱਥੇ ਹੈ ਨੇ ਮੌੜ ਮੰਡੀ ਲੱਗੇ ਹੋਏ, ਉਹਨਾਂ ਨੂੰ ਟੈਲੀਫੋਨ ਆਉਂਦਾ MLA ਦਾ ਸੁਖਬੀਰ ਸਿੰਘ ਮੈਸਰਖਾਨਾ ਦਾ ਕਿ ਆਹ ਬੰਦੇ ਨੇ, ਇਹਨਾਂ ਦੀ ਰਜਿਸਟਰੀ ਤੁਰੰਤ ਕੀਤੀ ਜਾਏ। ਤੇ ਇੱਕ ਹੋਰ ਪਾਰਟੀ ਉਹਨਾਂ ਦੇ ਪਿੰਡ ਦੀ ਮੈਸਰਖਾਨੇ ਦੀ ਹੋਰ ਹੈ, ਉਹ ਕਹਿੰਦੇ ਨੇ ਜਿਹੜੇ ਪ੍ਰੈਜ਼ੀਡੈਂਟ ਨੇ ਆਫੀਸਰ ਐਸੋਸੀਏਸ਼ਨ ਦੇ ਗੁਰਦੇਵ ਸਿੰਘ ਧਾਮੇ, ਉਹਨਾਂ ਦਾ ਆਪਣਾ ਕਹਿਣਾ ਹੈ ਕਿ ਉਹ ਜੋ ਦੱਸਿਆ ਗਿਆ ਉਹਨਾਂ ਨੂੰ, ਮਤਲਬ ਨਾਇਬ ਤਹਿਸੀਲਦਾਰ ਵੱਲੋਂ, ਕਿ ਇਹ MLA ਦੇ ਫਾਦਰ ਦਾ ਇੱਕ ਆਉਂਦਾ ਕਿਸੇ ਹੋਰ ਪਾਰਟੀ ਲਈ, ਉਸੇ ਪਿੰਡ ਦੇ ਲਈ, ਕਿ ਇਹਨਾਂ ਦਾ ਵੀ ਤੁਰੰਤ ਮਤਲਬ ਕੀਤਾ ਜਾਏ, ਜਿਹੜੀ ਰਜਿਸਟਰੀ ਕੀਤੀ ਜਾਏ। ਤੇ ਉਹ ਕਹਿੰਦੇ ਨਾਇਬ ਤਹਿਸੀਲਦਾਰ ਨੇ ਕਿਹਾ ਮੈਂ ਕੋਰਟ ਲਾ ਰਿਹਾ ਤੇ ਮੈਂ 5-7 ਮਿੰਟ ਉਹਨੂੰ ਬਿਠਾ ਦੋ ਕਿਤੇ ਵੀ, ਮੈਂ ਉਦੋਂ ਬਾਅਦ ਕਰ ਦਿੰਦਾ ਇਹ ਗੱਲ। ਉਹ ਕਹਿੰਦੇ ਨੇ ਵੀ ਉਹਨੇ ਨਾਲ ਵੀ ਉਹ ਥੋੜੇ ਜਿਹੇ ਨਾਰਾਜ਼ ਹੋ ਗਏ MLA ਕਿ ਮੇਰੇ ਫਾਦਰ ਦਾ ਫੋਨ ਉਸ ਤਰ੍ਹਾਂ ਨਹੀਂ ਸੁਣਿਆ, ਉਹਦੇ ਤੇ ਉਸ ਤਰ੍ਹਾਂ ਦੀ ਗੱਲ ਨਹੀਂ ਕੀਤੀ। ਤੇ ਇਸੇ ਕਰਕੇ ਉਹ ਆਏ ਤੇ ਆ ਕੇ ਉੱਥੇ ਹੰਗਾਮਾ ਵੀ ਹੋਇਆ ਥੋੜਾ। ਉੱਥੇ ਦੇ ਪੱਤਰਕਾਰ ਵੀ ਲੋਕਲ ਜਿਹੜੇ, ਮੇਰੀ ਗੱਲ ਜਿੰਨੀ ਗੱਲ ਹੋਈ ਆ, ਥੋੜਾ ਗੱਲਬਾਤ ਹੋਈ ਆਪਸ ਦੇ ਵਿੱਚ ਕੋਈ ਨਾ ਕੋਈ। ਤੇ ਉਦੋਂ ਬਾਅਦ ਇੱਥੇ ਆ ਕੇ FCR ਕੋਲ KAP ਸਿਨਹਾ ਜਿਹੜੇ ਨੇ FCR, ਉਹਨਾਂ ਤੋਂ ਉਹ ਸਸਪੈਂਡ ਤੇ ਚਾਰਜ ਸੀਟ ਤੇ ਇਹ ਸਾਰੀਆਂ ਚੀਜ਼ਾਂ ਦੇ ਆਰਡਰ ਹੋ ਗਏ ਨੇ ਉਸ ਨਾਇਬ ਤਹਿਸੀਲਦਾਰ ਨੇ। ਔਰ ਉਦੋਂ ਮੈਂ ਹਾਲਾਂਕਿ MLA ਨਾਲ ਵੀ ਗੱਲ ਕੀਤੀ ਸੁਬੀਰ, ਉਹ ਤਾਂ ਹੈ ਤਾਂ ਇਹ ਕੱਟੜ ਸੱਚ ਕਹਿੰਦੇ ਨੇ, ਇਮਾਨਦਾਰਾਂ ਦੀ ਪਾਰਟੀ ਤੇ ਸੱਚ ਵਾਲੀ। ਉਹ ਇਹੀ ਮੁੱਕਰ ਜਾਂਦੇ ਨੇ ਕਿ ਮੇਰੇ ਤਾਂ ਇਹੋ ਜਿਹੀ ਕੋਈ ਘਟਨਾ ਹੀ ਨੋਟਿਸ ਦੇ ਵਿੱਚ ਨਹੀਂ ਹੈ, ਮੈਂ ਦੇਖ ਲੈਣਾ, ਮੈਂ ਪਤਾ ਕਰਾ ਲੈਣਾ, ਮੇਰੇ ਗੱਲ ਕਰਕੇ। ਹੁਣ ਟੋਟਲ ਕੱਲ ਦਾ ਪੂਰਾ ਦਿਨ ਮਾਸ ਲੀਵ ਤੇ ਸਾਰੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਤੇ ਅੱਗੇ ਪਟਵਾਰੀਆਂ ਤੱਕ ਪੂਰੇ ਤਹਿਸੀਲਾਂ ਦਾ ਕੰਮ ਠੱਪ ਹੋਣ ਜਾ ਰਿਹਾ ਹੈ। ਤੇ MLA ਸਾਹਿਬ ਇਹ ਕਹਿਣ ਕਿ ਜੀ, ਔਰ ਉਹਨਾਂ ਨੇ ਲਿਖ ਕੇ ਦਿੱਤਾ ਸਾਰਿਆਂ ਨੇ, ਪ੍ਰੈਸ ਨੋਟ ਵੀ ਲਿਖ ਕੇ ਦਿੱਤਾ ਸਾਰਿਆਂ ਨੇ। ਤੇ ਜੇ MLA ਕੋਲ ਹੁਣ ਤੱਕ ਨਹੀਂ ਹੈ, ਤੇ ਜੇ MLA ਹੁਣ ਇਹ ਕਹਿਣ ਦੀ ਸਥਿਤੀ ਚ ਕਿ ਮੈਨੂੰ ਪਤਾ ਨਹੀਂ ਹੈ, ਤਾਂ ਮੈਨੂੰ ਲੱਗਦਾ ਇਹ ਬਹੁਤ ਬੜਾ ਕੁਐਸਚਨ ਹੈ ਉਹ ਦਿਆਨਤਦਾਰੀ ਤੇ, ਕਿਰਦਾਰ ਤੇ ਬੋਲਣ ਤੇ ਵੀ, ਕਿ ਤੁਸੀਂ ਕੀ ਕਹਿ ਸਕਦੇ ਹੋ, ਕਿਸ ਤਰੀਕੇ ਦੀ ਹੈ। ਅਗਲੀ ਗੱਲ ਇਹ ਹੈ, ਇਹਦੇ ਨਾਲ ਦੀ ਨਾਲ ਉਹਨਾਂ ਦੀ ਡਿਮਾਂਡ ਇਹ ਹੈ ਵੀ ਮੰਨ ਲਓ MLA ਨੇ ਤਾਂ ਇਹ ਕੀਤਾ, ਉਹਦੇ ਚ 2 ਸ਼ਿਕਾਇਤਾਂ ਹੋਈਆਂ ਨੇ। ਉਹ ਕਹਿੰਦੇ ਨੇ MLA ਨਹੀਂ ਕਰਾਈਆਂ ਨੇ ਉੱਥੇ ਤੱਕ ਲਿਜਾ ਕੇ। ਇੱਕ ਨੇ ਕਿਹਾ ਮੇਰੇ ਤੋਂ 5000 ਮੰਗਿਆ, ਦੂਜੇ ਨੇ ਕਿਹਾ 40000 ਮੰਗਿਆ ਰਜਿਸਟਰੀ ਵਾਲਿਆਂ ਨੇ। ਉਹਨਾਂ ਦਾ ਕਹਿਣਾ ਵੀ MLA ਦੀ ਸਿਫਾਰਿਸ਼ ਵਾਲੇ ਤੋਂ ਪੈਸੇ ਮੰਗਣਾ ਤਾਂ ਵੈਸੇ ਹੀ ਅਲੱਗ ਗੱਲ ਹੈ। ਹੋਰ ਕਿਸੇ ਕਹਾਣੀਆਂ ਵੀ ਨੇ ਹਾਲਾਂਕਿ ਉਹਨਾਂ ਕੋਲ MLA ਦੀਆਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ। ਪਰ ਨੈਚੁਰਲ ਜਸਟਿਸ ਦਾ ਇੱਕ ਤਰੀਕਾ ਹੁੰਦਾ ਹੈ ਕਿ ਅਫਸਰ ਨੂੰ ਵੀ ਉਹਨੂੰ
ਜਿਹੜੇ ਬੰਦੇ ਦੇ ਖਿਲਾਫ ਇਹ ਕਾਰਵਾਈ ਹੋਣੀ ਹੁੰਦੀ ਹੈ ਉਹਨੂੰ ਪਬਲਿਕ ਉਹਨੂੰ ਹੀਅਰਿੰਗ ਦਾ ਪਰਸਨਲ ਹੀਅਰਿੰਗ ਦਾ ਘੱਟੋ ਘੱਟ ਇੱਕ ਚੀਜ਼ ਦੇਣੀ ਪੈਂਦੀ ਹੈ, ਮਤਲਬ ਵੀ ਹਾਂ ਜਾਂ ਇਹ ਤੋਂ ਬਿਨਾਂ ਥੋੜੀ ਬਹੁਤ ਇਨਵੈਸਟੀਗੇਟ ਕਰਨੀ ਹੁੰਦੀ ਹੈ, ਟੈਲੀਫੋਨ ਤੇ ਪੁੱਛ ਲਓ, ਬਾਕੀ ਤੋਂ ਪੁੱਛ ਲਓ, ਬਿਨਾਂ ਕੁਝ ਵੀ ਪੁੱਛੇ ਚਾਰਜ ਸ਼ੀਟ ਜਾਰੀ ਕਰ ਦਿੱਤੀ ਗਈ ਤੇ ਸਸਪੈਂਡ ਕਰ ਦਿੱਤੇ ਗਏ। ਤੇ ਇਦੋਂ ਪਹਿਲਾਂ ਵੀ ਉਹ ਕਹਿੰਦੇ ਨੇ ਕਿ ਜਿਹੜੀ ਪਹਿਲਾਂ ਜਦੋਂ ਸਟ੍ਰਾਈਕ ਹੋਈ ਸੀ ਇਹਨਾਂ ਦੀ, ਆਪਣੇ ਯਾਦ ਹੈ ਸਾਰੇ ਓਵਰਆਲ, ਉਦੋਂ IAS PCS ਵੀ ਵਿੱਚ ਆ ਗਏ ਸੀ ਕਈ ਮਾਮਲਿਆਂ 'ਚ, ਕਿਉਂਕਿ ਇੱਕ ਦੋ IAS ਦਾ ਨਾਮ ਵੀ ਆ ਗਿਆ ਸੀਗਾ। ਉਦੋਂ ਜਿਹੜੇ ਦੋ ਨਾਮ ਸੀ ਇਹਨਾਂ ਕੋਲੇ, ਉਹ ਦੋਨਾਂ ਨਾਮਾਂ ਉਹ ਬਹਾਲ ਤਾਂ ਕਰਤੇ ਸੀ ਉਸ ਪ੍ਰੈਸ਼ਰ ਦੇ ਵਿੱਚ। ਉਹ ਕਹਿੰਦੇ ਚਾਰਜ ਸ਼ੀਟ ਉਵੇਂ ਹੀ ਖੜੀ ਹੈ, ਨਾ ਉਹ ਵਿਡਰਾ ਕੀਤੀ ਜਾ ਰਹੀ ਹੈ, ਨਾ ਉਹ ਕਿਤੇ ਮਤਲਬ ਤਲਵਾਰ ਲਟਕ ਰਹੀ ਹੈ। ਉਸੇ ਤਰੀਕੇ ਦੀ ਬਾਰ-ਬਾਰ ਹਾਇਰ ਲੈਵਲ ਤੇ ਚੀਫ ਮਿਨਿਸਟਰ ਪੱਧਰ ਤੇ ਇਹ ਗੱਲ ਕਰਕੇ। ਤੀਜਾ ਉਹ ਐਲੀਗੇਸ਼ਨ ਇਹ ਲਾਉਂਦੇ ਨੇ ਕਿ ਹੋਰ MLA ਦਾ ਵੀ ਉਹ ਰਾਜਪੁਰੇ ਦਾ, ਸਮਾਣੇ ਦਾ, ਡਿਫਰੈਂਟ ਟਾਈਪ ਦੀਆਂ ਕਈ ਘਟਨਾਵਾਂ ਗਣਾਉਂਦੇ ਨੇ ਕਿ ਕਿੰਨੇ MLA ਦੇ ਨਾਲ ਸਾਡੇ ਅਫੀਸਰ ਦੇ ਨਾਲ ਜਿਹੜੇ ਬੋਲਬਾਣੀ ਦੇ ਪੱਖ ਤੋਂ ਵੀ ਔਰ ਐਕਸ਼ਨ ਦੇ ਪੱਖ ਤੋਂ ਵੀ ਕਿਸ ਲੈਵਲ ਦਾ ਵਿਵਹਾਰ ਕੀਤਾ ਜਾ ਰਿਹਾ। ਉਹਨਾਂ ਨੇ ਇੱਕ ਲਾਈਨ ਲਿਖੀ ਆ ਉਹਦੇ 'ਚ ਕਿ ਚੀਫ ਮਿਨਿਸਟਰ ਤੇ ਚੀਫ ਸੈਕਟਰੀ ਤੋਂ ਬਿਨਾਂ ਬਾਕੀ ਸਾਰਾ ਪ੍ਰਸ਼ਾਸਨ ਆਪਣੀ ਇਨਕਲੂਡਿੰਗ ਮਾਲ ਮੰਤਰੀ, ਇਨਕਲੂਡਿੰਗ FCR ਤੇ ਉਦੋਂ ਹੇਠਾਂ ਦਾ ਪੈਰਾਫਰਨੇਰੀਆ ਦਾ ਜਿਹੜਾ ਸਾਡੇ ਪ੍ਰਤੀ ਵਿਵਹਾਰ ਹੈ ਉਹ ਠੀਕ ਨਹੀਂ ਹੈ, ਉਹ ਉਸ ਲਈ ਲਾਇਕ ਨਹੀਂ ਹੈ ਕਿ ਜਿਹਨੂੰ ਬਰਦਾਸ਼ਤ ਕੀਤਾ ਜਾ ਸਕੇ। ਇਹਦਾ ਮਤਲਬ ਇੱਕ ਲਾਈਨ 'ਚੋਂ ਦੋ ਟੌਪ ਦੀਆਂ ਪੋਸਟਾਂ ਨੂੰ ਤਾਂ ਕੱਢ ਦਿੰਦੇ ਨੇ ਵਿੱਚੋਂ ਕਿ ਇਹ ਦੋਨਾਂ ਦਾ ਵਿਵਹਾਰ ਤਾਂ ਕੰਪੈਰੇਟਿਵਲੀ ਠੀਕ ਹੈ। ਇਹਦਾ ਮਤਲਬ ਇੱਕ ਕੰਪਰੋਮਾਈਜ਼ ਦੀ ਸਥਿਤੀ ਵੀ ਉਸ ਪਾਸੇ ਬਣ ਕੇ ਜਾ ਰਹੀ ਹੈ। ਪਰ MLA ਦੇ ਵਿਵਹਾਰ ਤੋਂ ਉਹਨਾਂ ਦਾ ਅਜੇ ਵੀ ਰਿਜੈਂਟਮੈਂਟ ਕਾਫੀ ਜਿਹੜੀ ਉਸ ਪੱਧਰ ਤੇ ਹੈ। ਇੱਕ ਉਹਨਾਂ ਨੇ ਹੋਰ ਐਲੀਗੇਸ਼ਨ ਲਾਇਆ, ਉਹ ਐਲੀਗੇਸ਼ਨ ਇਹ ਲਾਇਆ ਕਿ ਡਿਪਟੀ ਕਮਿਸ਼ਨਰਾਂ ਦੇ ਥਰੂ ਤੇ SDMs ਦੇ ਥਰੂ ਜਿਹੜੀਆਂ ਓਰੀਜਨਲ ਫਾਈਲਾਂ ਨੇ ਮਾਲ ਰਿਕਾਰਡ ਦੀਆਂ ਉਹ MLA ਮੰਗਵਾ ਰਹੇ ਨੇ ਤੇ ਆਰਡਰ ਕਰ ਰਹੇ ਨੇ। ਨਾਲ ਸਪੈਸ਼ਲ ਇਹ ਲਿਖਿਆ ਕਿ DCਆਂ ਤੇ SDMਾਂ ਦੇ ਰੀੜ ਦੀ ਹੱਡੀ ਨਹੀਂ ਹੈ, ਕਿਸੇ ਦੇ ਪਰਸਨਲ ਰਿਕਾਰਡ ਹੋਰਾਂ ਲੋਕਾਂ ਦੇ ਕੋਈ MLA ਕਿਸ ਹੈਸੀਅਤ 'ਚ ਮੰਗਵਾ ਕੇ ਦੇਖ ਸਕਦਾ ਹੈ। ਔਰ ਇਹ ਬਹੁਤ ਬੜਾ ਕੁਐਸਚਨ ਹੈ। ਉਹ ਕਹਿੰਦੇ ਨੇ ਸਟੇਟ ਦੇ ਵਾਸਤੇ ਇਹਨੂੰ ਵੀ ਐਡਰੈਸ ਕਰਨਾ ਚਾਹੀਦਾ ਸਰਕਾਰ ਨੂੰ ਕਿ ਤੁਸੀਂ, ਕਿਉਂਕਿ ਝਗੜੇ ਵੀ ਹੁੰਦੇ ਨੇ ਇਹਨਾਂ ਦੇ ਵਿੱਚ, ਬਾਕੀ ਵੀ ਹੁੰਦੇ ਨੇ, ਤੁਸੀਂ ਉਹ ਰਿਕਾਰਡ ਇਸ ਤਰੀਕੇ ਨਾਲ ਨਹੀਂ ਕਰ ਸਕਦੇ ਜਿਹੜੇ ਅਦਾਲਤੀ ਸੈਟਅਪ ਦੇ ਵਿੱਚ ਚੱਲਦੇ ਹੁੰਦੇ ਨੇ। ਔਰ ਇਹਦੇ ਵਿੱਚ ਇੱਕ ਨਾਲ ਦੀ ਨਾਲ ਗੱਲ ਇਹ ਉਹਨਾਂ ਦੀ ਆਉਂਦੀ ਹੈ ਕਿ ਜਿਹੜਾ ਪਿੱਛੇ ਉਹਨਾਂ ਦਾ ਹੋਇਆ ਸੀ ਪ੍ਰਮੋਸ਼ਨਾਂ ਦਾ, ਉਹ ਵਿੱਚ ਵਿਚਾਲੇ ਲਟਕ ਰਹੇ ਨੇ। 5-7 ਦੀ ਹੋਈ, 25 ਅਜੇ ਪਈਆਂ ਹੋਈਆਂ ਨੇ ਔਰ ਉਹ 25 ਦਾ ਕੋਈ ਸਮਾਂ ਟਾਈਮ ਫਰੇਮ ਹੀ ਤੈਅ ਨਹੀਂ ਹੁੰਦਾ ਕਿ ਜਿਹੜੇ ਉਹਨਾਂ ਚੋਂ 100 ਬੰਦਾ ਜੇ 25 PCS ਬਣਨੇ ਨੇ ਤਾਂ ਨਾਇਬ ਤਹਿਸੀਲਦਾਰ ਤੋਂ ਅੱਗੇ 25 ਤਹਿਸੀਲਦਾਰ ਬਣਨੇ ਨੇ, ਉਹਨਾਂ ਤੋਂ ਅੱਗੇ ਡਿਸਟ੍ਰਿਕਟ ਰੈਵਨਿਊ ਅਫੀਸਰ ਵੀ ਬਣਨੇ ਨੇ, ਉਹਨਾਂ ਤੋਂ ਅੱਗੇ ਨਾਇਬ ਤਹਿਸੀਲਦਾਰ ਵੀ। ਉਹ ਕਹਿੰਦੇ 100 ਬੰਦਾ ਲਟਕ ਰਿਹਾ ਜਿਹੜਾ ਗਵਰਨਮੈਂਟ ਨੇ ਜੇ ਕੰਮ ਕਰਨਾ ਉਹ ਵੀ ਨਹੀਂ ਉਸ ਲੈਵਲ ਤੇ। ਇਹੋ ਜਿਹੀਆਂ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ। ਪਰ ਕੱਲ ਇੱਕ ਵੱਡਾ ਕੁਐਸਚਨ ਇਹੀ ਹੈ ਕਿ ਪੰਜਾਬ ਦੇ ਤਹਿਸੀਲਾਂ ਦੇ ਵਿੱਚ ਕੰਮ ਮਾਸ ਲੀਵ ਕਰਕੇ ਰੁਕ ਜਾਏਗਾ। ਹੁਣ ਅੱਜ ਰਾਤ ਤੱਕ ਗਵਰਨਮੈਂਟ ਕੁਝ ਕਰਦੀ ਹੈ, ਉਹਨਾਂ ਨਾਲ ਕੰਪਰੋਮਾਈਜ਼ ਕੋਈ ਬੁਲਾ ਕੇ ਕਰਦੀ ਹੈ, ਕੱਲ ਕਰਦੀ ਹੈ, ਉਹ ਅਲੱਗ ਗੱਲ ਹੈ। ਇੱਕ ਨਾਲ ਇਹ ਵੀ ਸਵਾਲ ਹੈ ਲੋਕਾਂ ਦੇ ਦਿਮਾਗਾਂ 'ਚ ਕਲੀਅਰ ਕੱਟ ਹੈ ਕਿ ਰੈਵਨਿਊ ਅਧਿਕਾਰੀ ਵੀ ਕੋਈ ਦੁੱਧ ਦੇ ਧੋਤੇ ਨਹੀਂ ਹੈ। ਇਹ ਨਹੀਂ ਹੈ ਕਿ ਪੈਸੇ ਬਿਲਕੁਲ ਨਹੀਂ ਚੱਲਦੇ ਜਾਂ ਬਿਲਕੁਲ ਇਹੋ ਜਿਹਾ ਕੁਐਸਚਨ ਨਹੀਂ ਹੈ। ਕੀ ਆਰਗੇਨਾਈਜੇਸ਼ਨ ਉਹਨਾਂ ਪ੍ਰੈਸ਼ਰ ਪਾ ਸਕਦੀ ਹੈ? ਨਹੀਂ ਪਾ ਸਕਦੀ। ਗਵਰਨਮੈਂਟ ਪਿੱਛੇ ਹਟ ਜਾਏਗੀ ਪਹਿਲਾਂ ਦੀ ਤਰ੍ਹਾਂ ਜਾਂ ਨਹੀਂ ਹਟ ਜਾਏਗੀ? ਤੇ ਅਗਲਾ ਸਵਾਲ ਇਹੀ ਹੈ ਕਿ ਜਿਹੜੇ MLA ਨੇ ਉਹਨਾਂ ਦਾ ਅਧਿਕਾਰ ਖੇਤਰ ਕਿੱਥੇ ਤੱਕ ਹੈ, ਕਿੱਥੇ ਤੱਕ ਇੰਟਰਵੀਨ ਕਰ ਸਕਦੇ ਨੇ, ਕਿੱਥੇ ਤੱਕ ਨਹੀਂ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਤਾਂ ਟੈਲੀਫੋਨਿਕਲੀ ਰਜਿਸਟਰੀਆਂ ਕਿਉਂ ਹੁੰਦੀਆਂ ਨੇ? ਸਾਰਿਆਂ ਦੀਆਂ ਟਾਈਮ ਤੇ ਰਜਿਸਟਰੀਆਂ ਕਿਉਂ ਨਹੀਂ ਹੋ ਜਾਂਦੀਆਂ? ਫਿਰ ਫੋਨ ਕਰਨ ਦੀ ਲੋੜ ਕੀ ਹੈ? ਫਿਰ ਫੋਨ ਕਰਨ ਦੀ ਲੋੜ ਨਹੀਂ ਬਚੇਗੀ। ਤੁਸੀਂ ਪ੍ਰਸ਼ਾਸਨਿਕ ਗਵਰਨੈਂਸ ਰਿਫਾਰਮ ਦੀ ਗੱਲ ਕਰਦੇ ਹੋ ਨਾ, ਕਿ ਉਹ ਗਵਰਨੈਂਸ ਰੂਟੀਨ ਚ ਰਜਿਸਟਰੀਆਂ ਜੇਕਰ ਹੁੰਦੀਆਂ ਹੋਣ ਤਾਂ ਟੈਲੀਫੋਨ ਦੀ ਲੋੜ ਕਿਉਂ ਪੈਂਦੀ ਹੈ? ਹਰ ਕਿਤੇ ਪੰਗਾ ਕਿਉਂ ਪੈਂਦਾ? ਇਹਦਾ ਮਤਲਬ ਹੇਠਲੇ ਦਫ਼ਤਰਾਂ 'ਚ ਸਾਰਾ ਕੁਝ ਅੱਛਾ ਨਹੀਂ ਹੈ। ਫਿਰ ਸਧਾਰਨ ਲੋਕ ਉਵੇਂ ਰੁੜਦੇ ਹੋਣਗੇ, ਕੋਈ ਨਾ ਕੋਈ ਗੱਲ ਹੈ। ਇਹ ਸਵਾਲ ਪੈਦਾ ਹੁੰਦੇ ਨੇ ਇਸ ਸਾਰੇ ਮਾਮਲੇ ਦੇ ਵਿੱਚ। ਇਹਨੂੰ ਐਡਰੈਸ ਕਿਵੇਂ ਕਰਦੀ ਹੈ ਸਰਕਾਰ, ਇਹ ਦੇਖਣਾ ਹੋਏਗਾ ਆਉਣ ਵਾਲੇ ਦਿਨਾਂ। ਧੰਮ ਸਾਹਿਬ, ਥੋੜਾ ਬਹੁਤਾ ਲੱਤਾਂ ਜੇ ਭਾਰ ਝੱਲਦੀਆਂ ਨੇ ਤਾਂ ਫਿਰ ਇਹ ਵੀ ਦੇਖੋ, ਐਸੋਸੀਏਸ਼ਨ ਇਹ ਵੀ ਦੇਖੇ ਕਿ ਸਾਰੀਆਂ ਵਗਾਰਾਂ ਤਹਿਸੀਲਦਾਰਾਂ ਨੂੰ ਆਉਂਦੀਆਂ ਨੇ। ਆਖਰ ਤੁਹਾਡਾ ਰਿਕਾਰਡ ਵਾਇਆ DC ਕਿਉਂ ਜਾ ਰਿਹਾ? DC ਨਾਲ ਜਾਂ DCs ਨਾਲ ਤੁਹਾਡੇ ਤਾਲੁਕਾਤ ਕਿਹੋ ਜਿਹੇ ਆ? ਤੁਹਾਡੇ ਹੀ ਲੋਕਾਂ ਦੇ ਉੱਤੇ ਲਗਾਤਾਰ ਇਲਜ਼ਾਮ ਕਿਉਂ ਆਉਂਦੇ ਨੇ ਕਿ ਤਹਿਸੀਲਾਂ ਕਚਹਿਰੀਆਂ 'ਚ ਸਭ ਕੁਝ ਚੱਲਦਾ ਹੈ? ਇਹ ਤੁਸੀਂ ਵੀ ਦੇਖਣਾ ਹੈ। ਭਾਰ ਉੱਥੇ ਪਾਇਆ ਜਾਂਦਾ ਜਿੱਥੇ ਲੋਕ ਭਾਰ ਝੱਲ ਰਹੇ ਹੋਣ, ਤੇ ਇਹ ਮੁੱਖ ਮੰਤਰੀ ਨੇ ਦੇਖਣਾ ਹੈ ਕਿ ਉਹਨਾਂ ਦੇ MLA ਇਸ ਹੱਦ ਤੱਕ ਜੇ ਹੁਣੇ ਹੀ ਆ ਗਏ ਆ, ਫਿਰ 4 ਸਾਲ ਦਾ ਪੈਂਡਾ ਤੇ ਕਾਫੀ ਵਿਖੜਾ ਹੋਣ ਵਾਲਾ ਹੈ। ਫਿਰ ਰਵਾਇਤੀ ਪਾਰਟੀਆਂ ਦਾ ਹਸ਼ਰ ਤੁਸੀਂ ਦੇਖ ਹੀ ਲਿਆ। ਪੰਜਾਬ ਕੋਈ ਹੋਰ ਪਾਰਟੀ ਦੀ ਤਿਆਰੀ ਕਰੇ। ਸਰਦਾਰ ਜਗਤਾਰ ਸਿੰਘ ਜੀ, ਇੱਥੇ ਜ਼ਰੂਰ ਟਿੱਪਣੀ ਦਿਓ। ਫਿਰ
ਜਿਹੜੇ ਸਿਨਾ ਟਾਈਪ ਅਫਸਰ ਨੇ ਉਹ ਵੀ ਬਿਨਾਂ ਕੁਝ ਦੇਖੇ ਚਾਰਜਸ਼ੀਟ ਕਰ ਰਹੇ ਨੇ। ਜੇ ਸਰਦਾਰ ਹਰਮੀਤ ਸਿੰਘ ਹੋਰੀ ਚੰਗਾ ਹੁੰਦਾ ਉਹਨਾਂ ਨਾਲ ਗੱਲ ਕਰ ਲੈਂਦੇ। ਵੈਸੇ ਅਫਸਰ ਫੋਨ ਕਿੱਥੇ ਚੁੱਕਦੇ ਆ? ਇਹ ਆਪਣੇ ਆਪ ਨੂੰ ਰੱਬ ਮੰਨਦੇ ਆ ਔਰ ਰੱਬ ਇਹਨਾਂ ਨੂੰ ਬਣਾਇਆ ਅਸੀਂ, ਕਿਉਂਕਿ ਅਸੀਂ ਇਹਨਾਂ ਨੂੰ ਰੱਬ ਵਰਗੇ ਮੰਨ ਲਿਆ ਵੀ ਇਹ ਤਾਂ ਬਹੁਤ ਉੱਚੇ ਨੇ। ਲੇਕਿਨ ਜਿਸ ਤਰੀਕੇ ਦੀਆਂ ਆ ਸਾਰੀਆਂ ਚੀਜ਼ਾਂ ਬਾਹਰ ਆਉਂਦੀਆਂ ਨੇ ਇਹ ਕੋਈ ਚੰਗਾ ਨਹੀਂ। ਹੁਣ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਇਹਦੇ ਚ ਸੱਚਾ ਕੌਣ ਝੂਠਾ ਕੌਣ। ਚੀਫ ਸੈਕਟਰੀ ਸਾਹਿਬ ਨੂੰ ਉਹਨਾਂ ਨੇ ਬਰੀ ਕਰਤਾ, ਉਹੀ ਫੈਸਲਾ ਕਰ ਦੇਣ। ਸਰਦਾਰ ਜਗਤਾਰ ਸਿੰਘ ਜੀ ਟਿੱਪਣੀ। ਚੰਡੀਗੜ੍ਹ ਦੇ ਆਸ-ਪਾਸ ਜਿਹੜੇ ਤਹਿਸੀਲਾਂ ਹੈ ਨਾ, ਇੱਥੇ ਤਹਿਸੀਲਦਾਰ ਦੀ ਪੋਸਟਿੰਗ ਪ੍ਰਾਈਜ਼ ਪੋਸਟਿੰਗ ਗਣੀ ਜਾਂਦੀ ਹੈ ਜੀ। ਤੇ ਅੱਗੇ ਸਰਕਾਰਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਪੋਲੀਟੀਕਲ ਆਫਿਸ ਹੋਲਡਰ ਹੁੰਦਾ ਸੀਗਾ, ਮਸਲਨ ਕੋਈ CM ਦਾ ਕੋਈ ਐਡਵਾਈਜ਼ਰ, ਉਹ ਕਹਿੰਦੇ ਜੀ ਫਲਾਨੀ ਤਹਿਸੀਲ ਉਹਦੇ ਅੰਡਰ ਹੈ। ਇਹਦਾ ਕੀ ਮਤਲਬ ਹੁੰਦਾ? ਮੋਟੀ ਜੀ ਗੱਲ ਇਹ ਇੱਕ ਵੈਲ ਨੋਨ ਫੈਕਟ ਹੈ ਕਿ ਕੋਈ ਰਜਿਸਟਰੀ ਬਿਨਾਂ ਪੈਸੇ ਤੋਂ ਨਹੀਂ ਹੁੰਦੀ। ਆਪਾਂ ਜੇ ਪਿੱਛੇ ਥੋੜੀ ਜਿਹੀ ਨਿਗਾਹ ਮਾਰੋ, ਜਦੋਂ ਮੰਤਰੀ ਦੌਰਿਆਂ ਤੇ ਜ਼ਿਲ੍ਹੇ ਜਾਂਦੇ ਸੀਗੇ ਤੇ ਉਹਨਾਂ ਦਾ ਜਿਹੜਾ ਖਰਚਾ ਹੁੰਦਾ ਸੀ ਫੰਕਸ਼ਨ ਤਾਂ ਕੌਣ ਕਰਦਾ ਸੀ? DC ਅੱਗੇ ਤਹਿਸੀਲਦਾਰ ਨੂੰ ਕਹਿ ਦਿੰਦਾ ਸੀ ਤੇ ਤਹਿਸੀਲਦਾਰ ਖਰਚਾ ਤਹਿਸੀਲਦਾਰ ਨੇ ਆਪਣੀ ਜੇਬ ਚੋਂ ਕਰਨਾ ਹੈ। ਇਹ ਮੰਤਰੀ ਜੀ ਦੱਸਣ ਨਾ ਵੀ ਜਿਹੜਾ ਉਹਦਾ ਖਰਚਾ ਹੋਇਆ ਭਾਈ ਉਹ ਕਿਹਨੇ ਕੀਤਾ। ਜੇ ਤਹਿਸੀਲਦਾਰ ਨੇ ਹੀ ਕਰਨਾ ਤਾਂ ਫਿਰ ਪੈਸੇ ਲੈ ਕੇ ਪੈਸੇ ਤਾਂ ਇਕੱਠੇ ਕਰੂਗਾ ਨਾ। ਇੱਕ ਵੈਲ ਨੋਨ ਫੈਕਟ ਹੈ ਕਿ ਤਹਿਸੀਲਾਂ ਦੇ ਵਿੱਚੋਂ ਈਵਨ ਥਾਣਿਆਂ ਦੇ ਵਿੱਚੋਂ ਮੰਥਲੀ ਜਾਂਦੀ ਹੈ, ਅੱਜ ਵੀ ਜਾਂਦੀ ਹੈ, ਮੈਨੂੰ ਪਤਾ ਨਹੀਂ। ਲੇਕਿਨ ਮੈਂ ਇੱਕ ਕਲਾਸਿਕ ਐਗਜ਼ਾਮਪਲ ਚੰਡੀਗੜ੍ਹ ਦੀ ਨਾਲ ਦੇ ਦੇਣਾ। ਚੰਡੀਗੜ੍ਹ ਫੰਕਸ਼ਨਲੀ ਪੰਜਾਬ ਦਾ ਪਾਰਟ ਹੈ। ਤੁਸੀਂ ਚੰਡੀਗੜ੍ਹ ਦੀ ਚਲੇ ਜਾਓ ਰਜਿਸਟਰੀ ਕਰਾਉਣ, ਬੜਾ ਟਰਾਂਸਪੇਰੈਂਟ ਸਮੂਥ ਓਪਰੇਸ਼ਨ ਹੈ। ਉਹ ਅਮਾਊਂਟ ਫਿਕਸ ਹੈ, ਉਹ ਵਕੀਲ ਤੁਹਾਡਾ ਨਾਲ ਜਾਏਗਾ, ਉਹਨੇ ਪੈਸੇ ਫਿਕਸ ਹੈ, ਉਹਨੂੰ ਫੜਾਓ, ਨਾਲ ਦੀ ਨਾਲ ਹੀ ਸਮੂਥਲੀ ਉਹ ਤੁਹਾਡੀ ਫਾਈਲ 2 ਘੰਟੇ ਦੇ ਵਿੱਚ ਸਾਰੀ ਕਲੀਅਰ ਹੋ ਜਾਏਗੀ। ਅਦਰਵਾਈਜ਼ ਜੇ ਤੁਸੀਂ ਕਹੋ ਕਿ ਆਨਲਾਈਨ ਸਿਸਟਮ ਹੈ ਜੀ, ਅਸੀਂ ਆਪਣੇ ਆਨਲਾਈਨ ਕਰਵਾਵਾਂਗੇ, ਤੁਸੀਂ ਕਰਾਈ ਚਲੋ, ਤੁਹਾਡਾ ਨੰਬਰ ਨਹੀਂ ਆਉਣਾ। ਤੇ ਉਸ ਤੋਂ ਬਾਅਦ ਜੇ ਤੁਹਾਨੂੰ ਕਾਗਜ਼ ਇਮੀਡੀਏਟਲੀ ਚਾਹੀਦੇ, ਕਹਿੰਦੇ ਜੀ 5000 ਰੁਪਇਆ ਹੋਰ ਦੇ ਦਿਓ, ਤੁਹਾਨੂੰ ਹੁਣ 2 ਘੰਟੇ ਬਾਅਦ ਕਾਗਜ਼ ਤੁਹਾਡੇ ਘਰ ਪਹੁੰਚ ਜਾਣਗੇ। ਬੜਾ ਸਮੂਥ, ਕੋਈ ਰੌਲਾ ਨਹੀਂ, ਕੋਈ ਸ਼ਿਕਾਇਤ ਵੀ ਨਹੀਂ ਕਰਦਾ, ਕੋਈ ਇਹ ਵੀ ਨਹੀਂ ਕਹਿੰਦਾ ਵੀ ਇੱਥੇ ਕਰਪਸ਼ਨ ਹੈ। ਖੂਬਸੂਰਤੀ ਹੈ। ਸੋ ਇਹੀ ਸਿਸਟਮ ਆਲਮੋਸਟ ਇੱਥੇ ਆਸੇ-ਪਾਸੇ ਤਹਿਸੀਲਾਂ ਦੇ ਵਿੱਚ ਪ੍ਰਵੇਸ਼ ਕਰਦਾ ਹੈ ਜੀ। ਸਰਕਾਰ ਇਹ ਮਿੱਟੀ ਨਹੀਂ ਪਾਈ ਜਾ ਸਕਦੀ, ਇਹ ਮੰਨ ਕੇ ਚੱਲੋ ਕਿ ਇੱਥੇ ਕਰਪਸ਼ਨ ਹੈ। ਟੋਟਲ ਸਿਸਟਮ ਜਿਹੜਾ ਹੈ ਉਹ ਤੁਹਾਡਾ ਇਸ ਗੱਲੋਂ ਬੈਂਕਰਪਟ ਹੈ। ਇਹਨੂੰ ਠੀਕ ਕਿਵੇਂ ਕਰਨਾ ਹੈ? ਤੁਸੀਂ ਕਹਿ ਰਹੇ ਵੀ ਅਸੀਂ ਡਿਜੀਟਾਈਜ਼ ਕਰਤਾ ਜੀ। ਹੁਣ ਮੈਂ ਤੁਹਾਨੂੰ ਡਿਜੀਟਾਈਜੇਸ਼ਨ ਦੀ ਐਗਜ਼ਾਮਪਲ ਦਿੱਤੀ ਹੈ, ਕਰ ਲਓ, ਕੋਈ ਗੱਲ ਨਹੀਂ, ਲੇਕਿਨ ਕੰਮ ਨਹੀਂ ਹੋਏਗਾ ਜਦ ਤੱਕ ਇਹ ਇੱਕ ਇਨ ਪ੍ਰਿੰਸੀਪਲ ਫੈਸਲਾ ਨਹੀਂ ਹੁੰਦਾ ਕਿ ਕੋਈ MLA ਕੋਈ ਮਿਨਿਸਟਰ ਥੱਲਿਓਂ ਪੈਸੇ ਨਹੀਂ ਲਏਗਾ, ਉਦੋਂ ਤੱਕ ਇਹ ਗੱਲ ਨਹੀਂ ਖਤਮ ਹੁੰਦੀ। ਇਹ ਇਨਬਿਲਟ ਹੈ, ਇਹ ਪੈਸੇ ਲੈਣੇ ਬੰਦ ਕਰ। ਮੈਂ ਕਿਸੇ ਤੇ ਐਲੀਗੇਸ਼ਨ ਨਹੀਂ ਲਾ ਰਿਹਾ, ਇਹ ਵੈਲ ਨੋਨ ਫੈਕਟ ਹੈ ਕਿ ਹਿੱਸਾ ਜਾਂਦਾ ਹੈ। ਯੂ ਟਾਕ ਟੂ ਐਨੀ ਤਹਿਸੀਲਦਾਰ ਪ੍ਰਾਈਵੇਟਲੀ, ਉਹ ਕਹਿਣਗੇ ਜੀ ਦੱਸੋ ਮੈਂ ਕੀ ਕਰਾਂ। ਸੋ ਇਹਦਾ ਤਾਂ ਹੱਲ ਕਰੋ ਨਾ ਕਿਤੇ ਕੋਈ। ਦੇਖੋ ਸਵਾਲ ਇਸ ਗੱਲ ਦਾ ਹੈ ਕਿ ਮੁੱਖ ਮੰਤਰੀ ਜਦੋਂ ਕਲਾਕਾਰ ਸੀ ਤੇ ਉਹਨਾਂ ਨੇ ਕੁਲਫੀ ਗਰਮਾ ਗਰਮ ਤੋਂ ਲੈ ਕੇ ਹਰ ਆਪਣੀ ਟੇਪ ਦੇ ਵਿੱਚ ਵਿਅੰਗ ਇਹਨਾਂ ਚੀਜ਼ਾਂ ਤੇ ਕੀਤੇ। ਉਹਨਾਂ ਨੂੰ ਕਿਸ ਗੱਲ ਦਾ ਉੱਲ ਹੈ, ਕਿਸ ਮੰਤਰੀ ਨੂੰ ਉੱਲ ਹੈ, ਕਿੰਨੇ ਪੈਸੇ ਦੇ ਕੇ ਰਜਿਸਟਰੀਆਂ ਨਹੀਂ ਕਰਾਈਆਂ, ਕਿੰਨੇ ਤਹਿਸੀਲਾਂ ਦੇ ਵਿੱਚ ਜਿਹੜਾ ਬਣਿਆ ਨੈਕਸਸ ਤੇ ਢਾਂਚਾ ਨਹੀਂ ਚੱਲਿਆ। ਜੇਕਰ ਸਰਕਾਰ ਸਭ ਕੁਝ ਵੇਂਦਿਆਂ ਜਾਣਦਿਆਂ ਅੱਖਾਂ ਮੀਟਦੀ ਆ ਤੇ ਪੂਰੇ ਢਾਂਚੇ ਨੂੰ ਚੁਸਤ ਦਰੁਸਤ ਤੇ ਨਵੇਂ ਆਉਂਦੀ ਨਹੀਂ ਤਾਂ ਜ਼ਿੰਮੇਵਾਰੀ ਫਿਕਸ ਇਸ ਸਰਕਾਰ ਦੇ 11 ਮਹੀਨਿਆਂ ਤੇ ਵੀ ਹੁੰਦੀ ਆ ਕਿ ਸਭ ਤੋਂ ਪਹਿਲਾ ਮਾਮਲਾ ਇਹਨਾਂ ਥਾਵਾਂ ਤੇ ਬਣਦਾ ਸੀ ਜਿੱਥੇ ਜਿਵੇਂ ਪੰਚਾਇਤ ਦੇ ਦਫ਼ਤਰ ਹੈਗੇ ਆ, BDPOs DDPOs ADDC ਦਫ਼ਤਰ ਤੇ ਤਹਿਸੀਲਾਂ ਤੇ ਬਾਕੀ ਸਾਰੇ, ਉਹਨਾਂ ਸਾਰਿਆਂ ਦੇ ਵਿੱਚ ਔਰ ਦੂਜੀਆਂ ਜਿਹੜੀਆਂ ਸਰਵਿਸਿਜ਼ ਨੇ ਜਿਨ੍ਹਾਂ ਨੂੰ ਈ ਗਵਰਨੈਂਸ ਦੇ ਤਹਿਤ ਵੀ ਲਿਆਂਦਾ ਗਿਆ, ਆਨਲਾਈਨ ਵੀ ਕੀਤਾ ਗਿਆ। ਸਭ ਤੋਂ ਵੱਡੇ ਪਹਿਲੂ ਕਿ ਸਿਵਲ ਸਰਜਨ ਦਫ਼ਤਰਾਂ 'ਚ ਜਨਮ ਮਰਨ ਦੇ ਸਰਟੀਫਿਕੇਟਾਂ ਤੋਂ ਲੈ ਕੇ ਇੰਨਾ ਰੌਲੇ ਰੱਪੇ ਵਾਲਾ ਕੰਪਲੈਕਸ ਵਾਤਾਵਰਨ ਬਣਾ ਕੇ ਰੱਖਿਆ ਜਾਂਦਾ। ਜੇ ਤੁਸੀਂ ਨਹੀਂ ਕਰ ਪਾਏ ਫਿਰ ਹੋਰ ਉਮੀਦ ਕਿਹਦੇ ਤੋਂ ਹੋਊਗੀ। ਮੈਨੂੰ ਲੱਗਦਾ ਕਿ ਇਹ ਵੀ ਸਭ ਬਚ ਬਚਾ ਕੇ ਲੰਘਣ ਦੇ ਤੌਰ ਤਰੀਕੇ। ਸਰਦਾਰ ਹਰਮੀਤ ਸਿੰਘ ਜੀ,
ਆਖਰੀ ਸਵਾਲ ਤੇ ਸਭ ਤੋਂ ਵੱਡਾ ਸਵਾਲ ਕਿ ਜੀਰੇ ਦੇ ਵਿੱਚ ਜਿਸ ਤਰੀਕੇ ਨਾਲ ਰਿਪੋਰਟ ਆਈ ਆ ਕੇਂਦਰੀ ਪੋਲਿਊਸ਼ਨ ਬੋਰਡ ਦੀ, ਉਹ ਮੂੰਹ ਚੜਾਉਂਦੀ ਆ। ਹੁਣ ਉਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਨਾਲ ਜਿਸ ਤਰੀਕੇ ਨਾਲ ਇਹ ਜਾਂਚ ਸੈਂਪਲ 29 ਪਿੰਡ, ਉਹ ਸਾਰੀ ਰਿਪੋਰਟ ਤੁਹਾਡੇ ਹੱਥਾਂ ਦੇ ਵਿੱਚ ਹੈ। ਕਿੰਨੀ ਟ੍ਰੈਜਿਕ ਆ, ਕਿੰਨੇ ਹਾਲਾਤ ਮਾੜੇ ਨੇ, ਕਿਵੇਂ ਲੋਕ ਜੀ ਰਹੇ ਨੇ, ਕਿੱਦਾਂ ਬਚੇ ਹੋਣਗੇ ਜੇ ਕਈ ਗੁਣਾ ਵੱਧ ਉੱਥੇ ਇਸ ਤਰ੍ਹਾਂ ਦੇ ਕੈਮੀਕਲਸ ਪਾਏ ਜਾ ਰਹੇ ਆ ਪਾਣੀ 'ਚ। ਗੱਲ ਖੋਲੋ, ਗੱਲ ਤੋਰੋ। ਅਸਲ ਦੇ ਵਿੱਚ ਲੋਕ ਸਾਲਾਂ ਤੋਂ, ਮਤਲਬ ਸਾਲ ਹੋ ਗਿਆ ਲਗਭਗ ਬੈਠੇ ਹੋਏ ਨੇ। ਉਹਨਾਂ ਦੇ ਸਬਰ ਸੰਤੋਖ ਦਾ ਇਮਤਿਹਾਨ ਹੈ ਤੇ ਹੁਣ ਸ਼ਾਇਦ ਉਹਨਾਂ ਨੂੰ ਰਿਲੀਫ ਥੋੜੀ ਬਹੁਤ ਇਹ ਲੱਗੇ। ਹਾਲਾਂਕਿ ਚੀਫ ਮਿਨਿਸਟਰ ਨੇ ਕਹਿਤਾ ਸੀ ਕਿ ਅਸੀਂ ਉਹਨੂੰ ਬੰਦ ਕਰ ਰਹੇ ਹਾਂ, ਉਹਦੀ NOC ਵਿਡਰਾ ਕਰ ਰਹੇ ਹਾਂ, ਪਰ ਹਾਈ ਕੋਰਟ 'ਚ ਜਾ ਕੇ ਅਜੇ ਹਫਤਾ ਹੋਰ ਲੱਗ ਗਿਆ ਸੀ ਹੁਣ। ਪਰ ਇਹ ਜਿਹੜੀ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੀ ਰਿਪੋਰਟ ਆਈ ਹੈ, ਉਹਨਾਂ ਨੇ ਕਾਫੀ ਹੱਦ ਤੱਕ ਉਹਨਾਂ ਗੱਲਾਂ ਨੂੰ ਸਾਬਤ ਕੀਤਾ ਸਾਇੰਟੀਫਿਕਲੀ। ਜਿਹੜੇ ਐਲੀਗੇਸ਼ਨ, ਜਿਹੜੇ ਦੋਸ਼ ਲੋਕ ਲਗਾ ਰਹੇ ਸੀ ਕਿ ਸਾਡੀ ਜ਼ਿੰਦਗੀਆਂ ਨਾਲ ਖਿਲਵਾੜ ਹੋ ਰਿਹਾ, ਔਰ ਇੰਨਾ ਲੰਮਾ ਸਮਾਂ, ਇਹਦਾ ਮਤਲਬ ਸਰਕਾਰ ਨੇ ਨਹੀਂ ਦੇਖਿਆ ਉਹ ਕੀ ਕਹਿੰਦਾ। ਸੈਂਟਰਲ ਜਿਹੜੇ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਇੱਥੇ ਆਉਂਦੀ ਹੈ, ਟੀਮ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਜਾਂਦੀ ਆ। ਅੰਦਰ ਫੈਕਟਰੀ ਦੇ ਅਫਸਰ ਵੀ ਹੁੰਦੇ ਨੇ ਔਰ ਸਾਂਝੇ ਮੋਰਚੇ ਦੇ ਨੁਮਾਇੰਦੇ ਵੀ ਹੁੰਦੇ ਨੇ, ਡਿਪਟੀ ਕਮਿਸ਼ਨਰ ਦੇ ਨੁਮਾਇੰਦੇ ਵੀ ਹੁੰਦੇ ਨੇ, ਪੰਜਾਬ ਸਰਕਾਰ ਦੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਨੁਮਾਇੰਦੇ ਵੀ ਹੁੰਦੇ ਨੇ। ਉਹ ਉੱਥੋਂ ਹੀ ਸੈਂਪਲ ਭਰਦੇ ਨੇ ਜਿੱਥੋਂ ਪਹਿਲਾਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਜਾਂ ਬਾਕੀ ਦੇ ਸੰਸਥਾਵਾਂ ਨੇ, ਜਿੱਥੋਂ ਪੰਜਾਬ ਸਰਕਾਰ ਨੇ ਕਿਹਾ ਸੀ ਉੱਥੋਂ ਭਰ ਰਹੇ ਸੀਗੇ। ਜਿਹਦੇ ਚ ਇੱਕ ਬੜਾ ਰੌਲਾ ਚੱਲਿਆ, ਕਲੀਨ ਚਿੱਟ ਦੇ ਦਿੱਤੀ ਗਈ ਸੀ ਵੀ ਨਹੀਂ ਉੱਥੇ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈ, ਇਹ ਤਾਂ ਵੀ ਰੌਲਾ ਪਾਇਆ ਜਾ ਰਿਹਾ ਹੈ। ਆਹ ਸਾਡੇ ਸਾਹਮਣੇ ਰਿਪੋਰਟ ਹੈ ਜੀ। ਗਵਰਨਮੈਂਟ ਵੀ ਇਹ ਕਹਿਣ ਲੱਗ ਗਈ ਸੀ ਤੇ ਬਾਕੀ ਵੀ ਇਸੇ ਕਰਕੇ ਉਹ ਹਾਈ ਕੋਰਟ ਚਲੇ ਗਏ ਸੀ ਤੇ ਉੱਥੇ ਪੁਲਿਸ ਲਾਤੀ ਸੀ ਵੱਡੇ ਪੱਧਰ ਤੇ, ਤਾਂ ਉਹ ਮੁੱਦਾ ਵੱਡਾ ਬਣ ਗਿਆ ਸੀ। ਲੋਕ ਸੈਕਰੀਫਾਈਸ ਲਈ ਹੋਰ ਤਿਆਰ ਹੋ ਗਏ ਸੀ। ਪਰ ਹੁਣ ਰਿਪੋਰਟ ਇਹ ਕਹਿ ਰਹੀ ਹੈ ਉਹ ਕਿ ਹਾਲਾਂਕਿ ਜਿਹੜਾ ਮੈਂਬਰ ਪਾਰਲੀਮੈਂਟ ਜਿਹੜੇ ਖਡੂਰ ਸਾਹਿਬ ਤੋਂ ਨੇ, ਜਸਬੀਰ ਸਿੰਘ ਡਿੰਪਾ, ਉਹਨਾਂ ਦੇ ਇੱਕ ਚਿੱਠੀ ਬਾਰ-ਬਾਰ ਨਾਲ ਚੱਲਦੀ ਹੈ ਜਿਹੜੀ ਉਹਨਾਂ ਨੂੰ ਲਿਖੀ ਗਈ ਸੀ, ਤੇ ਉਹ ਇਹ ਕਹਿ ਰਹੇ ਨੇ ਕਿ ਉਹਨੇ ਕਿਹਾ ਸੀ 25 ਬੋਰ ਅੰਦਰ ਕੀਤੇ ਹੋਏ ਨੇ, ਜਿਹੜੇ ਬੋਰ ਧਰਤੀ ਦੇ ਹੇਠਾਂ ਹੀ ਆਪਣਾ ਪਾਣੀ ਪਾਈ ਜਾਂਦੇ ਨੇ, ਕਿਉਂਕਿ ਉਹ ਇੰਡਸਟਰੀ ਇਹ ਕਹਿੰਦੀ ਸੀ ਕਿ ਜ਼ੀਰੋ ਲਿਕੁਇਡ ਡਿਸਚਾਰਜ ਹੈ ਸਾਡਾ, ਮਤਲਬ ਅਸੀਂ ਕੁਝ ਵੀ ਬਾਹਰ ਨਹੀਂ ਕਰਦੇ ਤੇ ਆਲੇ ਦੁਆਲੇ ਅਸੀਂ ਫੈਲਾਉਂਦੇ ਹੀ ਨਹੀਂ, ਇਸ ਲਈ ਅਸੀਂ ਪੋਲਿਊਸ਼ਨ ਫੈਲਾ ਨਹੀਂ ਸਕਦੇ ਜੀ। ਉਹਨਾਂ ਨੇ ਜਾਂਚ ਕੀਤੀ ਹੈ 25 ਦੀ ਬਜਾਏ 12 ਤੇ 12 ਤਾਂ ਉਹਨਾਂ ਨੂੰ ਮਿਲੇ ਨੇ। 12 ਦੇ ਵਿੱਚੋਂ ਉਹਨਾਂ ਨੇ ਇਹ ਕਿਹਾ ਕਿ 2 ਉਦੋਂ ਅੱਗੇ ਹੋਰ ਮਿਲ ਗਏ ਜਿਨ੍ਹਾਂ ਦੇ ਵਿੱਚ ਮਿੱਟੀ ਪਾਈ ਧਰਤੀ ਹੇਠ ਦੱਬੇ ਹੋਏ ਸੀਗੇ, ਮਤਲਬ ਉੱਪਰ ਦਿਖਾਈ ਨਹੀਂ ਸੀ ਉਹ ਦਿੰਦੇ, ਕਿਤੇ ਦੱਬ ਦੁੱਬ ਤੇ ਹੇਠਾਂ ਵੀ ਜੇ ਨਾ ਕਿਸੇ ਨੂੰ ਮਿਲੇ ਤਾਂ ਅਲੱਗ ਗੱਲ ਹੈ। ਉਹਨਾਂ 12 ਦੇ ਵਿੱਚੋਂ ਦੋ ਬੋਰ ਇਹੋ ਜਿਹੇ ਵੀ ਨੇ ਜਿਹੜੇ ਕੁਝ ਮੀਟਰ ਦੇ ਡਿਸਟੈਂਸ ਤੇ ਨੇ। ਉਹ ਕਹਿੰਦੇ ਵੀ ਨਾਰਮ ਇਹ ਕਹਿੰਦੇ ਨੇ 200 ਮੀਟਰ ਤੋਂ ਨੇੜੇ ਬੋਰ ਲਾਇਆ ਹੀ ਨਹੀਂ ਜਾ ਸਕਦਾ ਕਿਸੇ ਵੀ ਰੂਪ ਦੇ ਵਿੱਚ, ਉਹ ਗਲਤ ਹੈ। ਤੇ ਜਿੰਨੇ ਬੋਰ ਲਾਏ ਹੋਏ ਨੇ, ਇਹ ਕਿਹੜਾ ਬੋਰ ਕਦੋਂ ਲੱਗਿਆ ਹੈ, ਫੈਕਟਰੀ ਕੋਲ ਕੋਈ ਰਿਕਾਰਡ ਨਹੀਂ ਹੈ। ਇਹ ਸਾਰੇ ਬੋਰਾਂ ਦੇ ਵਿੱਚ ਉਹ ਕਹਿੰਦੇ ਲਾਉਣ ਦੇ ਵਾਸਤੇ ਜਾਂ ਸੈਂਟਰਲ ਗਰਾਊਂਡ ਵਾਟਰ ਬੋਰਡ ਜਾਂ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ, ਉਹਦੇ ਤੋਂ ਪਰਮਿਸ਼ਨ ਲੈਣੀ ਹੁੰਦੀ ਹੈ ਪਹਿਲਾਂ ਲਾਉਣ ਲਈ। ਇੱਕ ਵੀ ਬੋਰ ਦੀ ਪਰਮਿਸ਼ਨ ਨਹੀਂ ਹੈ ਫੈਕਟਰੀ ਮਾਲਕਾਂ ਦੇ ਕੋਲ, ਇੱਕ ਦੀ ਵੀ। ਇਹ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਕਹਿ ਰਹੀ ਹੈ, ਕਿਸੇ ਦੀ ਵੀ ਕੋਈ ਮਤਲਬ ਨਹੀਂ ਹੈ। ਔਰ ਜਿਹੜੇ ਉਹ ਕਹਿੰਦੇ ਸੀ 4 ਦੀ ਪਰਮਿਸ਼ਨ ਹੈ, ਉਹਨਾਂ ਨੂੰ ਮੌਕਾ ਦਿੱਤਾ ਗਿਆ। 4 ਦੀ ਪਰਮਿਸ਼ਨ ਵੀ 17 ਮਈ ਤੱਕ ਉਹਨਾਂ ਕੋਲ ਨਹੀਂ ਸੀ ਆਈ, ਇਹ ਰਿਪੋਰਟ ਸਬਮਿਟ ਕਰਨ ਤੋਂ ਪਹਿਲਾਂ ਤੱਕ ਵੀ। ਉਹ 4 ਦੀ ਉਹ ਦੇ ਦਿਓ, ਚਲੋ ਇੰਨੇ ਬੋਰ ਛੱਡੋ, ਜਿਹਦੀ ਪਰਮਿਸ਼ਨ ਹੈ ਉਹੀ ਦੇ ਦਿਓ ਸਾਨੂੰ, ਤੁਹਾਡੇ ਕੋਲ ਜਿਹੜੀ ਹੈਗੀ ਉਹਦੀ ਵੀ ਨਹੀਂ ਹੈ ਐਕਚੁਅਲੀ ਮਿਲੀ ਹੈ। ਤੇ ਉਦੋਂ ਬਾਅਦ ਫਿਰ ਉਹਨਾਂ ਨੇ ਕਿਹਾ ਸੀ ਵੀ 15 ਪਿੰਡਾਂ ਦਾ ਜਿਹੜਾ ਆਲੇ ਦੁਆਲੇ ਦਾ ਪਾਣੀ ਹੈ ਜਿਹੜਾ ਖਰਾਬ ਹੋ ਗਿਆ। ਇਹਨਾਂ ਨੇ 15 ਕਿਲੋਮੀਟਰ ਦੇ ਪਿੰਡ ਜਿਹੜੇ ਪੈਂਦੇ ਨੇ, 8 ਪਿੰਡ, ਤੇ ਫਿਰ ਇਹੀ ਟੀਮ ਗਈ, ਉਹਨਾਂ ਨੇ 5 ਕਿਲੋਮੀਟਰ ਦੇ ਰੇਡੀਅਸ ਵਾਲੇ ਪਿੰਡ ਲੈ ਲਏ ਵੀ ਚਲੋ ਇਹ ਦੇਖ ਲੈਂਦੇ ਆ ਇਹਨਾਂ ਦੇ ਵਿੱਚ ਕੀ ਹੈ ਤੇ ਬਾਕੀ ਦੇਖ ਲਾਂਗੇ ਫਿਰ। ਤੇ ਇਹ ਰਿਪੋਰਟ ਇਹ ਕਹਿ ਰਹੀ ਹੈ ਕਿ ਉਹਨਾਂ ਦੇ ਜਿਹੜੇ 28 ਤੋਂ ਲੈ ਕੇ 32 ਮੀਟਰ ਡੂੰਘੇ ਬੋਰ ਸੀਗੇ, 29 ਬੋਰਾਂ ਦੇ ਪਾਣੀ ਦਾ ਉਹਨਾਂ ਨੇ ਟੈਸਟ ਕੀਤਾ ਉਹਨਾਂ ਪਿੰਡਾਂ ਦੇ ਵਿੱਚ, 28 ਤੋਂ ਲੈ ਕੇ 29। ਕੇਵਲ 2 ਬੋਰਾਂ ਦਾ ਪਾਣੀ ਠੀਕ ਆਇਆ, ਜਿਹੜੇ ਉਹ ਮਾਲਕ ਕਹਿੰਦੇ ਨੇ 250 ਫੁੱਟ ਮਤਲਬ ਫੁੱਟ ਡੂੰਘਾ ਹੈ, ਤੇ ਉੱਥੇ ਜਾ ਕੇ ਅਲੱਗ ਹੈ, ਹੋਰ ਸਾਰੇ ਡੂੰਘੇ। ਪਰ ਉਦੋਂ ਉੱਪਰ ਦੇ ਪਾਣੀ ਨੂੰ ਇਹ ਕਹਿ ਰਹੇ ਨੇ ਕਿ ਉਹ ਪਾਣੀ ਹੈ ਵੀ ਧਾਤਾਂ ਵਾਲਾ ਹੈ, ਜ਼ਹਿਰੀਲਾ ਪਾਣੀ ਹੈ ਉਹਦੇ ਚ, ਔਰ ਉਹਦੇ ਚ ਸਾਈਨਾਈਡ ਦਾ ਵੀ ਇਸ ਲੈਵਲ ਤੇ ਆਇਆ ਕਿ ਉਹ 5 ਗੁਣਾ ਜ਼ਿਆਦਾ, ਜਿਹੜਾ ਬਹੁਤ ਜ਼ਹਿਰੀਲਾ ਤੱਤ ਹੈ। ਆਮ ਸਧਾਰਨ ਜੋ ਨੋਰਮ ਨੇ ਸਾਡੇ ਕਿ ਪੀਣ ਵਾਲਾ ਪਾਣੀ ਇਹੋ ਜਿਹਾ ਹੋਣਾ ਚਾਹੀਦਾ, ਉਹਦੇ ਤੋਂ 5 ਗੁਣਾ ਜ਼ਿਆਦਾ ਜ਼ਹਿਰੀਲਾ ਹੈ।
ਔਰ 12 ਬੋਰਾਂ ਦੇ ਉਹ ਕਹਿੰਦੇ ਨੇ ਦੁਰਗੰਧ ਮਾਰਦੀ ਆ ਉਸ ਪਾਣੀ ਚੋਂ। ਉਹਦੇ ਚੋਂ ਰੰਗ ਵੀ ਬਦਲਿਆ ਹੋਇਆ, ਉਹਦਾ ਗ੍ਰੇ ਹੈ ਤੇ ਕਾਲਾ ਵੀ, ਉਹਦੇ ਚ ਕਾਲਾਪਨ ਵੀ ਹੈ, ਸਾਹਮਣੇ ਦਿਖਾਈ ਦੇ ਰਿਹਾ। ਤੇ ਬਾਕੀ ਟੈਸਟ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ, ਇਹ ਰਿਪੋਰਟ ਸਾਬਤ ਕਰਦੀ ਹੈ ਕਿ ਤੁਹਾਡੇ ਕੋਲ ਆਂਝਾਂ ਨੇ ਇਸ ਸਾਰੇ ਮਾਮਲੇ ਦੇ ਵਿੱਚ। ਹੁਣ ਜੇ ਉਹ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਜਿਹੜੀ ਰਿਪੋਰਟ ਹੈ ਉਹ ਇਹ ਕਹਿ ਰਹੀ ਹੈ ਸਰੇਆਮ, ਤਾਂ ਪਹਿਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਦੋਂ ਪਹਿਲਾਂ ਸਾਡੇ ਪੋਲੂਸ਼ਨ ਕੰਟਰੋਲ ਬੋਰਡ ਨੇ ਜਿਹੜੇ ਐਨਓਸੀ ਜੇ ਦਿੱਤੇ ਹੋਏ ਸੀ ਉਹ ਕਿਸ ਗਰਾਊਂਡ ਤੇ ਦਿੱਤੇ। ਦੂਜਾ, ਜਿਹੜੀਆਂ ਰਿਪੋਰਟਾਂ ਤੁਸੀਂ ਗਏ ਸੀ ਉੱਥੇ ਲੈਣ, ਪੰਜਾਬ ਪੋਲੂਸ਼ਨ ਕੰਟਰੋਲ ਬੋਰਡ NGT ਦੇ ਕਹਿਣ ਤੇ ਵੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕਹਿਣ ਤੇ ਵੀ, ਜਿਹ ਚ ਬਾਬਾ ਸੀਚੇਵਾਲ ਵੀ ਗਏ ਸੀ ਇੱਕ ਮਾਮਲੇ ਚ ਨਾਲ, ਜਸਟਿਸ ਸਾਹਿਬ ਜਸਵੀਰ ਸਿੰਘ ਵੀ ਗਏ ਸੀਗੇ ਉਸ ਟੀਮ ਦੇ ਵਿੱਚ ਇੱਕ ਵਾਰ ਦੇਖਣ ਕੇ ਕੀ ਹੈ। ਤੇ ਉਹਦੀ ਰਿਪੋਰਟ ਦੇ ਵਿੱਚ ਫਿਰ ਜਿਹਨੂੰ ਇਹ ਕਹਿਣ ਲੱਗੇ ਸੀ ਬਾਬਾ ਸੀਚੇਵਾਲ ਵੀ ਹੁਣ ਰਿਪੋਰਟ ਆ ਗਈ ਆਪਾਂ ਕੀ ਕਰੀਏ, ਇਹ ਰਿਪੋਰਟ ਤਾਂ ਠੀਕ ਕਹਿੰਦੀ ਹੈ, ਪਰ ਲੋਕ ਇਹ ਕਹਿਣ ਲੱਗੇ ਸੀ ਫਿਰ ਵੀ ਤੁਸੀਂ 10 ਦਿਨ ਇੱਥੇ ਆਓ, ਆਪਣਾ ਪਾਣੀ ਪੀਓ, ਸਾਰੇ MLA ਮੰਤਰੀ ਇਹੀ ਪਾਣੀ ਪੀਣ, ਅਸੀਂ ਛੱਡ ਜਾਾਂਗੇ ਆਪਣੀ ਲੜਾਈ। ਤੇ ਜੇ ਉਹਨਾਂ ਨੂੰ ਕੁਝ ਨਾ ਹੋਇਆ ਇੰਨੇ ਸਮੇਂ ਦੇ ਵਿੱਚ ਇਹੀ ਪਾਣੀ ਪੀਂਦੇ ਹੋਏ, ਉਹਨਾਂ ਕੋਲ ਫਿਰ ਮੋਰਲ ਸਟੈਂਡ ਸੀ, ਇਦੋਂ ਬਿਨਾਂ ਸਟੈਂਡ ਨਹੀਂ ਸੀ ਕੋਈ, ਇਹੀ ਸੀ। ਫਿਰ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਆਈ ਹੈ ਉਦੋਂ ਬਾਅਦ ਜਿਹੜੀ ਹੈ। ਹੁਣ ਕੀ ਸਾਡੇ ਕੋਲ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਵਿਗਿਆਨਕ ਅਫਸਰ ਜਿਹੜਿਆਂ ਨੇ ਟੈਸਟ ਕੀਤਾ ਉਹ ਨਾਕਾਬਲ ਨੇ, ਜਾਂ ਉਹਨਾਂ ਤੇ ਪੋਲੀਟੀਕਲ ਪ੍ਰੈਸ਼ਰ ਐਡਾ ਵੱਡਾ ਸੀ, ਜਾਂ ਉਹਨਾਂ ਤੇ ਕਾਰਪੋਰੇਟ ਦੇ ਜਿਹੜੇ ਮਲਾਈ ਖਾਣ ਵਾਲਾ ਜਿਹੜਾ ਇੱਕ ਸੈਟਅਪ ਹੈ ਤੀਜਾ, ਉਹਨਾਂ ਕੋਈ ਅਸਰ ਸੀ? ਕੋਈ ਗੱਲ ਤਾਂ ਸੀਗੀ ਨਾ, ਇਹ ਤਾਂ ਨਹੀਂ ਹੋ ਸਕਦਾ ਕਿ ਤੁਹਾਨੂੰ ਇਹ ਪਤਾ ਨਾ ਲੱਗੇ ਇਹ ਚੀਜ਼ਾਂ ਜਿਹੜੀਆਂ ਦੂਜੀ ਇੱਕ ਏਜੰਸੀ ਨੂੰ ਪਤਾ ਲੱਗਦਾ। ਤੇ ਉਦੋਂ ਅਗਲਾ ਸਵਾਲ ਇਹ ਹੈ ਕਿ ਫਿਰ ਪੰਜਾਬ ਗਵਰਨਮੈਂਟ ਨੇ ਜਿਹਦੇ ਸਾਲ ਤੱਕ ਗੌਲਿਆ ਹੀ ਨਹੀਂ ਐਡਾ ਸਿੰਸੀਅਰ ਮੁੱਦਾ, ਤੇ ਜਿਹੜਾ ਉਹਨਾਂ ਦੇ ਜੀਵਨ ਤੇ ਅਸਰ ਪਿਆ ਉੱਥੇ ਦੇ ਲੋਕਾਂ ਤੇ ਬਿਮਾਰੀਆਂ ਦੇ ਰੂਪ ਚ, ਵੱਖ-ਵੱਖ ਰੂਪ ਦੇ ਵਿੱਚ, ਉਹਦੀ ਭਰਪਾਈ ਕੌਣ ਕਰੇਗਾ? ਤੇ ਤੀਜੀ ਗੱਲ, ਕੀ ਉਹਨਾਂ ਦੇ ਸਾਰਿਆਂ ਤੇ ਕੇਸ ਅਜੇ ਵੀ ਬਰਕਰਾਰ ਰੱਖੇ ਜਾਣਗੇ ਜਿਹੜੇ ਵਿਡਰਾ ਨਹੀਂ ਕੀਤੇ ਕੰਪਰੋਮਾਈਜ਼ ਕਰਨ ਦੇ ਬਾਵਜੂਦ, ਜਿਹੜੇ ਬੰਦਿਆਂ ਤੇ ਧੜਾ-ਧੜ ਪਰਚੇ ਦਰਜ ਕਰਤੇ 307 ਤੋਂ ਲੈ ਕੇ ਵੱਖ-ਵੱਖ, ਉਹਨਾਂ ਦਾ ਕੀ ਬਣੇਗਾ? ਇਹ ਸਾਰੇ ਸਵਾਲ ਮੈਨੂੰ ਤਾਂ ਲੱਗਦਾ ਕਿ ਗਵਰਨਮੈਂਟ ਨੂੰ ਮਾਫੀ ਮੰਗ ਕੇ ਉਹ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਹੱਲ ਕਰਨੀਆਂ ਚਾਹੀਦੀਆਂ ਨੇ, ਕਿ ਨਵੀਂ ਇਨਕੁਆਇਰੀ ਖੋਲਣੀ ਚਾਹੀਦੀ ਹੈ। ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨੂੰ ਚੈੱਕ ਕਰਨ ਦੀ ਬਾਰ-ਬਾਰ। ਇਕੱਲੇ ਇੱਕ ਫੈਕਟਰੀ ਦਾ ਸਵਾਲ ਨਹੀਂ ਹੈ, ਹੋ ਸਕਦਾ ਕਿੰਨੀਆਂ ਫੈਕਟਰੀਆਂ 'ਚ ਇਹ ਕੰਮ ਚੱਲਦਾ ਹੋਏ। ਇਹਦਾ ਮਤਲਬ ਫੈਕਟਰੀ ਵਿਰੋਧੀ ਨਹੀਂ ਹੁੰਦਾ। ਕਈ ਲੋਕ ਇਹ ਕਹਿੰਦੇ ਨੇ ਨਾ, ਜੇ ਤੁਸੀਂ ਇਹ ਕਹਿਣ ਲੱਗ ਗਏ ਸ਼ਾਇਦ ਤੁਸੀਂ ਇਨਵੈਸਟਮੈਂਟ ਰੋਕਦੇ ਹੋ, ਤੁਸੀਂ ਫੈਕਟਰੀਆਂ ਦੇ ਵਿਰੋਧੀ। ਦੁਨੀਆ ਭਰ 'ਚ ਫੈਕਟਰੀਆਂ ਲੱਗਦੀਆਂ ਨੇ, ਪਰ ਫੈਕਟਰੀਆਂ ਨਾਰਮਜ਼ ਦੇ ਤਹਿਤ ਲੱਗਦੀਆਂ ਨੇ, ਉਹਨੂੰ ਫੋਲੋ ਕਰਦੀਆਂ ਨੇ, ਲੋਕਾਂ ਦੀ ਜ਼ਿੰਦਗੀ ਨਾਲ ਖਲਵਾੜ ਕਰਕੇ ਨਹੀਂ ਲੱਗਦੀਆਂ। ਨਾਰਮ 'ਚ ਛੂਟ ਦੇਣਾ, ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਾ, ਇਹ ਗੱਲ ਦੀ ਛੂਟ ਨਹੀਂ ਦਿੱਤੀ ਜਾ ਸਕਦੀ ਕਿਸੇ ਵੀ ਰੂਪ 'ਚ। ਇਸ ਲਈ ਸਾਡੇ ਵੀ ਪਾਲਿਸੀ ਲੈਵਲ ਦੇ ਉੱਤੇ ਵੀ ਔਰ ਗਵਰਨਮੈਂਟ ਦੇ ਹੁਣ ਕੋਈ ਇੱਕ ਐਕਸ਼ਨ ਦੇ ਰੂਪ ਦੇ ਵਿੱਚ ਵੀ ਇਹ ਚੀਜ਼ਾਂ ਨੂੰ ਤੁਰੰਤ ਕੋਈ ਦਿਖਣਾ ਚਾਹੀਦਾ ਕਿ ਹਾਂ ਗਵਰਨਮੈਂਟ ਹੁਣ ਕੁਝ ਸੀਰੀਅਸ ਹੋ ਗਈ ਹੈ। ਇਸ ਰਿਪੋਰਟ ਤੋਂ ਬਾਅਦ ਉਹ ਐਕਸ਼ਨ ਵੀ ਲੈ ਰਹੀ ਹੈ ਤੇ ਬਾਕੀ ਦੀਆਂ ਚੀਜ਼ਾਂ ਤੇ ਵੀ, ਬਾਕੀ ਦੇ ਫੈਕਟਰੀ ਸਿਸਟਮ ਤੇ ਵੀ ਉਹ ਨਾਰਮ ਲਾਗੂ ਕਰਨ ਦਾ ਜਿਹੜਾ ਇੱਕ ਓਵਰਆਲ ਇੱਕ ਮੇਰਾ ਖਿਆਲ ਹੈ ਸਰਚ ਵੀ ਤੇ ਐਕਸ਼ਨ ਵੀ, ਇਹ ਦੋਨੋਂ ਚੀਜ਼ਾਂ ਪੰਜਾਬ ਦੇ ਲੋਕ ਦੇਖਣਾ ਚਾਹਣਗੇ ਮੇਰਾ ਖਿਆਲ। ਹਾਂ ਬਿਲਕੁਲ, ਸਭ ਤੋਂ ਪਹਿਲਾਂ ਤੇ ਉਹਨਾਂ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਾਉਣਾ ਚਾਹੀਦਾ, ਇਹ ਬੜੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ। ਸਰਦਾਰ ਜਗਤਾਰ ਸਿੰਘ ਜੀ, ਇਹ ਵੀ ਸਵਾਲ ਆ ਕਿ ਕੀ ਸਰਕਾਰ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਜਿੰਨੀ ਵੀ ਇੰਡਸਟਰੀ ਲੱਗੀ ਆ ਉਹਨੂੰ ਵੀ ਇੱਕ ਵਾਰੀ ਚੈੱਕ ਕਰੂਗੀ ਕਿ ਕਿਤੇ ਉਹ ਵੀ ਤਾਂ ਨਹੀਂ ਇਸ ਤਰ੍ਹਾਂ ਦਾ ਪਾਣੀ ਥੱਲੇ ਜ਼ਮੀਨ ਦੋਜ਼ ਕਰ ਰਹੇ, ਭੇਜ ਤਾਂ ਨਹੀਂ ਰਹੇ, ਇਹਦੇ ਨਾਲ ਕਿਤੇ ਬਹੁਤ ਵੱਡਾ ਨੁਕਸਾਨ ਹੋ ਜੇ। ਜੇ ਸਰਕਾਰ ਇੰਡਸਟਰੀ ਦੀ ਫੇਵਰ ਕਰਨਾ ਚਾਹੁੰਦੀ ਆ ਤੇ ਉਹ ਕੋਈ ਸਬਸਿਡੀ ਦੇ ਦੇ, ਉਹ ਟ੍ਰੀਟਮੈਂਟ ਪਲਾਂਟ ਆਪ ਲਗਵਾ ਦੇ। ਜੇ ਕੋਈ ਹੋਰ ਚਾਹੁੰਦੇ ਨੇ ਕਿ ਰੁਜ਼ਗਾਰ ਇੰਡਸਟਰੀ ਤੋਂ ਪੈਦਾ ਹੋਵੇ ਤੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ। ਤੁਸੀਂ ਪੌਣ ਪਾਣੀ ਨਾਲ ਖੇਡਣ ਦੀ ਬਜਾਏ ਤੁਸੀਂ ਆਪਣੇ ਕੋਲੋਂ ਕੁਝ ਇਨਵੈਸਟਮੈਂਟ ਕਰਦੇ ਹੋ। ਪੰਜਾਬ ਸਰਕਾਰ ਲੋਕਾਂ ਦਾ ਹੀ ਪੈਸਾ ਲਾ ਦੇ ਫਿਰ ਉਹਨਾਂ ਲੋਕਾਂ ਨੂੰ ਫੇਵਰ ਕਰਨ ਲਈ, ਇੰਡਸਟਰੀ ਦੇ ਪ੍ਰੋ ਇੰਡਸਟਰੀ ਵਾਤਾਵਰਨ ਬਣਾਉਣ ਲਈ। ਸੋ ਮੈਨੂੰ ਲੱਗਦਾ ਹੈ ਕਿ ਇੱਕ ਵਾਰੀ ਸਾਰੇ ਪੰਜਾਬ ਦੇ ਵਿੱਚ ਝਾਤੀ ਮਾਰ ਲੈਣੀ ਚਾਹੀਦੀ। ਤੁਸੀਂ ਬੁੱਢੇ ਨਾਲੇ ਦੀ ਗੱਲ ਕਰ ਰਹੇ ਸੀ, ਹਾਲਾਤ ਕਈ ਵਾਰੀ ਵੱਧ ਤੋਂ ਵੱਧ ਹੋ ਜਾਂਦੇ ਨਹੀਂ। ਸਾਰੇ ਪੰਜਾਬ ਦੀ ਸਟੱਡੀ ਇਹ ਹੋ ਚੁੱਕੀ ਆਲਰੇਡੀ, ਤੇ ਬੜੇ ਸਾਲ ਪਹਿਲਾਂ ਲੁਧਿਆਣੇ ਦੇ ਵਿੱਚ ਟ੍ਰੀਟਮੈਂਟ ਪਲਾਂਟ ਲੱਗਣੇ ਸ਼ੁਰੂ ਹੋਏ ਸੀ। ਉਹ ਟ੍ਰੀਟਮੈਂਟ ਪਲਾਂਟ ਹੀ ਆਪਣੇ ਆਪ ਦੇ ਵਿੱਚ ਉਹ ਸਕੈਂਡਲ ਬਣ ਜਾਂਦੇ ਹਰ ਤੇ। ਮੈਂ ਹੋਰ ਢੰਗ ਨਾਲ ਗੱਲ ਕਰਦਾ, ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਲੱਗਣਾ ਹੁਣ ਬੜੀ ਵੱਡੀ ਗੱਲ ਹੈ। ਪਹਿਲਾਂ ਇੱਕ ਨਾਰਮਲ ਜੀ ਇਹ ਆਫਿਸ ਆਫ ਪ੍ਰੋਫਿਟ ਸੀਗਾ, ਇਸ ਤੋਂ ਬਾਅਦ ਕੁਛ ਨਹੀਂ ਸੀ। ਹੁਣ ਉਹਦੇ 'ਚ ਪੈਸਾ ਬਹੁਤ ਹੈ। ਇੰਨਾ ਪੈਸਾ ਕਿਉਂ ਹੈ? ਲਗਾਤਾਰ ਤੁਹਾਨੂੰ ਰਿਪੋਰਟ ਆ ਰਹੀ ਹੈ ਲੁਧਿਆਣੇ ਦੀ ਇੰਡਸਟਰੀ ਖਾਸ ਕਰਕੇ, ਕਿ ਜਿਵੇਂ ਪੋਲੂਸ਼ਨ, ਮੈਂ ਪਿਛਲੇ 40 ਸਾਲ ਤੋਂ ਸੁਣ ਰਿਹਾ ਕਿ ਬੁੱਢੇ ਨਾਲੇ ਦੀ ਸਫਾਈ,
ਬੁੱਢਾ ਨਾਲਾ ਉਸ ਤਰ੍ਹਾਂ ਹੀ ਹੈ। ਸਰਕਾਰਾਂ ਆਈਆਂ ਚਲੀਆਂ ਗਈਆਂ, ਕਿਹਨੇ ਕਿੰਨਾ ਪੈਸਾ ਖਾਧਾ ਕੋਈ ਹਿਸਾਬ ਕਿਤਾਬ ਨਹੀਂ ਹੈ। ਜਲੰਧਰ ਦੇ ਵਿੱਚ ਇਹ ਸਮੱਸਿਆ ਆ ਰਹੀ ਹੈ, ਜਦਕਿ ਆਪਣੇ ਰਾਜ ਸਭਾ ਦੇ ਮੈਂਬਰ ਸੀਚੇਵਾਲ ਹੋਰੇ ਉਹਨਾਂ ਨੇ ਪੂਰੀ ਕੰਪੇਨ ਚਲਾਈ, ਲੇਕਿਨ ਮੈਨੂੰ ਲੱਗਦਾ ਉਹ ਪ੍ਰਚਾਰ ਜ਼ਿਆਦਾ ਸੀਗਾ ਤੇ ਥੱਲੇ ਕੰਮ ਘੱਟ ਹੋਇਆ ਹੈ। ਉੱਥੇ ਵੀ ਸਮੱਸਿਆ ਹੈ, ਜਿੰਨੇ ਵੱਡੇ ਸ਼ਹਿਰ ਹੈ ਸਾਰੇ ਸਮੱਸਿਆ ਹੈ, ਸਾਰੀਆਂ ਸ਼ੂਗਰ ਮਿਲ ਦੀ ਸਮੱਸਿਆ ਹੈ। ਇਹ ਰਾਣਾ ਸ਼ੂਗਰ ਮਿਲ ਦਾ ਕਿੰਨਾ ਰੌਲਾ ਪੈਂਦਾ ਰਿਹਾ, ਪੇਪਰ ਮਿਲ ਦੀ ਇਹ ਸਮੱਸਿਆ ਲਗਾਤਾਰ ਹੈਗੀ ਹੈ। ਇਹ ਮੈਨੂੰ ਇੱਕ ਗੱਲ ਹੋਰ ਨਹੀਂ ਸਮਝ ਆਉਂਦੀ, ਸਕਾਟਲੈਂਡ ਦੇ ਵਿੱਚ ਫਾਈਨੈਸਟ ਵਿਸਕੀਜ਼ ਪ੍ਰੋਡਿਊਸ ਹੁੰਦੀਆਂ, ਛੋਟੀ ਜਿਹੀ ਜਗ੍ਹਾ ਹੈ ਔਰ ਇੰਨੀਆਂ ਫੈਕਟਰੀਜ਼ ਲੱਗੀਆਂ ਹੋਈਆਂ, ਕੀ ਕਦੇ ਕੋਈ ਸ਼ਿਕਾਇਤ ਆਈ ਹੈ ਉੱਥੇ ਇਨਵਾਇਰਮੈਂਟਲ ਪੋਲਿਊਸ਼ਨ ਦੀ? ਜਦਕਿ ਉਹ ਫੈਕਟਰੀਆਂ 100 ਸਾਲ ਤੋਂ ਵੱਧ ਹੋ ਗਿਆ ਉਹਨਾਂ ਨੂੰ ਚਲਦੀਆਂ ਨੂੰ, ਹੈਰੀਟੇਜ ਫੈਕਟਰੀਜ਼ ਹੈਗੀਆਂ, ਕੋਈ ਸ਼ਿਕਾਇਤ ਨਹੀਂ ਹੁੰਦੀ। ਵਰਲਡ ਦੀ ਫਾਈਨੈਸਟ ਵਿਸਕੀਜ਼ ਉੱਥੇ ਬਣਦੀ ਹੈ, ਕੋਈ ਪੋਲਿਊਸ਼ਨ ਨਹੀਂ। ਉਹ ਨਾਰਮਸ ਇੱਥੇ ਕਿਉਂ ਨਹੀਂ ਫਾਲੋ ਕੀਤੇ ਜਾਂਦੇ? ਠੀਕ ਹੈ, ਉਹਦੇ ਨਾਲ ਕਾਸਟ ਵੱਧਦੀ ਹੈ, ਪਰ ਤੁਸੀਂ ਲੋਕਾਂ ਦੀ ਜ਼ਿੰਦਗੀ ਦੀ ਕਾਸਟ ਤੇ ਇਹ ਫੈਕਟਰੀ ਨਹੀਂ ਲਾ ਸਕਦੇ। ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਇਹ ਕਾਰਪੋਰੇਟ ਦਾ ਕਿਸੇ ਵੇਲੇ ਸ਼ੌਕ ਵੀ ਰਿਹਾ, ਖਾਸ ਕਰਕੇ ਜਿਹੜੇ USA ਦੇ ਕਾਰਪੋਰੇਟਸ ਹੈਗੇ ਆ, USA ਨੇ ਜਾਂ ਜਿੰਨੇ ਵੀ ਵੱਡੀਆਂ ਕਾਰਪੋਰੇਟਸ ਹੈ, ਇਹਨਾਂ ਨੇ ਥਰਡ ਵਰਲਡ ਕੰਟਰੀਜ਼ ਜਾ ਕੇ ਆਪਣੀਆਂ ਫੈਕਟਰੀਆਂ ਲਾਈਆਂ ਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ। ਉਹ ਸਾਡੀ ਮੈਂਟੈਲਿਟੀ ਸਾਡੇ ਹਿੰਦੁਸਤਾਨ ਵਿੱਚ ਚੱਲੀ ਜਾ ਰਹੀ ਹੈ। ਹੁਣ ਜੀਰਾ ਫੈਕਟਰੀ ਸਭ ਦੇ ਸਾਹਮਣੇ ਕਿ ਲੋਕਾਂ ਦੀ ਹਾਲਤ ਕੀ ਹੈ। ਇੰਨੇ ਆਪਣੇ ਮਹੀਨਿਆਂ ਤੋਂ ਲੋਕ ਬੈਠੇ ਹੋਣ, ਮੁਜ਼ਾਹਰੇ ਕਰ ਰਹੇ ਹੋਣ, ਸਭ ਨੂੰ ਪਤਾ ਕਿ ਉਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ। ਸਰਕਾਰਾਂ ਕਿਉਂ ਫਾਈਨਲ ਐਕਸ਼ਨ ਲੈਣ ਤੋਂ ਗੁਰੇਜ਼ ਕਰ ਰਹੀ ਹੈ? ਇਹਦੇ ਪਿੱਛੇ ਕੀ ਹੈ? ਇਹ ਲੋਕ ਇਨਸਾਫ ਮੰਗਦੇ ਹੈ, ਜਵਾਬ ਦੇ ਸਰਕਾਰਾਂ ਨੂੰ ਹੋਣਾ ਪੈਣਾ ਹੈ। ਇਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਨਾਲ ਲਗਾਤਾਰ ਖਿਲਵਾੜ ਨਹੀਂ ਕੀਤਾ ਜਾ ਸਕਦਾ। ਵਾਰ-ਵਾਰ ਸ਼ਿਕਾਇਤਾਂ ਆ ਰਹੀਆਂ ਹਰ ਥਾਂ ਤੇ, ਇਹਨਾਂ ਨੂੰ ਇਫੈਕਟਿਵ ਸਟੈਪਸ ਲੈਣੇ ਪੈਣਗੇ। ਠੀਕ ਹੈ, ਖਰਚਾ ਬਹੁਤ ਹੈ, ਲੇਕਿਨ ਇਹ ਕਰਨਾ ਪਏਗਾ। ਜ਼ਿੰਦਗੀ ਦੀ ਕਾਸਟ ਨਾਲੋਂ ਇਹ ਖਰਚੇ ਬਹੁਤ ਘੱਟ ਹੈਗੇ ਜੀ। ਇਸ ਤੋਂ ਪਹਿਲੀਆਂ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਬਣਾਉਣਾ ਪਊਗਾ ਤੁਹਾਨੂੰ। ਜਿੱਥੇ ਜਿੱਥੇ ਵੀ ਕਿਧਰੇ ਕਮੀਆਂ ਆਉਣ ਤਾਈਆਂ ਰਹੀਆਂ ਨੇ, ਉਹ ਸਾਰੀ ਲੋਕਾਂ ਦੇ ਸਾਹਮਣੇ ਨੰਗੀਆਂ ਕਰਨੀਆਂ ਚਾਹੀਦੀਆਂ, ਲੇਕਿਨ ਆਪਣੇ ਹਿੱਸੇ ਦਾ ਕੰਮ ਤੁਸੀਂ ਪਿਛਲਿਆਂ ਤੇ ਪਾ ਕੇ ਸੁਰਖਰੂ ਨਹੀਂ ਹੋ ਸਕਦੇ। ਤੁਹਾਨੂੰ ਇੱਥੇ ਸਖਤ ਫੈਸਲੇ ਲੈਣੇ ਪੈਣਗੇ। ਤੁਹਾਨੂੰ ਇੰਡਸਟਰੀ ਵੀ ਬਚਾਉਣੀ ਪਊਗੀ, ਨਾਲ ਦੀ ਨਾਲ ਵਾਤਾਵਰਨ ਬਚਾਉਣਾ ਪਊਗਾ। ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਨਾਲੋਂ ਚੰਗਾ ਕਿ ਸਰਕਾਰ ਕੁਝ ਪੈਸੇ ਇੱਥੇ ਲਾਵੇ, ਕੋਈ ਸਬਸਿਡੀਜ਼ ਦੇ ਦੇ, ਕੁਝ ਇਹਨਾਂ ਦੇ ਟ੍ਰੀਟਮੈਂਟ ਪਲਾਂਟ ਲਾ ਦੇ। ਇਸ ਤੋਂ ਵੀ ਵੱਡੀ ਗੱਲ ਹੈ ਕਿ ਕੋਈ ਨਾ ਕੋਈ ਏਰੀਆ ਡਿਵੈਲਪ ਕਰ ਲਓ ਜਿਨ੍ਹਾਂ ਦੇ ਵਿੱਚ ਟ੍ਰੀਟਮੈਂਟ ਪਲਾਂਟ ਸਰਕਾਰ ਲਾ ਕੇ ਦੇਵੇ। ਤੇ ਜਿਵੇਂ ਗੋਇੰਦਵਾਲ ਸਾਹਿਬ ਦਾ ਜ਼ਿਕਰ ਆਉਂਦਾ ਹੈ ਤੇ ਹੋਰ ਵੀ ਕਈ ਜਗ੍ਹਾ ਕਈ ਫੋਕਲ ਪੁਆਇੰਟ ਬਣ ਗਏ ਸੀ। ਤੁਸੀਂ ਕੁਝ ਏਰੀਆਜ਼ ਇਕੱਠੇ ਕਰਕੇ ਉਹਨਾਂ ਦੀ ਇੰਡਸਟਰੀ, ਕੋਈ ਖਾਸ ਇੰਡਸਟਰੀ ਵੀ, ਜੇ ਕੋਈ ਰਾ ਮਟੀਰੀਅਲ ਦੀ ਵੀ ਗੱਲ ਹੁੰਦੀ ਹੈ ਤੇ ਸਰਕਾਰਾਂ ਇਸ ਤਰ੍ਹਾਂ ਦੇ ਉਦਮ ਕਰਨ ਤੇ ਲੋਕਾਂ ਨੂੰ ਇਸ ਤਰ੍ਹਾਂ ਦੀ ਇੰਡਸਟਰੀ ਉਹਨਾਂ ਥਾਵਾਂ ਤੇ ਮਿਲ ਜਾਏ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਸ਼ੁਕਰੀਆ ਜੀ। ਥੈਂਕ ਯੂ।